ਸਤਿ ਸ਼੍ਰੀ ਅਕਾਲ ਜੀ। ਮੈਂ ਜੀਕੇ ਮੀਡੀਆ ਔਨ 에ਅਰ ਤੋਂ ਤੁਹਾਡਾ ਹੋਸਟ ਜਰਨੈਲ ਸਿੰਘ ਖੰਡੋਲੀ। ਸੋ ਅੱਜ ਅਸੀਂ ਤੁਹਾਡੇ ਲਈ ਸਪੈਸ਼ਲ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਏ ਹਾਂ ਜੀ। ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ, ਜਿਸ ਵੀ ਕੰਟਰੀ 'ਚ ਹੋਵੋਗੇ, ਤੰਦਰੁਸਤ ਹੋਵੋਗੇ ਔਰ ਖੁਸ਼ੀਆਂ ਮਾਣ ਰਹੇ ਹੋਵੋਗੇ ਔਰ ਜਿਸ ਹਾਲਾਤ ਦੇ ਵਿੱਚ ਵੀ ਹੋਵੋਗੇ। ਸੋ ਖੁਸ਼ ਰਹੋ, ਇਹੀ ਅਰਦਾਸ ਅਸੀਂ ਕਰਦੇ ਹਾਂ। ਔਰ ਅਸੀਂ ਅੱਜ ਜਿਹੜਾ ਹੈਗਾ ਤੁਹਾਡੇ ਰੂਬਰੂ ਫਿਰ ਦੁਬਾਰੇ ਪੇਸ਼ ਹੋਏ ਹਾਂ। ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਅੱਜ ਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਹੈ। ਖਾਸ ਕਰਕੇ ਅਸੀਂ YouTube ਤੇ ਵੀ ਅੱਜ ਲਾਈਵ ਹੈ। ਜੀਕੇ ਮੀਡੀਆ TV ਪੇਜ ਤੇ ਜਿਹੜਾ ਹੈਗਾ ਤੁਸੀਂ ਸਾਡੇ YouTube ਤੇ ਵੀ ਜਾ ਕੇ ਸਾਡਾ ਪ੍ਰੋਗਰਾਮ ਅੱਜ ਦਾ ਦੇਖ ਸਕਦੇ ਹੋ। ਔਰ ਇਸ ਦੇ ਨਾਲ ਨਾਲ ਤੁਸੀਂ ਸਾਡਾ Facebook ਤੇ ਯਾਨੀ ਕਿ ਜੀਕੇ ਮੀਡੀਆ ਔਨ 에ਅਰ ਤੇ ਵੀ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਅੱਜ ਦਾ ਉਹ ਸੁਣ ਸਕਦੇ ਹੋ ਜਾਂ ਦੇਖ ਸਕਦੇ ਹੋ। ਸੋ ਅੱਜ ਸਾਡੇ ਨਾਲ ਬਹੁਤ ਹੀ ਵਧੀਆ ਗੈਸਟ, ਪਿਆਰੇ ਗੈਸਟ, ਜਿਹਨੂੰ ਮੈਂ ਕਹਾਂ ਕਿ ਸਿਹਤ ਨਾਲ ਜਿਹਨਾਂ ਦਾ ਨਾਮ ਜੁੜਿਆ ਹੋਇਆ ਔਰ ਇੱਕ ਇੱਦਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਹੈਗੀਆਂ, ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਅੱਜ ਕਰਾਂਗੇ ਅਤੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਵਾਂਗੇ। ਸੋ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਕਾਲਾਂ ਵੀ ਲਵਾਂਗੇ। ਸੋ ਤੁਸੀਂ ਕਾਲ ਕਰਕੇ ਸਾਡੇ ਜਿਹੜੇ ਅੱਜ ਦੇ ਵਿਸ਼ੇਸ਼ ਮਹਿਮਾਨ ਨੇ ਉਹਨਾਂ ਦੇ ਨਾਲ ਆਪਣੀ ਗੱਲਬਾਤ ਵੀ ਸਾਂਝੀ ਕਰ ਸਕਦੇ ਹੋ। ਤੁਸੀਂ ਕੋਈ ਕੁਐਸਚਨ ਵੀ ਕਰ ਸਕਦੇ ਹੋ। ਤੁਸੀਂ ਸਿੱਖ ਇਤਿਹਾਸ ਦੇ ਰਿਲੇਟਡ ਕੋਈ ਕੁਐਸਚਨ ਤੁਹਾਡਾ ਹੈਗਾ ਜਾਂ ਸਿਹਤ ਦੇ ਰਿਲੇਟਡ ਕੋਈ ਤੁਹਾਡਾ ਕੁਐਸਚਨ ਹੈਗਾ, ਉਹ ਵੀ ਤੁਸੀਂ ਸਾਡੇ ਨਾਲ ਜਿਹੜਾ ਹੈਗਾ ਸਾਡੇ WhatsApp ਨੰਬਰ 604 723 8027 ਤੇ ਜਿਹੜਾ ਹੈਗਾ ਤੁਸੀਂ ਕਾਲ ਕਰਕੇ ਸਾਡੇ ਨਾਲ ਜਿਹੜਾ ਹੈਗਾ ਉਹ ਜੁੜ ਸਕਦੇ ਹੋ। ਸੋ ਮੈਂ ਅੱਜ ਦੇ ਜਿਹੜੇ ਗੈਸਟ ਸਾਡੇ, ਜਿਨ੍ਹਾਂ ਨੂੰ ਮੈਂ ਇਹ ਕਹਾਂ ਕਿ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਹੈਗੀ ਆ। ਬਹੁਤ ਹੀ ਘੱਟ ਉਮਰ ਦੇ ਵਿੱਚ ਜਦੋਂ ਇੱਕ ਇਸ ਤਰ੍ਹਾਂ ਦਾ ਟਾਈਮ ਹੁੰਦਾ ਹੈ ਕਿ ਆਪਣੀ ਜਵਾਨੀ ਦਾ ਇੱਕ ਆਨੰਦ ਮਾਣਨਾ ਹੁੰਦਾ ਹੈ, ਪਰ ਉਸ ਉਮਰ ਦੇ ਵਿੱਚ ਗਰੀਬੀ ਦਾਅਵੇ 'ਚੋਂ ਨਿਕਲ ਕੇ ਔਰ ਉਹਦਾ ਸਾਹਮਣਾ ਕਰਦੇ ਹੋਏ ਇਸ ਤਰ੍ਹਾਂ ਦੀ ਇੱਕ ਸਿਹਤ ਦੇ ਵਿੱਚ ਆਪਣਾ ਨਾਮ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਅਲੱਗ ਗੱਲਬਾਤ ਜਿਹੜੀ ਉਹਨਾਂ ਬਾਰੇ ਮੈਂ ਕਹਾਂਗਾ। ਸੋ ਆਪਾਂ ਬਹੁਤ ਹੀ ਦੇਰ ਨਾਲ ਲਾਉਂਦੇ ਹੋਏ ਤੁਹਾਨੂੰ ਇੰਟਰੋਡਿਊਸ ਕਰਵਾਉਂਦੇ ਹਾਂ ਜੀ। ਅੱਜ ਦੇ ਸਾਡੇ ਮਹਿਮਾਨ ਜਿਹੜੇ ਹੈਗੇ ਆ ਉਹ ਅਲੀ ਰਾਜਪੁਰਾ ਜੀ, ਜਿਨ੍ਹਾਂ ਨੂੰ ਸਟੇਟ ਅਵਾਰਡੀ ਅਸੀਂ ਕਹਿ ਸਕਦੇ ਹੈਗੇ ਆ, ਲੇਖਕ ਨੇ। ਸਟੇਟ ਅਵਾਰਡ ਜਿਹੜਾ ਹੈਗਾ ਉਹਨਾਂ ਨੇ ਉਹ ਪੰਜਾਬ ਸਟੇਟ ਤੋਂ ਲਿਆ ਹੋਇਆ। ਕਾਹਦਾ ਅਵਾਰਡ ਲਿਆ, ਕਿਵੇਂ ਲਿਆ, ਉਹ ਗੱਲਾਂ ਬਾਤਾਂ ਸਾਰੀਆਂ ਆਪਾਂ ਜਿਹੜੀਆਂ ਉਹਨਾਂ ਦੇ ਨਾਲ ਕਰਦੇ ਹੈਗੇ ਆ। ਸੋ ਸਵਾਗਤ ਹੈ ਜੀ ਅਲੀ ਰਾਜਪੁਰਾ ਜੀ ਤੁਹਾਡਾ ਸਾਡੇ ਜੀਕੇ ਮੀਡੀਆ ਔਨ 에ਅਰ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀਕੇਐਮ ਮੀਡੀਆ ਤੇ ਖੰਡੋਲੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਮੂਹ ਸਾਧ ਸੰਗਤ ਜਿਹੜੀ ਕਿ ਇਸ ਪ੍ਰੋਗਰਾਮ ਨੂੰ ਸੁਣ ਰਹੀ ਹੈ, ਮਾਣ ਰਹੀ ਹੈ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਹੁਤ ਵਧੀਆ ਲੱਗਿਆ ਜੀ ਅੱਜ ਪਹਿਲਾਂ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਸਭ ਤੋਂ ਬੜੀ ਗੱਲ ਕਿ ਤੁਸੀਂ ਮੇਰੇ ਸ਼ਹਿਰ ਤੋਂ ਹੋ, ਮੇਰੇ ਗਰਾਈ ਹੋ। ਔਰ 2016 ਚ ਮੈਂ ਜਦੋਂ ਇੱਥੇ ਆਇਆ ਸੀ, ਉਸ ਤੋਂ ਪਹਿਲਾਂ ਕਦੇ ਸਬੱਬ ਨਹੀਂ ਬਣਿਆ, ਕਿਉਂਕਿ ਤੁਸੀਂ ਤਾਂ ਜਿਹੜਾ ਮੈਂ ਅੱਜ ਹੁਣ ਸੁਣਨ ਨੂੰ ਮਿਲ ਰਿਹਾ ਜਾਂ ਦੇਖਿਆ ਤੁਹਾਡੇ ਬਾਰੇ, ਤੁਸੀਂ ਤਾਂ ਬਹੁਤ ਵੱਡੀ ਵੱਡੀ ਮੱਲਾਂ ਮਾਰੀਆਂ ਹੋਈਆਂ। ਕਿ ਦੇਖੋ ਸਾਡੇ ਘਰ ਦੇ ਵਿੱਚ ਹੀ ਜਿਹੜਾ ਹੈਗਾ ਇੰਨਾ ਇੱਕ ਪ੍ਰਸਿੱਧ ਲੇਖਕ ਜਾਂ ਇੱਕ ਸਾਹਿਤਕਾਰ ਜਿਹੜਾ ਉਹ ਛੁਪਿਆ ਹੋਇਆ ਸੀਗਾ, ਜਾਂ ਉਹ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਜ ਸਬੱਬ ਬਣਿਆ, ਦੇਖੋ ਆਪਾਂ ਜਿਹੜਾ ਮਤਲਬ ਇਹ ਮੀਡੀਆ ਦੇ ਰਾਹੀਂ ਗੱਲਬਾਤ ਕਰ ਰਹੇ ਹੈਗੇ ਆ। ਸੋ ਬਹੁਤ ਸਾਰੀ ਗੱਲਾਂ ਤੁਹਾਡੇ ਨਾਲ ਕਰਾਂਗੇ। ਹੋਰ ਸੁਣਾਓ ਪਹਿਲਾਂ ਤੁਸੀਂ ਆਪਣਾ, ਘਰ ਪਰਿਵਾਰ ਸਭ ਠੀਕ ਠਾਕ ਜੀ? ਹਾਂਜੀ ਹਾਂਜੀ, ਚੜ੍ਹਦੀ ਕਲਾ ਬਾਈ ਜੀ, ਸ਼ੁਕਰ ਹੈ। ਚੜ੍ਹਦੀ ਕਲਾ ਚਾਹੀਦੀ ਹੈ ਜੀ। ਮੇਰਾ ਰਾਜਪੁਰਾ ਕਿੱਦਾਂ, ਸਭ ਠੀਕ ਠਾਕ ਹੈ? ਹਾਂਜੀ ਹਾਂਜੀ, ਖੁਸ਼ ਹੈ, ਹੱਸਦਾ ਆਬਾਦ ਹੈ, ਬਸ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਜਦੋਂ 2016 ਚ ਛੱਡ ਕੇ ਆਇਆ ਸੀ, ਉਦੋਂ ਤਾਂ ਕਾਫੀ ਪੁਲ ਪਲ ਬਣ ਰਹੇ ਸੀਗੇ, ਇੱਧਰ ਉੱਧਰ ਬਹੁਤ ਖੰਡਾਰਾ ਪਿਆ ਹੋਇਆ ਸੀਗਾ ਤੇ ਅਕਸਰ ਜਾਮਾਂ ਦੇ ਵਿੱਚ ਫਸੇ ਰਹਿਣਾ ਉੱਥੇ। ਬਹੁਤ ਖੂਬਸੂਰਤ ਦਿੱਖ ਲੈ ਚੁੱਕਿਆ ਰਾਜਪੁਰਾ ਹੁਣ। ਜੀ ਜੀ, ਹੁਣ ਤਾਂ ਮੈਂ ਕਾਫੀ ਦੇਖਿਆ, ਕਹਿੰਦੇ ਫੁਆਰੇ ਫੁਰੇ ਲੱਗੇ ਉੱਥੇ ਚੌਂਕਾਂ ਚ, ਮੈਂ ਇਹ ਵੀ ਸੁਣਨ ਨੂੰ ਮਿਲਿਆ। ਹਾਂਜੀ, ਬਹੁਤ ਖੂਬਸੂਰਤ ਹੋ ਗਿਆ। ਵਾਹ ਜੀ ਵਾਹ। ਜਦੋਂ ਜਿਸ ਫੁਆਰੇ ਦੀ ਤੁਸੀਂ ਗੱਲ ਕਰਦੇ ਹੋ, ਜਦੋਂ ਉਹਦੇ ਕੋਲ ਦੀ ਗੁਜ਼ਰਦੇ ਆ, ਲੰਘਦੇ ਆ, ਜਦੋਂ ਲੋਕ ਉੱਥੇ ਸ਼ਾਮ ਨੂੰ ਜਾਂ ਦਿਨੇ ਜਦੋਂ ਫੁਆਰਾ ਚੱਲਦਾ ਹੁੰਦਾ, ਲੋਕ ਫੋਟੋਆਂ ਖਿਚਵਾਉਂਦੇ ਹੁੰਦੇ ਆ ਨਾ, ਉਹ ਨਜ਼ਾਰਾ ਜਿਹੜਾ ਅਲੌਕਿਕ ਹੁੰਦਾ, ਦੇਖਣ ਵਾਲਾ ਹੁੰਦਾ, ਰੀਅਲੀ ਮਾਣ ਹੁੰਦਾ ਕਿ ਯਾਰ ਹਨਾ ਕਿੱਡਾ ਖੂਬਸੂਰਤ ਜਿਹੜਾ ਸਾਨੂੰ ਇੱਕ ਤੋਹਫਾ ਮਿਲਿਆ, ਕਿੱਡੀ ਸੋਹਣੀ ਸਾਡੀ ਸ਼ਹਿਰ ਦੀ ਜਿਹੜੀ ਦਿੱਖ ਹੈ। ਚਾਹੇ ਤੁਸੀਂ ਪਟਿਆਲੇ ਪਾਸੇ ਦੀ ਐਂਟਰ ਹੋ ਜਾਓ ਜਾਂ ਤੁਸੀਂ ਰਾਜਪੁਰੇ ਨੂੰ ਚੰਡੀਗੜ੍ਹ ਵਾਲੇ ਪਾਸੇ ਦੀ ਹੋ ਜਾਓ, ਤਾਂ ਖੂਬਸੂਰਤ ਹੈ ਰਾਜਪੁਰਾ। ਵਾਹ ਜੀ ਵਾਹ, ਵਾਹ ਜੀ ਵਾਹ। ਸੋ ਇਸ ਕਰਕੇ ਨਹੀਂ ਕਿ ਮੈਂ ਇਸ ਮਿੱਟੀ ਨਾਲ ਜਾਂ ਇੱਥੋਂ ਦੇ ਸ਼ਹਿਰ ਨਾਲ ਜੁੜਿਆ ਹੋਇਆ ਜੀ, ਇਸ ਚੀਜ਼ ਨੂੰ ਸਾਰੇ ਹੀ ਮੰਨਦੇ ਆ
ਚੰਗਾ ਸਮਝਦੇ ਆ ਜੀ। ਨਹੀਂ, ਇਹ ਜ਼ਰੂਰੀ ਵੀ ਸੀਗਾ ਕਿਉਂਕਿ ਜਿਹੜਾ ਰਾਜਪੁਰਾ ਹੈਗਾ ਉਹ ਗੇਟਵੇ ਆਫ ਪੰਜਾਬ ਹੈਗਾ, ਪੂਰੇ ਪੰਜਾਬ ਦਾ ਇੱਕ ਹਾਂ, ਪੰਜਾਬ ਸ਼ੁਰੂਆਤ ਦੁਆਰ ਉੱਥੋਂ ਹੈ ਜੀ, ਹੁੰਦੀ ਹੈ। ਬਿਲਕੁਲ। ਤੇ ਇਦਾਂ ਦੀ ਖੂਬਸੂਰਤੀ ਉਹਦੀ ਹੋਣੀ ਵੀ ਚਾਹੀਦੀ ਸੀਗੀ। ਤੇ ਬੀਜੇਪੀ ਨੇ ਵੀ ਕਾਫੀ ਪਹਿਲਾਂ ਜਦੋਂ ਮੈਂ ਦੇਖਿਆ ਸੀਗਾ ਉੱਥੇ ਉਹ ਇੱਕ ਪੁਲ ਬਣਾਇਆ ਸੀਗਾ ਆਪਣੇ ਰੇਲਵੇ ਲਾਈਨ ਦੇ ਉੱਪਰ, ਸੈਂਟਰ ਪੁਆਇੰਟ। ਹਾਂ, ਸੈਂਟਰ ਉਹ ਪੁਲ ਪੁਆਇੰਟ ਜਿਹੜਾ ਹੈਗਾ ਉਹ ਸਾਰੀ ਉਮਰ ਯਾਦ ਰਹੂਗਾ ਲੋਕਾਂ ਨੇ ਜਿਹੜਾ ਬਣਾਇਆ ਹੋਇਆ। ਨਾ ਤਾਂ ਉੱਥੋਂ ਗੱਡੀਆਂ ਲੰਘ ਸਕਦੀਆਂ, ਨਾ ਆ ਸਕਦੀਆਂ, ਨਾ ਜਾ ਸਕਦੀਆਂ। ਪਰ ਆਹ ਕਾਂਗਰਸ ਨੇ ਜਿਹੜਾ ਆਹ ਚੀਜ਼ ਕੀਤੀ ਹੈਗੀ, ਆਹ ਬਹੁਤ ਵਧੀਆ ਕੀਤਾ ਹੈਗਾ। ਬਹੁਤ ਖੂਬਸੂਰਤ ਹੈ, ਇਹ 'ਚ ਕੋਈ ਦੁਰਾਏ ਨਹੀਂ ਕਿਸੇ ਤਰ੍ਹਾਂ ਦੀ ਵੀ। ਬਹੁਤ ਖੂਬਸੂਰਤ ਹੁਣ, ਬਹੁਤ ਸੋਹਣੀ ਦਿੱਖ ਲੈ ਗਿਆ ਰਾਜਪੁਰਾ। ਜੀ 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 ਜੀ। ਸੋ ਅਲੀ ਰਾਜਪੁਰਾ ਜੀ, ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਸਾਡੇ ਜੀਕੇ ਮੀਡੀਆ ਦੇ ਵਿੱਚ, ਔਰ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਜੀ ਤੁਹਾਡੇ ਨਾਲ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ, ਕਿਉਂਕਿ ਦਰਸ਼ਕਾਂ ਨਾਲ ਸਾਂਝਾ ਕਰ ਲਈਏ ਆਪਾਂ, ਕਿ ਤੁਸੀਂ ਜਿਹੜਾ ਪ੍ਰੋਪਰ ਜਿਹੜਾ ਹੈਗਾ ਉਹ ਕਿੱਥੋਂ ਬਿਲੋਂਗ ਕਰਦੇ ਹੋ, ਔਰ ਤੁਹਾਡਾ ਜਨਮ ਕਿੱਥੇ ਹੋਇਆ, ਔਰ ਕਦੋਂ ਤੁਹਾਡੀ ਮਤਲਬ ਜਿਹੜੀ ਇਹ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਕਿੱਦਾਂ ਹੋਈ, ਇਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ। ਅਸਲ ਜਿਹੜਾ ਮੇਰਾ ਜਨਮ ਹੈ ਉਹ ਅੱਜ ਕੱਲ ਤਾਂ ਚਲੋ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਆ ਗਿਆ। ਤੁਸੀਂ ਸੁਣਿਆ ਹੋਊਗਾ ਨੱਤਿਆ ਪਿੰਡ, ਜਿਹਨੂੰ ਕਿ ਜੀ ਜੀ ਗੁਰਦਿੱਤਪੁਰਾ ਕਰਕੇ ਵੀ ਲੋਕ ਜਾਣਦੇ ਆ ਜੀ। ਪਿੰਡ ਮੇਰਾ ਜਨਮ ਹੋਇਆ ਤੇ ਅੱਜ ਕਈ ਡਿਸਟ੍ਰਿਕਟ ਦੇ ਵਿੱਚ ਉਹ ਵਾਲਾ ਡਿਸਟ੍ਰਿਕਟ ਜੀ, ਤੇ ਇੱਥੇ ਹੀ ਮੇਰਾ ਬਚਪਨ ਬੀਤਿਆ ਜੀ। ਇੱਥੋਂ ਹੀ ਸ਼ੁਰੂਆਤ ਹੋਈ ਹਨਾ। ਇਸ ਤਰ੍ਹਾਂ ਦੀ ਜ਼ਿੰਦਗੀ ਸੀ ਕਿ ਬਸ ਕੁਦਰਤੀ ਜਿਹੜੀਆਂ ਚੀਜ਼ਾਂ ਤੁਹਾਨੂੰ ਨਸੀਬ ਹੋਣੀਆਂ ਹੁੰਦੀਆਂ, ਤੇ ਜਿਹੜਾ ਲੇਖਕ ਵਾਲੇ ਪਾਸੇ ਵਧਣਾ ਜਾਂ ਹੋਰ ਪਾਸੇ, ਇਹ ਚੀਜ਼ ਦਾ ਮੈਨੂੰ ਲੱਗਦਾ ਕਿ ਇੱਕ ਲੇਖਕ ਜਿਹੜਾ ਹੁੰਦਾ ਉਹਨੂੰ ਕੁਦਰਤ ਸਾਜਦੀ ਆ ਜੀ, ਪਰ ਉਹਨੂੰ ਜਿਹੜਾ ਤਰਾਸ਼ਦਾ ਉਹ ਸਮਾਜ, ਵਕਤ ਤੇ ਹਾਲਾਤ ਤਰਾਸ਼ਦੇ ਆ ਉਸ ਚੀਜ਼ ਨੂੰ। ਸੋ ਮੈਂ ਵੀ ਉਸੇ ਹਾਲਾਤ ਦੇ ਵਿੱਚ, ਉਸ ਵਕਤ ਦੇ ਵਿੱਚ ਤਰਾਸ਼ਿਆ ਗਿਆ। ਅਜੇ ਬਹੁਤ ਕੁਛ ਪਿਆ ਕਰਨ ਵਾਲਾ ਜੀ ਹਨਾ। ਜ਼ਿੰਦਗੀ ਤਾਂ ਸ਼ੁਰੂਆਤ ਹੈ। ਮੈਂ ਅਕਸਰ ਕਹਿਣਾ ਹੁੰਦਾ ਗੱਲ ਕਿ ਤੁਰਨਾ ਜ਼ਿੰਦਗੀ ਆ, ਖੜੇ ਤਾਂ ਪਾਣੀ ਵੀ ਆਪਦਾ ਸੁਭਾਅ ਬਦਲ ਜਾਂਦੇ ਆ, ਆਪਦੀ ਜਿਹੜੀ ਹੋਂਦ ਹੈ ਉਹ ਬਦਲ ਜਾਂਦੇ ਆ ਹਨਾ, ਪੁੱਸ ਜਾਂਦੇ ਆ ਕਹਿ ਸਕਦੇ ਆ। ਜਿਵੇਂ ਇਸ ਤਰ੍ਹਾਂ ਦੀ ਸ਼ੁਰੂਆਤ, ਇਸ ਤਰ੍ਹਾਂ ਦੇ ਜਿਹੜੀ ਮਿੱਟੀ ਨਾਲ ਜੁੜਿਆ ਹੋਇਆ ਜੀ। ਬਿਲਕੁਲ 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 ਬਿਲਕੁਲ। ਸੋ ਅਲੀ ਰਾਜਪੁਰਾ ਜੀ, ਦੇਖੋ ਜੀ, ਮੈਂ ਤੁਹਾਡੇ ਬਾਰੇ ਜੋ ਸੁਣਿਆ ਜਾਂ ਦੇਖਿਆ, ਬੜੇ ਹੀ ਇੱਕ ਐਸੇ ਦੌਰ ਦੇ ਵਿੱਚੋਂ ਤੁਸੀਂ ਗੁਜ਼ਰੇ ਹੋ, ਮਤਲਬ ਗਾਉਣ ਦਾ ਸ਼ੌਂਕ ਰੱਖਣ ਵਾਲਾ ਮੁੰਡਾ, ਔਰ ਅੱਜ ਲਿਖਾਰੀ ਬਣ ਗਿਆ, ਔਰ ਇੱਕ 50 ਰੁਪਏ ਤੋਂ ਸਫ਼ਰ ਕਰਕੇ ਸ਼ੁਰੂ, ਔਰ ਅੱਜ ਦੇ ਜਿਹੜੇ ਮੌਜੂਦਾ ਹਾਲਾਤ ਹੈ ਔਰ ਬਹੁਤ ਵਧੀਆ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ। ਔਰ ਜਿਵੇਂ ਮੈਂ ਕਹਾਂ ਕਿ ਅਰਸ਼ ਤੋਂ ਫਰਸ਼, ਫਰਸ਼ ਤੋਂ ਅਰਸ਼ ਤੇ ਮਤਲਬ ਪਹੁੰਚਣਾ, ਜਾਂ ਉਹ ਚੀਜ਼ਾਂ ਦੀ ਇੱਕ ਮੁਕਾਮ ਤੁਸੀਂ ਹਾਸਲ ਕੀਤਾ ਹੈਗਾ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਕਿਵੇਂ ਹੋਇਆ, ਔਰ ਇਹਦੇ ਬਾਰੇ ਥੋੜਾ ਜਿਹਾ ਜਿੱਦਾਂ ਖਾਸ ਕਰਕੇ ਮੈਂ ਕਈ ਵੀਡੀਓਜ਼ ਵਗੈਰਾ ਤੁਹਾਡੀਆਂ ਦੇਖੀਆਂ, ਉਹਦੇ ਜ਼ਿਕਰ ਹੋਇਆ ਵੀ ਤੁਸੀਂ 50 ਰੁਪਏ ਤੋਂ ਸਫ਼ਰ ਸ਼ੁਰੂ ਕੀਤਾ। ਥੋੜਾ ਜਿਹਾ ਆਪਣੀ ਜ਼ਬਾਨੀ ਦੱਸੋ। ਅਸਲ ਸਭ ਤੋਂ ਗੁਰੂ ਸਾਹਿਬ ਦਾ, ਉਸ ਸੱਚੇ ਪਾਤਸ਼ਾਹ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ, ਕਿਉਂਕਿ ਸੁਪਨਾ ਹਰ ਇੱਕ ਇਨਸਾਨ ਦਾ ਹੁੰਦਾ ਕਿ ਮੈਂ ਤੁਰਾਂ ਤੇ ਸਫਲ ਹੋਵਾਂ ਜੀ। ਤੇ ਉਹਦੇ ਵਿੱਚ ਬਹੁਤ ਘੱਟ ਗਿਣਤੀ ਲੋਕ ਨੇ, ਮਿਹਨਤਕਸ਼ ਲੋਕ ਹੀ ਮੈਨੂੰ ਲੱਗਦਾ ਕਿ ਮੁਰੇ ਆਉਂਦੇ ਆ, ਕਿਉਂਕਿ ਜਦੋਂ ਬੰਦਾ ਸਫਲ ਹੋਇਆ ਹੁੰਦਾ ਉਹਨੂੰ ਦੁਨੀਆ ਦੇਖ ਰਹੀ ਹੁੰਦੀ ਆ, ਉਸ ਬੰਦੇ ਨੂੰ ਫੋਲੋ ਕਰਦੇ ਹੁੰਦੇ ਆ ਲੋਕ, ਪਰ ਉਹਦੇ ਪਿੱਛੇ ਉਹਦਾ ਕੀ ਸੰਘਰਸ਼ ਆ, ਉਹਦੀ ਕੀ ਘਾਲਣਾ ਆ, ਇਸ ਚੀਜ਼ ਬਾਰੇ ਬਹੁਤ ਘੱਟ ਲੋਕ ਜਾਣੂ ਹੁੰਦੇ ਆ ਜੀ। ਕਿਉਂਕਿ ਜੇਕਰ ਤੁਸੀਂ ਮੇਰੀ ਜ਼ਿੰਦਗੀ ਦੀ ਗੱਲ ਕਰਦੇ ਹੋ, ਸਾਡੇ ਪਰਿਵਾਰ ਦੇ ਵਿੱਚ, ਚਾਹੇ ਮੇਰੇ ਦਾਦਕੇ ਪਰਿਵਾਰ ਦੀ ਗੱਲ ਕਰ ਲਓ, ਚਾਹੇ ਮੇਰੇ ਨਾਨਕੇ ਪਰਿਵਾਰ ਦੀ ਗੱਲ ਕਰ ਲਓ, ਸਾਡੇ ਨੇੜੇ ਤੇੜੇ ਦੀ ਗੱਲ ਕਰ ਲਓ, ਰਿਸ਼ਤੇਦਾਰੀਆਂ ਦੇ ਵਿੱਚ ਜੀ ਕੋਈ ਵੀ ਸ਼ਖਸ ਏਦਾਂ ਦਾ ਨਹੀਂ ਸੀ ਕਿਹੜਾ ਕਿ ਸਾਹਿਤ ਨਾਲ, ਸੰਗੀਤ ਨਾਲ ਜੁੜਿਆ ਹੋਵੇ ਜੀ। ਤੇ ਮੇਰੇ ਸਿਰ ਤੇ ਇਸ ਚੀਜ਼ ਦਾ ਜਨੂਨ ਸੀ ਕਿ ਜ਼ਿੰਦਗੀ ਦੇ ਵਿੱਚ ਆਪਦਾ ਕਿਤੇ ਨਾ ਕਿਤੇ ਨਾਂ ਬਣਾਉਣਾ, ਆਪਦੇ ਆਪ ਨੂੰ ਖੜਿਆ ਦੇਖਣਾ ਚਾਹੁੰਦਾ, ਜਿਹਦੇ ਵਿੱਚ ਸਾਡੀ, ਮੇਰੇ ਮਾਂ ਪਿਓ ਦੀਆਂ ਬਹੁਤ ਇੱਛਾਵਾਂ ਸੀ। ਚਲੋ ਸ਼ੁਰੂਆਤੀ ਦੌਰ ਦੇ ਵਿੱਚ, ਕਿਉਂਕਿ ਅਕਸਰ ਜਿਵੇਂ ਅਖਬਾਰਾਂ 'ਚ ਪੜ੍ਹਦੇ ਆਏ ਆ, ਜਦੋਂ ਮੈਂ ਉੱਭਰਿਆ ਤੁਰਿਆ ਤਾਂ ਹਨਾ, ਬਜ਼ੁਰਗਾਂ ਨੂੰ, ਮਾਤਾ ਪਿਤਾ ਨੂੰ ਲੋਕਾਂ ਨੇ ਕਿਹਾ ਕਿ ਲੇਖਕਾਂ ਦਾ ਜਿਹੜਾ ਭਵਿੱਖ ਹੁੰਦਾ ਬਹੁਤ ਧੁੰਦਲਾਇਆ ਹੁੰਦਾ, ਇਹਨਾਂ ਦੀ ਆਰਥਿਕ ਤੰਗੀਆਂ ਹੀ ਨਹੀਂ ਪੂਰੀਆਂ ਹੁੰਦੀਆਂ ਜ਼ਿੰਦਗੀ ਦੇ ਵਿੱਚ, ਤੇ ਬਹੁਤ ਕੁਛ ਮਤਲਬ ਗਰੀਬੀ ਦੇ ਵਿੱਚ ਦੀ ਗੁਜ਼ਰਦਾ ਜੀ। ਸੋ ਮੇਰੇ ਲਈ ਇਹ ਬਹੁਤ ਖੁਸ਼ਨਸੀਬੀ ਸੀ। ਤੁਸੀਂ ਸ਼ਾਇਦ, ਤੁਹਾਨੂੰ ਵੀ ਇਸ ਗੱਲ ਤੇ ਮਾਣ ਹੋਊਗਾ ਕਿ ਅਕਸਰ ਲੇਖਕ ਦਾ ਜਿਹੜਾ ਜ਼ਿੰਦਗੀ ਦਾ ਵਕਤ ਹੈ ਜਿਹੜਾ, ਉਹਨੂੰ ਬਹੁਤ ਇਸ ਕਰਕੇ ਮਾੜਾ ਮੰਨਿਆ ਗਿਆ ਕਿਉਂਕਿ ਲੇਖ ਘਰ ਫੂਕ ਕੇ ਤਮਾਸ਼ਾ ਦੇਖਦਾ। ਸਹੀ ਹੈ। ਤੇ ਮੈਂ ਪੰਜਾਬੀ ਦੇ ਵਿੱਚ ਪਹਿਲਾ ਬੰਦਾ ਆ, ਟੱਚਵੁੱਡ, ਪ੍ਰਮਾਤਮਾ ਤੋਂ, ਸੱਚੇ ਰੱਬ ਦਾਤੇ ਤੋਂ ਡਰ ਕੇ ਕਹਿਣਾ, ਕਿ ਜਿਸ ਬੰਦੇ ਨੇ ਲਿਖਣ ਦੇ ਇੱਕ ਇੱਕ ਸ਼ਬਦ ਦਾ ਆਪਦਾ ਮਿਹਨਤਾਨਾ ਵਸੂਲਿਆ ਜੀ।
ਕਿਉਂਕਿ ਲੇਖਕ ਸ਼ੌਂਕ ਤੁਹਾਡਾ ਜਿਹੜਾ ਹੁੰਦਾ, ਮੈਨੂੰ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੀ ਗੱਲ ਨਹੀਂ ਕਦੇ ਭੁੱਲਦੀ। ਉਹ ਅਕਸਰ ਕਹਿੰਦੇ ਹੁੰਦੇ ਸੀ ਜਦੋਂ ਉਹਨਾਂ ਕੋਲੇ ਮੈਂ ਗਿਆ ਕਿ ਅਲੀ, ਜਿਹੜਾ ਸ਼ੌਂਕ ਹੁੰਦਾ ਉਸ ਸ਼ੌਂਕ ਨੂੰ ਤੁਹਾਡੇ ਨੂੰ ਵਕਤ ਤੇ ਹਾਲਾਤ, ਕਬੀਲਦਾਰੀ ਬਹੁਤ ਬੁਰੀ ਤਰ੍ਹਾਂ ਮੰਧੋੜ ਦਿੰਦੀ ਹੈ। ਜੀ ਜੀ। ਸੋ ਇਸ ਕਰਕੇ ਤੁਹਾਨੂੰ ਲੋੜ ਆ ਆਪਦਾ ਮੁੱਲ ਪਵਾਉਣ ਦੀ, ਜੀ, ਆਪਦੇ ਆਪ ਨੂੰ ਉਸ ਕਾਬਲ ਬਣਾਉਣ ਦੀ। ਤੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਤਾਂ ਹੀ ਹਾਸਲ ਹੋ ਸਕਣਗੀਆਂ ਜੇਕਰ ਤੁਸੀਂ ਖੁਦ ਮਿਹਨਤਕਸ਼ ਹੋ, ਮਿਹਨਤੀ ਹੋ, ਜਨੂਨੀ ਹੋ। ਜੀ ਜੀ। ਕਿਉਂਕਿ ਨਹੀਂ ਬੰਦਾ ਸੋਚਦਾ ਕੁਛ ਕਰਨ ਲਈ ਆ ਤੇ ਰਾਹਾਂ 'ਚ ਭਟਕ ਜਾਂਦੇ ਆ, ਰਾਹਾਂ 'ਚ ਰੁਲ ਜਾਂਦੇ ਆ, ਵਕਤ ਰੋਲ ਦਿੰਦਾ। ਪਰ ਜਦੋਂ ਤੁਹਾਡੇ ਨਰਿੰਦਰ ਕਪੂਰ ਸਾਹਿਬ ਲਿਖਦੇ ਇੱਕ ਕਿਤਾਬ ਦੇ ਵਿੱਚ ਕਿ ਜ਼ਿੰਦਗੀ ਦੇ ਵਿੱਚ ਬੰਦੇ ਦਾ ਨਿਸ਼ਾਨਾ ਬਹੁਤ ਦੂਰ ਤੇ ਉੱਚਾ ਮਿੱਥਿਆ ਹੋਣਾ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਕਾਰਨ ਕੀ ਹੈ ਕਿ ਜਦੋਂ ਤੁਸੀਂ ਉਸ ਨਿਸ਼ਾਨੇ ਦਾ ਤੇਜ਼ੀ ਦੇ ਨਾਲ, ਇਮਾਨਦਾਰੀ ਦੇ ਨਾਲ ਪਿੱਛਾ ਕਰੋਗੇ, ਰੱਬ ਨਾ ਕਰੇ ਕਿ ਤੁਸੀਂ ਉਸ ਨਿਸ਼ਾਨੇ ਦੇ ਉੱਤੇ ਪਹੁੰਚ ਨਹੀਂ ਪਾਉਂਦੇ, ਤਾਂ ਤੁਸੀਂ ਹਾਰੇ ਹੋਏ ਮਹਿਸੂਸ ਨਹੀਂ ਕਰੋਗੇ, ਟੁੱਟੇ ਹੋਏ ਮਹਿਸੂਸ ਨਹੀਂ ਕਰੋਗੇ। ਤੁਸੀਂ ਆਮ ਸਮਾਜ ਤੋਂ, ਆਪਦੇ ਆਲੇ ਦੁਆਲੇ ਤੋਂ ਬਹੁਤ ਅੱਗੇ ਖੜੇ ਮਹਿਸੂਸ ਕਰੋਗੇ। ਉਹੀ ਤੁਹਾਡੀ ਕਾਮਯਾਬੀ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਜਿਸ ਬੰਦੇ ਦੇ ਜਿਉਣ ਦਾ, ਜਿਸ ਬੰਦੇ ਦੇ ਚੱਲਣ ਦਾ ਕੋਈ ਟੀਚਾ ਨਹੀਂ, ਨਿਸ਼ਾਨਾ ਨਹੀਂ ਜ਼ਿੰਦਗੀ ਦਾ, ਉਹ ਬੰਦੇ ਕਾਮਯਾਬੀ ਨਹੀਂ ਹਾਸਲ ਕਰ ਸਕਦੇ। ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਕਿ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ, ਮੰਜ਼ਿਲਾਂ ਤੇ ਪਹੁੰਚਣ ਦੇ ਲਈ ਤੁਹਾਡਾ ਨਿਸ਼ਾਨਾ ਮਿੱਥਿਆ ਹੋਣਾ ਬਹੁਤ ਜ਼ਰੂਰੀ ਹੈ। ਜੀ 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 ਜੀ, ਬਿਲਕੁਲ ਸਹੀ ਗੱਲ ਹੈ ਜੀ। ਤੇ ਤੁਸੀਂ ਗੱਲ ਕੀਤੀ ਹੈ ਜਿਵੇਂ ਜੱਸੋਵਾਲ ਸਾਹਿਬ ਦੀ, ਬੜੇ ਇੱਕ ਅੱਛੇ ਇਨਸਾਨ ਆ ਜਿਨ੍ਹਾਂ ਦਾ ਤੁਸੀਂ ਵਾਰ-ਵਾਰ ਜ਼ਿਕਰ ਕਰਦੇ ਹੋ। ਤਾਂ ਇਹ ਜਿਹੜਾ ਮਤਲਬ ਤੁਸੀਂ ਇਹਨਾਂ ਨੂੰ ਕਿੱਦਾਂ ਮਿਲਣਾ ਹੋਇਆ, ਜਾਂ ਇਹਨਾਂ ਦੇ ਵਿਚਾਰ ਕਿਵੇਂ ਤੁਹਾਡੇ ਆਇਆ ਦਿਮਾਗ ਦੇ ਵਿੱਚ? ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਸੀ, ਤੁਸੀਂ ਇੱਕ ਮਤਲਬ ਗਰੀਬੀ ਦਾਅਵੇ ਤੋਂ ਨਿਕਲ ਕੇ। ਜੀ ਜੀ। ਉਹਦੇ ਵਿੱਚ ਹੁਣ ਤੁਸੀਂ ਗੱਲ ਛੇੜੀ ਲਈ, ਮੈਂ ਚਾਹੁੰਦਾ ਸੀ ਕਿ ਉਸ ਗੱਲ ਅੱਜ ਨਾ ਛੇੜੀ ਜਾਵੇ। ਉਹ ਗੱਲ ਮੈਂ ਹੁਣ ਖੁੱਲ ਕੇ ਕਰ ਦਿੰਦਾ ਤੁਹਾਡੇ ਨਾਲ। ਨਹੀਂ ਕਰੋ। ਕਿਉਂਕਿ ਅਸਲ ਦੇ ਵਿੱਚ ਕੀ ਕਾਰਨ ਸੀਗਾ, ਮੇਰੇ ਜਦੋਂ ਮੈਟ੍ਰਿਕ ਕਰਕੇ ਹਟਿਆ, ਮੇਰੇ ਫਾਦਰ ਸਾਹਿਬ ਨੇ ਮੈਨੂੰ ਦੁਕਾਨ ਤੇ ਕੰਮ ਕਰਨ ਲਈ ਲਾ ਲਿਆ। ਜੀ। ਕੰਮ ਕਰਨ ਲਈ ਲਾ ਲਿਆ ਤਾਂ ਉੱਥੇ ਕੀ ਕਾਰਨ ਹੋਇਆ, ਉਹ ਸੇਠ ਕੋਲੇ, ਜਿਹੜੇ ਕੋਲੇ ਮੈਂ ਕੰਮ ਕਰਦਾ ਸੀ, ਕਿਉਂਕਿ ਹਰੇਕ ਬੰਦੇ ਦੀ ਆਪੋ ਆਪਣੀ ਮੱਤ ਹੁੰਦੀ ਆ, ਆਪੋ ਆਪਣਾ ਨਜ਼ਰੀਆ ਹੁੰਦਾ। ਮੇਰਾ ਨਜ਼ਰੀਆ ਇਹ ਸੀ ਕਿ ਮੈਂ ਕਿਤੇ ਨਾ ਕਿਤੇ ਪਹੁੰਚਣਾ, ਮੈਂ ਲੇਖਕ ਬਣਨਾ, ਸਫਲ ਹੋਣਾ। ਤੇ ਉਹ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਕਿੱਤਾ ਹੈਗਾ ਲੇਖਕਾਂ ਦਾ, ਕੋਈ ਵਧੀਆ ਨਹੀਂ ਹੈਗਾ, ਇੰਨਾ ਚੰਗਾ ਨਹੀਂ ਹੈਗਾ, ਤੂੰ ਆਪਦਾ ਚੁੱਪ ਕਰਕੇ ਕਾਰੋਬਾਰ ਕਰ, ਕੰਮ ਧੰਦਾ ਕਰ, ਪੜ੍ਹਾਈ ਲਿਖਾਈ ਕਰਕੇ ਕਿਹੜਾ ਨੌਕਰੀ ਬਣਨੀ ਹੈ। ਕਿਉਂਕਿ ਮੇਰੇ ਤੋਂ ਵੱਡੇ ਭਾਈ ਸਾਹਿਬ ਮੇਰੇ ਪੜ੍ਹ ਹਟੇ ਸੀ, ITI ਕਰੀ ਫਿਰਦੇ ਸੀ, ਉਹ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਸੀ। ਤਾਂ ਉਹ ਜਿਹੜੀਆਂ ਚੀਜ਼ਾਂ ਸੀ, ਉਹ ਜਿਹੜੇ ਸਵਾਲ ਸੀ ਮੇਰੇ ਲਈ ਮਤਲਬ ਵੱਡੇ ਸੀ। ਉਹਨਾਂ ਨੂੰ ਹੱਲ ਕਰਨ ਦੇ ਲਈ ਜਾਂ ਤਾਂ ਮੈਨੂੰ ਸਫਲਤਾ ਚਾਹੀਦੀ ਸੀ, ਹਾਸਲ ਹੋਣੀ ਜ਼ਰੂਰੀ ਸੀ ਮੇਰੇ ਲਈ, ਜਾਂ ਫਿਰ ਪਿਤਾ ਦੇ ਪਾਏ ਪੂਰਨੇ ਤੇ ਪਿਤਾ ਦੀ ਖਿੱਚੀ ਲਕੀਰ ਤੇ ਤੁਰਨਾ ਮੇਰੇ ਲਈ ਜ਼ਰੂਰੀ ਸੀ। ਜਿਹੜੇ ਸੇਠ ਕੋਲੇ ਮੈਂ ਕੰਮ ਕਰਦਾ ਸੀ, ਉੱਥੇ 400 ਰੁਪਇਆ ਮੈਨੂੰ ਮਿਲਦਾ ਸੀਗਾ। ਤੇ ਜਦੋਂ ਮੈਂ ਉਸ ਚਾਰ ਦੀਵਾਰੀ ਦੇ ਵਿੱਚ ਲਗਾਤਾਰ ਕੰਮ ਕੀਤਾ, 9 ਮਹੀਨੇ ਦੇ ਕਰੀਬ ਮੈਂ ਕੰਮ ਕਰਿਆ। ਤਾਂ ਉੱਥੇ ਜਦੋਂ ਮੈਂ ਸੇਠ ਕੋਲੇ, ਮੈਨੂੰ ਕੀ ਆਦਤ ਕੀ ਸੀ, ਉਹੀ ਲਿਖਣ ਪੜ੍ਹਨ ਦਾ ਚਸਕਾ ਸੀਗਾ ਜ਼ਿਆਦਾ। ਉੱਥੇ ਅਖਬਾਰ 'ਚ ਕੋਈ ਚੀਜ਼ ਪਾ ਕੇ ਦੇਣੀ ਆ, ਉਹ ਜਦੋਂ ਕੋਈ ਚੰਗੀ ਚੀਜ਼ ਲੱਗਣੀ, ਹੁਣ ਮੰਨ ਲਓ ਜਦੋਂ ਬਾਟੇ ਦੇ ਵਿੱਚ ਤੋਲਣ ਲਈ ਸਮਾਨ ਪਾ ਲਿਆ, ਠੀਕ ਹੈ ਜੀ, ਉਹ ਸਮਾਨ ਵਿੱਚ ਆ, ਅਖਬਾਰ ਤੇ ਜਦੋਂ ਪਾਉਣ ਲਈ ਉਹ ਸਮਾਨ ਨੂੰ, ਜਿਵੇਂ ਨਮਕੀਨ ਹੋ ਗਈ, ਕੋਈ ਚੀਜ਼ ਹੋਰ ਹੋ ਗਈ, ਜਦੋਂ ਪਾਉਣ ਲਈ ਬਾਟਾ ਚੱਕਣਾ, ਉਹ ਦੇਖੋ ਕਿੱਦਾਂ ਦਾ ਨਜ਼ਾਰਾ ਹੋਊਗਾ। ਮੈਂ ਇੱਕ ਹੱਥ ਬਾਟਾ, ਦੂਜੇ ਹੱਥ ਅਖਬਾਰ ਫੜਿਆ ਹੋਇਆ, ਉਹ ਅਖਬਾਰ ਨੂੰ ਪੜ੍ਹਨ ਡੈ ਪਿਆ, ਬਾਟਾ ਹੱਥ 'ਚ ਓਦਾਂ ਹੀ। ਉਹ ਮੈਨੂੰ ਕਹਿੰਦਾ ਤੂੰ ਸ਼ਦਾਈ ਹੋ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਾਰੀ ਘਟੀਆਂ। ਇੱਕ ਵਾਰੀ ਇਸ ਤਰ੍ਹਾਂ ਦੀ ਘਟਨਾ ਵੀ ਘਟੀ, ਹਾਸੇ ਵਾਲੀ ਗੱਲ ਹੈ। ਉਹ ਮੈਂ ਮਿਰਚਾਂ ਦੇਣੀਆਂ ਸੀਗੀਆਂ, ਉਹ ਮੈਂ ਐ ਮਿਰਚਾਂ ਹੱਥ ਤੇ ਰੱਖੀਆਂ ਹੋਈਆਂ। ਜਦੋਂ ਮੈਂ ਅਖਬਾਰ ਪੜ੍ਹਦਾ ਸੀਗਾ, ਇੰਨੇ ਨੂੰ ਲਾਈਟ ਗਈ ਹੋਈ ਸੀਗੀ, ਲਾਈਟ ਆ ਗਈ, ਇੱਕਦਮ ਲਾਈਟ ਆ ਗਈ। ਉਹ ਲਾਈਟ ਜਦੋਂ ਆਈ, ਪੱਖਾ ਚੱਲਿਆ, ਪੱਖਾ ਚਲੋ, ਮਿਰਚਾਂ ਉੱਡ ਕੇ ਅੱਖਾਂ 'ਚ ਪੈ ਗਿਆ, ਮੇਰੇ ਵੀ, ਸੇਠ ਦੇ ਵੀ। ਸੋ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਘਟੀਆਂ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇੱਥੋਂ ਮੈਨੂੰ ਲੱਗਿਆ ਕਿ ਉਹਦੀ ਨਿੱਤ ਦੀ ਝਿੜਕ ਜਿਹੜੀ ਸੀਗੀ, ਮੈਨੂੰ ਨਿੱਤ ਦਾ ਜਿਹੜਾ, ਮੈਨੂੰ ਕਿਤੇ ਮੈਂ ਸਾਹਿਤ ਸਭਾ ਦੇ ਵਿੱਚ ਜਾਣਾ, ਕਿਸੇ ਲੇਖਕ ਨੂੰ ਮਿਲਣ ਜਾਣਾ, ਉਹਨੇ ਮੈਨੂੰ ਇੱਕੋ ਗੱਲ ਕਹਿਣੀ, ਜਦੋਂ ਮੁੜ ਵਾਪਸੀ ਉਹਦੇ ਕੋਲੇ ਮੈਂ ਕਰਨੀ, ਆਉਣਾ ਉਹਦੇ ਕੋਲੇ, ਉਹਨੇ ਮੈਨੂੰ ਆਉਂਦੇ ਨੂੰ ਪਹਿਲਾਂ ਤਾਂ ਜਾਣ ਪਿੱਛੇ ਚਿੜਚਿੜ ਕਰਨਾ। ਉਹਨੇ ਕਿਹਾ ਤੂੰ ਨਿੱਤ ਤੁਰਿਆ ਰਹਿਣਾ, ਨਿੱਤ ਐਂ ਕਰਦਾ, ਮੈਂ ਤੇਰੇ ਬਾਪੂ ਨੂੰ ਦੱਸੂ। ਹੁਣ ਬਾਪੂ ਦਾ ਡਰ, ਬਾਪੂ ਦਾ ਖੁੰਡਾ ਦਿੰਦਾ ਸੀਗਾ, ਉਦੋਂ ਡਰ ਲੱਗਦਾ ਸੀ ਬਹੁਤ ਜ਼ਿਆਦਾ, ਹਨਾ। ਚਲੋ ਮਾਂ ਬਾਪ ਆਪਦੀ ਥਾਂ ਬਿਲਕੁਲ ਸਹੀ ਸੀ, ਮੈਂ ਗਲਤ ਸੀ, ਕਿਉਂਕਿ ਉਹ ਡਰਦੇ ਸੀ। ਕਿਉਂਕਿ ਹਰੇਕ ਮਾਂ ਬਾਪ ਚਾਹੁੰਦਾ ਕਿ ਮੇਰਾ ਬੱਚਾ ਸਫਲ ਹੋਵੇ, ਕਾਮਯਾਬ ਹੋਵੇ। ਉਹ ਆਪਦੀ ਥਾਂ ਬਿਲਕੁਲ ਠੀਕ ਸੀ,
ਕਿਉਂਕਿ ਬਹੁਤ ਵੱਡਾ ਰਿਸਕ ਸੀ ਮੇਰੇ ਲਈ ਉਹ। ਜੀ ਜਦੋਂ ਆਣਾ ਜਾਣਾ, ਉਹਨੇ ਮੈਨੂੰ ਆਏ ਨੂੰ ਪੁੱਛਣਾ ਕਿੰਨੇ ਪੈਸੇ ਮਿਲੇ ਆ, ਕੀ ਦਿੱਤਾ ਉਹਨੇ ਤੈਨੂੰ, ਮੇਰੇ ਕੋਲ ਇਹ ਜਵਾਬ ਨਾ ਉਹਦੀ ਗੱਲ ਦਾ ਹੋਣਾ। ਜਿਹੜੀਆਂ ਆਹ ਚੀਜ਼ਾਂ ਸੀ, ਇਹ ਚਾਹੇ ਤਾਂ ਇਹ ਕਹਿ ਲਓ ਕਿ ਮੇਰੀ ਸੰਘਰਸ਼ ਦੇ ਵਿੱਚ ਜਾਂ ਮੇਰੇ ਜਨੂਨੀ ਬਣਾਉਣ ਦੇ ਵਿੱਚ ਕਾਰਗਰ ਸਿੱਧ ਹੋਈਆਂ, ਜਾਂ ਇਹ ਕਹਿ ਲਓ ਕਿ ਇਹਨਾਂ ਚੀਜ਼ਾਂ ਦੀ ਨਿੱਤ ਦੀ ਜਿਹੜੀ ਨੋਕਾ ਚੋਕੀ ਸੀਗੀ, ਨਿੱਤ ਦੀ ਜਿਹੜੀ ਖਿੱਚ ਧੂ ਸੀ, ਉਸ ਚੀਜ਼ ਨੇ ਮੈਨੂੰ ਪੈਰ ਪੱਟਣ ਲਈ ਮਜਬੂਰ ਕਰਤਾ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੇ ਨਾਲ ਮੇਰੀ ਖਤੋ ਖਿਤਾਬਤ ਸੀ ਜੀ। ਬੜਾ ਸੁਣਿਆ ਸੀ ਮੈਂ ਜੱਸੋਵਾਲ ਸਾਹਿਬ ਬਾਰੇ। ਮੈਂ ਇੱਕ ਦਿਨ ਹਰਖ ਜਾ ਕਰਕੇ ਮੈਂ ਸੇਠ ਨੂੰ ਝੂਠ ਜਾ ਬੋਲਿਆ, ਮੈਂ ਕਿਹਾ ਜੀ ਸਾਡੇ ਹੋ ਗਈ ਮਰਗ, ਮੈਨੂੰ ਨਾ 100 ਰੁਪਈਆ ਚਾਹੀਦਾ। ਉਹ ਕਹਿੰਦਾ 100 ਤਾਂ ਹੈ ਨਹੀਂ, 50 ਲੈ ਜਾ। ਮੈਂ ਕਿਹਾ ਚਲੋ 50 ਦੇ ਦਿਓ ਜੀ। ਮੈਂ ਉੱਥੋਂ 50 ਰੁਪਏ ਲਏ, ਮੈਂ ਸਿੱਧਾ ਗਗਨ ਚੌਂਕ ਗਿਆ, ਉੱਥੋਂ ਚੁੱਪ ਕਰਕੇ 16 ਰੁਪਏ ਦੀਆਂ ਮੈਂ ਰੀਟਾ ਦੀਆਂ ਚੱਪਲਾਂ ਲਈਆਂ। ਵਾਹ। ਤੇ ਰੀਟਾ ਕੰਪਨੀ ਬਹੁਤ ਮਸ਼ਹੂਰ ਸੀ ਉਹਨਾਂ ਦਿਨਾਂ ਦੇ ਵਿੱਚ। ਤੇ 34 ਰੁਪਏ ਮੇਰੇ ਲੱਗੇ ਲੁਧਿਆਣੇ ਤੱਕ। ਮੈਂ ਗੁਰਦੇਵ ਨਗਰ ਚਲਿਆ ਗਿਆ, ਅੰਸਲ ਪਲਾਜ਼ਾ ਦੇ ਮਗਰ। ਉਦੋਂ ਅੰਸਲ ਪਲਾਜ਼ਾ ਸ਼ੁਰੂਆਤ ਸੀ, ਅੰਸਲ ਪਲਾਜ਼ਾ ਦੀ ਬਣਨਾ ਸੀਗਾ। ਮੈਂ ਪਿੱਛੇ ਚਲੇ ਗਿਆ ਗੁਰਦੇਵ ਨਗਰ। ਜਦੋਂ ਮੈਂ ਗੇਟ ਖੜਕਾਇਆ, ਅੰਦਰੋਂ ਆਵਾਜ਼ ਆਈ। ਮੈਂ ਗੇਟ ਖੜਕਾਉਂਦਾ ਰਿਹਾ, ਡਰਦਾ ਸੀ, ਸਹਿਮ ਸੀ ਮੇਰੇ ਮਨ ਦੇ ਵਿੱਚ, ਯਾਰ ਮੈਂ ਪਹਿਲੀ ਵਾਰੀ ਏਦਾਂ ਦੇ ਵੱਡੇ ਬੰਦੇ ਦੇ ਘਰੇ ਜਾਣਾ ਜਿਹਦੇ ਕੋਲੇ ਬਹੁਤ ਵੱਡੇ ਵੱਡੇ ਬੰਦੇ ਆਉਂਦੇ ਹੁਣ। ਮੈਨੂੰ ਕਹਿੰਦਾ ਕਾਕਾ ਜਦੋਂ ਐਡੀ ਦੂਰੋਂ ਚੱਲ ਆਇਆ, ਅੱਗੇ ਕਿਹੜਾ ਦਰਿਆ ਵਗਦਾ, ਅੱਗੇ ਵੀ ਲੰਘਿਆ। ਜਦੋਂ ਮੈਂ ਉਹਨੇ ਆਵਾਜ਼ ਤੋਂ ਪਛਾਣ ਲਿਆ ਮੈਨੂੰ ਸ਼ਾਇਦ ਤਾਂ। ਉਹਨਾਂ ਨੇ ਜਦੋਂ ਕੋਲੇ ਬੈਠੇ, ਉਹਨਾਂ ਨੇ ਪੁੱਛਿਆ ਕਹਿੰਦਾ ਕੀ ਕਰਨਾ ਚਾਹੁੰਦਾ। ਮੈਂ ਕਿਹਾ ਜੀ ਮੈਂ ਗਾਉਣ ਵਾਲਾ ਬਣਨਾ ਚਾਹੁੰਦਾ। ਕਹਿੰਦਾ ਗਾ ਕੇ ਸੁਣਾ। ਜਦੋਂ ਉਹਨਾਂ ਨੇ ਮੇਰੀ ਆਵਾਜ਼ ਸੁਣੀ, ਕਹਿੰਦਾ ਤੇਰੀ ਆਵਾਜ਼ ਬਹੁਤ ਖੂਬਸੂਰਤ ਹੈ ਯਾਰ, ਤੈਨੂੰ ਏਦਾਂ ਕਰਦਾ, ਮੈਂ ਪਾਰਸ ਕੋਲੇ ਛੱਡਿਆ ਆਉਣਾ। ਬਾਪੂ ਪਾਰਸ ਸਾਹਿਬ ਦਾ ਨਾਮ ਸੁਣਿਆ ਹੋਇਆ ਸੀ, ਕਿਉਂਕਿ ਹੁਣ ਆਪਾਂ ਸੰਗੀਤ ਨਾਲ ਜੁੜੇ ਹੋਏ ਸੀਗੇ ਹਨਾ ਜੀ, ਉਸ ਚੀਜ਼ ਕਰਕੇ ਆਪਾਂ ਜਾਣੂ ਤਾਂ ਹੁੰਦੇ ਹੀ ਆ ਜੀ। ਕਹਿੰਦਾ ਤੇਰੀ ਆਵਾਜ਼ ਬਹੁਤ ਸੋਹਣੀ, ਤੈਨੂੰ ਕਵਿਸ਼ਰ ਬਣਾ ਦਿੰਦੇ ਆ। ਉਹਨਾਂ ਨੇ ਬਾਪੂ ਪਾਰਸ ਸਾਹਿਬ ਕੋਲੇ, ਕਰਨੈਲ ਸਿੰਘ ਪਾਰਸ ਰਾਮਲੀਆ ਸਾਹਿਬ ਕੋਲੇ ਛੱਡਿਆ ਆਉਂਦਾ। ਬਸ ਉੱਥੇ ਜਦੋਂ ਦੇਖਣਾ, ਮੈਂ ਕਲਾਕਾਰਾਂ ਦੀਆਂ ਗੱਲਾਂ ਸੁਣਨੀਆਂ, ਗਾਉਣ ਵਾਲਿਆਂ ਨੇ ਆਉਣਾ। ਜਦੋਂ ਮੈਂ ਗੱਲਾਂ ਸੁਣਨੀਆਂ, ਮੈਂ ਕਿਹਾ ਇਹ ਤਾਂ ਕੰਮ ਬਹੁਤ ਔਖਾ ਵਾ ਜੀ। ਮੇਰੇ ਕੋਲ ਤਾਂ ਕਿਰਾਏ ਜੋਗੇ ਪੈਸੇ ਸੀ, ਜੋ ਵੀ ਮੈਂ ਸੇਠ ਕੋਲੇ ਝੂਠ ਮੰਗ ਕੇ ਬੋਲ ਕੇ ਲੈ ਕੇ ਆ ਗਿਆ। ਤੇ ਇੱਥੇ ਗਾਉਣ ਵਾਲੇ ਇੰਨੇ ਪੈਸੇ ਮੈਂ ਮਿਊਜ਼ਿਕਾਂ ਤੇ ਵੀਡੀਓ ਤੇ ਕਿਵੇਂ ਲਾਊਂਗਾ ਜੀ। ਮੈਂ ਡਰ ਗਿਆ ਜੀ ਉਸ ਚੀਜ਼ ਤੋਂ। ਮੈਂ ਸੋਚਿਆ, ਮੈਂ ਕਿਹਾ ਲਿਖਣ ਵਾਲਾ ਕੰਮ ਸੌਖਾ, ਇੱਧਰ ਪੈਸੇ ਪੂਸੇ ਜੇ ਘੱਟ ਲੱਗਦੇ ਆ, ਇੰਨਾ ਕੁ ਜੁਗਾੜ ਹੋ ਜੂ ਕਿਤੋਂ ਨਾ ਕਿਤੋਂ, ਪਰ ਆਹ ਕੰਮ ਔਖਾ। ਉਹਨਾਂ ਦਿਨਾਂ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਬਹੁਤ ਆਉਣ ਜਾਣ ਸੀ ਬਾਪੂ ਪਾਰ ਸਾਹਿਬ ਕੋਲੇ, ਕਿਉਂਕਿ ਉਹ ਲੰਘਦੇ ਵੜਦੇ ਜਦੋਂ ਮੌਕੇ ਵਿੱਚ ਦੀ ਲੰਘਣਾ, ਨੇੜੇ ਤੇੜੇ ਕਿਤੇ ਆਉਣਾ ਜਾਣਾ, ਬਾਪੂ ਪਾਰ ਸਾਹਿਬ ਕੋਲੇ ਆ ਜਾਣਾ ਉਹਨਾਂ ਨੇ। ਤਾਂ ਮੈਂ ਜਿਵੇਂ ਹੁੰਦਾ ਬੰਦਾ, ਜਦੋਂ ਤੁਹਾਡੇ ਸਿਰ ਜਨੂਨ ਹੋਵੇ ਨਾ, ਤੁਹਾਨੂੰ ਰਾਹ ਨਿਕਲਣੇ ਸ਼ੁਰੂ ਹੋ ਜਾਂਦੇ ਹੁੰਦੇ ਆ ਜੀ। ਬਿਲਕੁਲ। ਮੈਂ ਉੱਥੇ ਦੇਖਿਆ ਆਉਣਾ ਜਾਣਾ, ਜਦੋਂ ਗੱਲਾਂ ਕਰਨੇ, ਚਾਹ ਪਾਣੀ ਦੇਣ ਜਾਣਾ, ਮੈਂ ਕੋਲੇ ਬਹਿ ਜਾਣਾ। ਮੈਂ ਦੇਖਣਾ ਯਾਰ ਇਹ ਕਿੱਡੀ ਵੱਡੀ ਸ਼ਖਸੀਅਤ ਹੈ ਕੁਲਦੀਪ ਮਾਨਕ ਸਾਹਿਬ, ਯਾਰ ਜੇ ਇਸ ਬੰਦੇ ਦੀ ਜ਼ਿੰਦਗੀ ਤੇ ਮੈਂ ਕਿਤਾਬ ਲਿਖਾਂ ਜੀ ਤਾਂ ਯਾਰ ਮੇਰੇ ਲਈ ਬਹੁਤ ਵੱਡੀ ਕਾਮਯਾਬੀ ਹੋ ਸਕਦੀ ਆ। ਕਿਉਂਕਿ ਕੁਲਦੀਪ ਮਾਨਕ ਸਾਹਿਬ ਦੇ ਨਾਲ ਜਿੰਨੇ ਲੋਕ ਜੁੜੇ ਹੋਏ ਨੇ ਉਹ ਕੁਦਰਤੀ ਤੌਰ ਤੇ ਇੱਕ ਯੂ ਟਰਨ ਲੈ ਕੇ ਇੱਕਦਮ ਮੇਰੇ ਨਾਲ ਜੁੜ ਸਕਦੇ ਆ। ਯਾਰ ਵੱਡਾ ਪਲੇਟਫਾਰਮ ਆ ਵੀ ਇਹ ਤੇ ਕੰਮ ਕਰਿਆ ਜਾਵੇ। ਬਹੁਤ ਵਧੀਆ। ਬਸ ਕੁਦਰਤ ਨੇ ਏਦਾਂ ਦੀ ਵਿਧੀ ਬਣਾਈ, ਮੈਂ ਉੱਥੋਂ ਚੱਲ ਕੇ ਮਾਨਕ ਸਾਹਿਬ ਕੋਲੇ ਆ ਗਿਆ। ਮਾਨਕ ਸਾਹਿਬ ਕੋਲੇ ਵੀ ਬਹੁਤ ਏਦਾਂ ਦੀਆਂ ਘਟਨਾਵਾਂ ਘਟੀਆਂ। ਜਦੋਂ ਮੈਂ ਪਹਿਲੇ ਹੱਲੇ ਆਇਆ, ਉੜ ਗਿਆ, ਦੂਜੀ ਵਾਰੀ ਆਇਆ, ਫਿਰ ਮੋੜਤਾ, ਤੀਜੀ ਵਾਰੀ ਆ ਕੇ ਖੜ ਹੀ ਗਿਆ। ਮੈਂ ਕਿਹਾ ਯਾਰ ਮੈਂ ਤਾਂ ਮਾਨਕ ਸਾਹਿਬ ਦੇ ਪੈਰ ਸਪਰਸ਼ ਕਰਨੇ, ਕਿਉਂਕਿ ਤੁਹਾਨੂੰ ਪਤਾ ਜੀ ਮਾਨਕ ਸਾਹਿਬ ਬਹੁਤ ਦਿਲ ਸੀ, ਨੇਕ ਦਿਲ ਇਨਸਾਨ ਸੀ, ਬੇਬਾਕ ਸੀ, ਸਪਸ਼ਟਵਾਦੀ ਸੀ। ਪਰ ਜਿਹੜੇ ਮੁਰਲੇ ਬੰਦੇ ਹੁੰਦੇ ਆ ਨਾ, ਜਿਹਨਾਂ ਨੂੰ ਆਪਾਂ ਚਮਚੇ ਕਹਿ ਸਕਦੇ ਹਾਂ, ਉਹ ਬਾਈ ਜੀ ਰਾਹ ਨਹੀਂ ਪਾਉਂਦੇ ਤੁਹਾਨੂੰ, ਉਹ ਤੁਹਾਨੂੰ ਨੇੜੇ ਲੱਗਣ ਹੀ ਨਹੀਂ ਦਿੰਦੇ। ਜਦੋਂ ਮੈਂ ਗਿਆ ਉੱਥੇ, ਇੱਕ ਦੋ ਵਾਰੀ ਉਹਨਾਂ ਨੇ ਮੋੜਿਆ, ਤੀਜੀ ਵਾਰੀ ਮੈਂ ਝੂਠ ਬੋਲਿਆ, ਮੈਂ ਕਿਹਾ ਮੈਂ ਤਾਂ ਮਾਨਕ ਸਾਹਿਬ ਦੇ ਪੈਰ ਸਪਰਸ਼ ਕਰਨੇ ਆ ਬਾਈ ਜੀ, ਅੱਜ ਆ ਗਿਆ, ਅੱਜ ਤੋਂ ਬਾਅਦ ਨਹੀਂ ਆਉਂਦਾ। ਏਦਾਂ ਕਹਿ ਕੇ ਅੰਦਰ ਐਂਟਰ ਤਾਂ ਮੈਂ ਹੋ ਗਿਆ। ਜਦੋਂ ਮਾਨਕ ਸਾਹਿਬ ਕੋਲੇ ਗਿਆ, ਮੈਂ ਉਹਨਾਂ ਦੇ ਪੈਰ ਫੜ ਕੇ, ਮੇਰੇ ਮੂੰਹੋਂ ਬਾਪੂ ਨਿਕਲ ਗਿਆ। ਜਦੋਂ ਕੁਦਰਤ ਨੇ ਕੋਈ ਚੀਜ਼ ਤੁਹਾਡੇ ਲਫ਼ਜ਼ ਮੂੰਹੋਂ ਨਿਕਲਣਾ ਹੁੰਦਾ ਜੀ ਹਨਾ, ਜਦੋਂ ਬਾਪੂ ਸ਼ਬਦ ਨਿਕਲਿਆ ਤਾਂ ਮੈਨੂੰ ਕਹਿਣ ਲੱਗੇ ਹਾਂ ਕੀ ਚਾਹੁੰਦਾ। ਮੈਂ ਕਿਹਾ ਜੀ ਮੈਂ ਤੁਹਾਡੇ ਜੀਵਨ ਤੇ ਕਿਤਾਬ ਲਿਖਣੀ ਚਾਹੁੰਦਾ। ਮੈਨੂੰ ਹੱਸਣ ਲੱਗੇ, ਕਹਿੰਦੇ ਤੈਨੂੰ ਆਪਣੀ ਡੇਟ ਆਫ ਬਰਥ ਯਾਦ ਹੈ? ਮੈਂ ਕਿਹਾ ਹਾਂ ਜੀ ਬਿਲਕੁਲ। ਕਹਿੰਦਾ ਕੀ ਕਰੇਗਾ ਮੇਰੇ ਤੇ ਕਿਤਾਬ ਲਿਖ ਕੇ? ਮੈਂ ਕਿਹਾ ਬਾਪੂ ਜੀ ਗੱਲ ਏਦਾਂ ਵੀ ਜੇ ਮੈਂ ਤੁਹਾਡੇ ਜੀਵਨ ਤੇ ਕਿਤਾਬ ਲਿਖੂ ਨਾ, ਤੁਹਾਨੂੰ ਸ਼੍ਰੋਮਣੀ ਅਵਾਰਡ ਮਿਲੂਗਾ। ਦੇਖੋ ਕਿੱਡਾ, ਉਹ ਵੀ ਕਹਿੰਦੇ ਉਹਦੇ ਚ ਕੀ ਹੁੰਦਾ? ਪਰਮਾਤਮਾ ਬੁਲਾ ਰਿਹਾ ਸੀ। 5 ਲੱਖ ਰੁਪਈਆ ਹੁੰਦਾ ਜੀ ਜੀ ਜੀ। ਮੈਂ ਕਿਹਾ ਜੀ 5 ਲੱਖ ਰੁਪਈਆ ਹੁੰਦਾ, ਉੱਥੇ ਵੀ ਝੂਠ ਬੋਲਿਆ। ਉਹ ਜਿਹੜਾ ਝੂਠ ਸੀ ਬਸ ਕੁਦਰਤੀ, ਜਿਵੇਂ ਉਹਨਾਂ ਦੇ ਦਿਲ ਚ ਰਹਿਮ ਆ ਗਿਆ। ਕਹਿੰਦਾ ਉਹ ਕਿਉਂ ਮਿਲਦਾ ਹੁੰਦਾ? ਮੈਂ ਬੰਦੇ ਦੇ ਕਿਤਾਬ ਲਿਖੀ ਹੋਵੇ ਨਾ, ਉਸੇ ਬੰਦੇ ਨੂੰ ਮਿਲਦਾ ਹੁੰਦਾ ਉਹ। ਕਹਿੰਦੇ ਅੱਛਾ ਪੱਕੀ ਗੱਲ ਹੈ? ਮੈਂ ਕਿਹਾ ਹਾਂ ਜੀ। ਬਸ ਉਹ ਦਿਨ ਗਿਆ ਜੀ, ਆਹ ਦਿਨ ਆ ਗਿਆ, ਉਹਨਾਂ ਕੋਲੇ ਬਹਿ ਗਿਆ। ਬਸ ਏਦਾਂ ਦੀ ਸਾਂਝ, ਪਰਿਵਾਰ ਨੇ ਮੇਰੀ ਬਹੁਤ ਮਦਦ ਵੀ ਕੀਤੀ ਜੀ। ਤੇ ਇਹ ਜਾਣੋ ਉਸ ਤੋਂ ਬਾਅਦ ਏਦਾਂ ਦਾ ਤੋਰਾ ਤੁਰਿਆ, ਉਹ ਏਦਾਂ ਕਾਮਯਾਬੀ ਦਾ ਪੁਲ ਬਣੇ ਕਿ ਅੱਜ ਮੈਂ ਦੇਣ ਵੀ ਨਹੀਂ ਦੇ ਸਕਦਾ ਉਸ ਪਰਿਵਾਰ ਦਾ। ਉਸ ਪਰਿਵਾਰ ਨੇ ਮੇਰੀ ਇੰਨੀ ਮਦਦ ਕੀਤੀ, ਪੁੱਤਾਂ ਵਾਂਗੂ 3.5-4 ਸਾਲ ਕੋਲੇ ਰੱਖਿਆ ਹਨਾ, ਮੈਨੂੰ ਸਿਰ ਤੇ ਹੱਥ ਧਰਿਆ ਜੀ। ਬਿਲਕੁਲ ਬਿਲਕੁਲ।
ਸੋ ਏਦਾਂ ਦਾ ਇਹਦਾ ਦਾ ਸ਼ੁਰੂਆਤੀ ਸਫ਼ਰ ਦੌਰ ਰਿਹਾ ਰਿਹਾ ਯਾਨੀ ਜੀ ਕਿ ਮੇਰਾ। ਜਿਹੜਾ ਤੁਸੀਂ ਇੱਕ ਆਪਣੇ ਗਰੀਬੀ ਦਾਵੇ ਤੋਂ ਨਿਕਲ ਕੇ ਉਹ 50 ਰੁਪਏ ਲਾਲੇ ਤੋਂ ਲੈ ਕੇ ਇੱਕ ਸਫ਼ਰ ਜਿਹੜਾ ਸ਼ੁਰੂਆਤ ਕੀਤੀ, ਰੀਟਾ ਦੀ ਚੱਪਲਾਂ ਲਈਆਂ, ਕੁਲਦੀਪ ਮਾਨਸਾ ਕੋਲ ਜੀ ਪਹੁੰਚੇ, ਔਰ ਅੱਜ ਉਹ ਕਿਤਾਬ ਜੀ ਜਿਹੜੀ ਤੁਸੀਂ ਲਿਖੀ, ਉਸ ਤੋਂ ਬਾਅਦ ਉਸ 'ਤੇ ਕਿੰਨੀ ਰਿਸਰਚ ਹੋਈ, ਐਮਫਿਲ ਦੀ ਰਿਸਰਚ, ਬਹੁਤ ਜ਼ਿਆਦਾ। PhD ਜਾਂ ਬਾਕੀ ਉਹਦਾ ਕਿੰਨਾ ਹਾਂਜੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ, ਹੋਰ ਮਤਲਬ ਲੈਂਗੁਏਜ ਦੇ ਵਿੱਚ, ਤੇ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾਣ ਵਾਲੀ ਗੱਲ ਹੈ। ਇਹ ਕਦੋਂ ਕੁ ਦੀ ਗੱਲ ਹੈ, ਬਹੁਤ ਕਿਹੜੇ ਸੰਨ ਦੀ ਗੱਲ ਹੈ ਦੱਸੀ ਜੀ ਜਿਹੜਾ ਇਹ ਮਤਲਬ ਤੁਸੀਂ ਕਿਤਾਬ ਲਿਖੀ ਸੀ? ਕਿਤਾਬ ਲਗਭਗ 5 ਮੈਂ 2 ਦੇ ਵਿੱਚ ਕਰੀਬ ਗਿਆ ਉਹਨਾਂ ਕੋਲੇ 2002? ਤੇ 6 ਦੇ ਵਿੱਚ, ਹਾਂ 6 ਦੇ ਵਿੱਚ ਲਗਭਗ ਕਿਤਾਬ ਆਈ ਸੀ ਉਹ। ਤੇ ਜਿਸ ਦਿਨ ਕਿਤਾਬ ਰਿਲੀਜ਼ ਹੋਈ, ਤੁਸੀਂ ਇਹ ਜਾਣੋ ਕਿ ਪੰਜਾਬੀ ਭਵਨ ਭਰਿਆ ਹੋਇਆ ਸੀਗਾ, ਉਹਦੇ ਤਿਲਕ ਸੁੱਟਣ ਨੂੰ ਥਾਂ ਨਹੀਂ ਸੀ, ਸਾਰੇ ਦੇ ਕਲਾਕਾਰ ਪਹੁੰਚੇ। ਇਹਨਾਂ ਪੰਜਾਬੀ ਭਵਨ, ਜੀ ਜੀ ਅਸੀਂ ਜੀ, ਜਿੰਨਾ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ ਬਹੁਤ ਸੋਹਣਾ ਇਕੱਠ ਸੀ, ਬਹੁਤ ਅਸੀਸਾਂ ਦੁਆਵਾਂ ਸੀ ਮੇਰੇ ਨਾਲ। ਚਲੋ ਟੱਚਵੁੱਡ, ਤਾਂ ਹੀ ਮੈਨੂੰ ਲੱਗਦਾ ਕਿ ਤੁਹਾਡੇ ਜੇ ਨੇਕ ਨੀਅਤ ਹੋਵੇ ਨਾ ਜੀ, ਇਰਾਦੇ ਸਿੱਧੇ ਹੋਣ, ਜੀ, ਹੱਲ ਵੀ ਨਿਕਲੇ ਆਉਂਦੇ ਆ, ਰਾਹ ਵੀ ਬਣ ਜਾਂਦੇ ਆ। ਬਿਲਕੁਲ 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 ਬਿਲਕੁਲ। ਸੋ ਤੁਹਾਨੂੰ ਇਹ ਕਿਵੇਂ ਲੱਗਿਆ ਕਿ ਅੱਜ ਦੇਖੋ ਤੁਹਾਡਾ ਮਤਲਬ ਬਹੁਤ ਵਧੀਆ, ਤੁਹਾਡਾ ਮਤਲਬ ਕੱਦ ਕਾਠ ਹੈ, ਤੁਹਾਡਾ ਮਤਲਬ ਰੰਗ ਵੀ ਬਹੁਤ ਸੋਹਣਾ ਆ, ਸੋਹਣਾ ਸੁਨੱਖਾ ਮੁੰਡਾ ਆ, ਤੇ ਔਰ ਤੁਸੀਂ ਗੀਤ ਸੰਗੀਤ ਦਾ ਸ਼ੌਂਕ ਰੱਖਦੇ ਸੀਗੇ, ਪਰ ਇੱਕਦਮ ਜਿਹੜਾ ਇਹ ਇੱਧਰ ਨੂੰ ਮਤਲਬ ਮੋੜਾ ਪੈ ਗਿਆ, ਇਹ ਕੋਈ ਪ੍ਰਮਾਤਮਾ ਦੀ ਕਿਰਪਾ ਸੀ ਕਿ ਜਿਹੜਾ ਮਤਲਬ ਕੋਈ ਇਸ ਤਰ੍ਹਾਂ ਦਾ ਤੁਹਾਡਾ ਕੋਈ ਮਨ ਸੀਗਾ? ਨਹੀਂ, ਅਸਲ ਦੇ ਵਿੱਚ ਤੁਹਾਨੂੰ ਸਹੀ ਗੱਲ ਦੱਸਾਂ, ਜਨੂਨ ਤਾਂ ਮੇਰਾ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਗਾਉਣ ਦਾ, ਲਿਖਣ ਦਾ ਬਹੁਤ ਸ਼ੌਂਕ। ਸ਼ਾਇਦ ਤੁਸੀਂ ਜਾਣਦੇ ਹੋਣੇ ਆ, ਮੈਂ ਗੱਲ ਨਹੀਂ ਕੀਤੀ, ਮੈਂ ਵੀ ਕੀਤੀ ਵੀ ਹੋਵੇ। ਮੈਂ ਚੌਥੀ ਦੇ ਵਿੱਚ ਸੀ ਲਿਖਿਆ, ਅੱਛਾ ਜੀ, ਫੁੱਲਾਂ ਤੇ ਪੱਤਿਆਂ ਤੋਂ ਪੁੱਛੂ ਤੇਰਾ ਹਾਲ ਨਹੀਂ, ਰਾਜਪੁਰੇ ਵਾਲਾ ਅਲੀ ਕਰਤਾ ਨੇ ਹਾਲ ਨਹੀਂ। ਇਹ ਮੈਨੂੰ ਸਮਝ ਨਹੀਂ ਆਈ ਤੁਸੀਂ ਕਿੱਥੇ ਰਹੇ। ਮੈਂ 2006 ਚ ਉੱਥੇ ਹੀ ਸੀਗਾ, ਪਰ ਮੈਨੂੰ ਤਾਂ ਕਦੇ ਮਿਲਣਾ ਆਪਣਾ ਹੋਇਆ ਹੀ ਨਹੀਂ ਹੈਗਾ। ਪਰ ਚਲੋ ਐਂ ਕਹਿ ਲਓ ਵੀ ਤੁਹਾਡਾ ਅਲੱਗ ਲਾਈਨ ਸੀਗੀ, ਸਾਡੀ ਕੋਈ ਹੋਰ ਲਾਈਨ ਸੀ, ਫੀਲਡ ਜੌਬ ਸੀਗੀ, ਤੇ ਜੀ ਜੀ। ਪਰ ਬੜੀ ਖੁਸ਼ਕਿਸਮਤੀ ਹੈ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ। ਮੈਨੂੰ ਆਪਣੇ ਮੇਰੇ ਸੁਭਾਅ ਆ ਗਏ ਚੰਗੇ ਕਿ ਅੱਜ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ, ਔਰ ਥੈਂਕਸ ਬਿੰਦਰ ਖੰਡੋਲੀ ਜੀ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਵਾਇਆ ਔਰ ਰੂਬਰੂ ਕਰਵਾਇਆ। ਬਹੁਤ ਨੇਕ ਦਿਲ ਇਨਸਾਨ, ਬਹੁਤ ਨੇਕ ਦਿਲ ਇਨਸਾਨ ਹੈ ਬਿੰਦਰ, ਮਿਹਨਤੀ ਮੁੰਡਾ ਵੀਰ ਹੈ ਮੇਰਾ, ਭਰਾ ਮੇਰਾ ਛੋਟਾ। ਬਿਲਕੁਲ ਬਿਲਕੁਲ। ਕਾਫੀ ਪਰਿਵਾਰ ਆਪਣੇ ਨਾਲ ਜੁੜੇ ਹੋਏ ਆ। ਬਿੱਟੂ ਦੌਲਤਪੁਰੀਆ ਜੀ ਗੀਤਕਾਰ USA ਤੋਂ ਬਾਈ ਜੀ, ਉਹ ਵੀ ਲਿਖ ਰਹੇ ਨੇ, ਵੈਰੀ ਨਾਈਸ। ਗੁਰਦੀਪ ਦਾਨੀ ਜੀ ਉਹ ਵੀ ਲਿਖ ਰਹੇ ਨੇ ਜੀ, ਬਹੁਤ ਵਧੀਆ ਗੱਲਬਾਤ, ਪਿੰਡ ਫੁੱਲੋ ਮਿੱਠੀ ਤੋਂ। ਤੇ ਬਿੰਦਰ ਖੰਡੋਲੀ ਜੀ ਆਪਣਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੁਹਾਨੂੰ ਵੀ, ਮੈਨੂੰ ਵੀ। ਸਰਬਜੀਤ ਸਿੰਘ ਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਿੰਦਰ ਵੀਰ। ਗੁੱਡ ਇਵਨਿੰਗ ਜਰਨੈਲ ਜੀ, ਸਰਬਜੀਤ ਜੀ। ਅਲੀ ਜੀ ਨੂੰ ਵੀ ਗੁੱਡ ਮਾਰਨਿੰਗ ਬੁਲਾ ਰਹੇ ਤੁਹਾਨੂੰ ਵੀ। ਸੋ ਹੋਰ ਬਹੁਤ ਸਾਰੇ ਪਰਿਵਾਰ ਵੀ ਨਾਲ ਜਿਹੜੇ ਹੈਗੇ ਇਸ ਪ੍ਰੋਗਰਾਮ ਨੂੰ ਵਾਚ ਕਰ ਰਹੇ ਆ ਜੀ। ਜੇ ਤੁਸੀਂ ਵੀ ਕਿਤੇ ਕਿਸੇ ਪੇਜ ਤੋਂ ਦੇਖ ਰਹੇ ਹੋ ਜਾਂ ਕਿਸੇ ਤੋਂ ਮਤਲਬ ਤੁਹਾਨੂੰ ਇਹ ਸ਼ੇਅਰ ਕੀਤਾ ਹੋਇਆ ਅੱਗੋਂ ਮਤਲਬ ਪ੍ਰੋਗਰਾਮ ਮਿਲ ਰਿਹਾ, ਤਾਂ ਤੁਸੀਂ GKM ਮੀਡੀਆ ਔਨ 에ਅਰ ਦਾ ਪੇਜ ਜਿਹੜਾ ਹੈਗਾ ਤੁਸੀਂ ਲਾਈਕ ਕਰ ਲਓ ਤੇ ਇਹਨੂੰ ਅੱਗੇ ਸ਼ੇਅਰ ਕਰ ਦਿਓ। ਤੇ ਇਸ ਤੋਂ ਇਲਾਵਾ ਤੁਸੀਂ YouTube ਤੇ ਹੋ ਤਾਂ YouTube ਤੇ ਵੀ ਸਾਡਾ ਜਿਹੜਾ ਹੈਗਾ GKM ਮੀਡੀਆ TV ਜਿਹੜਾ ਹੈਗਾ, ਉਸ ਤੇ ਤੁਸੀਂ ਜਾ ਕੇ ਪ੍ਰੋਗਰਾਮ ਨੂੰ ਲਾਈਵ ਦੇਖ ਸਕਦੇ ਹੋ। ਇਹ ਲਾਈਵ ਚੱਲ ਰਿਹਾ ਹੈਗਾ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜਾ ਹੈਗਾ, ਇਸ ਤੋਂ ਫਿਰ ਮੈਂ ਤੁਹਾਨੂੰ ਰਿਪੀਟ ਕਰ ਦੇਣਾ, ਜਿਹੜੇ ਪਰਿਵਾਰ ਹੁਣੇ ਜੁੜੇ ਨੇ ਉਹਨਾਂ ਦਾ ਧੰਨਵਾਦ ਦੇ ਨਾਲ ਨਾਲ ਉਹ ਜੇ ਤੁਸੀਂ ਆਪਣਾ ਕੋਈ ਵਿਚਾਰ ਜਾਂ ਕੋਈ ਤੁਹਾਡਾ ਸਵਾਲ ਹੈਗਾ ਅਲੀ ਰਾਜਪੁਰਾ ਜੀ ਨੂੰ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿੱਧੇ ਸਾਡੇ WhatsApp ਨੰਬਰ 'ਤੇ ਉਹਦੀਆਂ ਲਾਈਨਾਂ ਮੈਂ ਖੋਲ੍ਹਤੀਆਂ ਹੈਗੀਆਂ, ਤੁਸੀਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ, ਤਾਂ ਕਾਲ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ। ਨਹੀਂ ਤਾਂ ਤੁਹਾਡੇ ਸਵਾਲ ਮੈਂ ਆਪਣੇ ਵੱਲੋਂ ਜ਼ਰੂਰ ਪੁੱਛਾਂ, ਕਿਉਂਕਿ ਇਹੋ ਜਿਹੇ ਮਾਣਮਤੀ ਹਸਤੀਆਂ ਜਿਹੜੀਆਂ ਉਹਨਾਂ ਦਾ ਵਾਰ-ਵਾਰ ਜਿਹੜਾ ਮਤਲਬ ਟਾਈਮ ਨਹੀਂ ਕੱਢਿਆ ਜਾਂਦਾ। ਕੋਈ ਅੱਜ ਵੀ ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਟਾਈਮ ਸੀਗਾ, ਔਰ ਲਗਭਗ ਇਹਨਾਂ ਨੇ 9 ਵਜੇ ਆਫਿਸ ਦੇ ਵਿੱਚ ਹਾਜ਼ਰੀ ਵੀ ਭਰਨੀ ਹੈ, ਜਾ ਕੇ ਡਿਊਟੀ ਕਰਦੇ ਆ, ਗਵਰਨਮੈਂਟ ਜੌਬ ਵਿੱਚ ਹੈਗੇ। ਇਸ ਤੋਂ ਇਲਾਵਾ ਇੰਨੀ ਵਧੀਆ ਲਗਭਗ ਬੁੱਕਸ ਇਹਨਾਂ ਦੀ ਆਪਾਂ ਅੱਗੇ ਜ਼ਿਕਰ ਕਰਦੇ, ਇਹਨਾਂ ਦੇ ਮੂੰਹ ਤੋਂ ਹੀ ਸੁਣਦੇ ਆ। ਲਗਭਗ 18-20 ਦੇ ਕਰੀਬ ਮਤਲਬ ਬੁੱਕਸ ਜਿਹੜੀਆਂ ਇਹਨਾਂ ਦੀ ਆ ਚੁੱਕੀਆਂ। ਸੋ ਪ੍ਰੋਫੈਸਰ ਕਰਨੈਲ ਸਿੰਘ ਜੀ ਕਵਿਸਰ, ਉਹਨਾਂ ਦੇ ਨਾਲ ਜਿਹੜਾ ਹੈਗਾ ਕਿਵੇਂ ਸਬੱਬ ਹੋਇਆ, ਔਰ ਫਿਰ ਕਿੰਨੀ ਕੁ ਦੇਰ ਜਿਹੜਾ ਤੁਹਾਡਾ ਮਤਲਬ ਜਿਹੜਾ ਉਹਨਾਂ ਨਾਲ ਕੋਈ ਕਵਿਸਰੀ ਦਾ ਜਿਹੜਾ ਤੁਹਾਡਾ ਗਾਣ ਬਜਾਣ ਪ੍ਰੋਗਰਾਮ ਵੀ ਤੁਸੀਂ ਕੀਤੇ, ਮੈਂ ਦੇਖਿਆ ਸੁਣਿਆ, ਕਿੱਦਾਂ ਦਾ ਸਫ਼ਰ ਰਿਹਾ? ਬਹੁਤ ਇੱਕ ਉੱਘੀ ਸ਼ਖਸੀਅਤ ਹੈ ਮਤਲਬ ਕਰਨੈਲ ਬਾਪੂ ਪਾਰ ਸਾਹਿਬ, ਜਿਹਨਾਂ ਦਾ ਮੈਂ ਜ਼ਿਕਰ ਪਹਿਲਾਂ ਹੀ ਕਰ ਹਟਿਆ। ਹਾਂਜੀ, ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਮਾਨਕ ਸਾਹਿਬ ਦੇ ਨਾਲ ਜੁੜਿਆ ਮੈਂ ਜੀ, ਉਦੋਂ ਹੀ ਉਹਨਾਂ ਦੇ ਨਾਲ ਜੋੜਨ ਵਾਲੇ ਬਾਪੂ ਜੱਸੋਵਾਲ ਸਾਹਿਬ ਸੀ ਜੀ, ਤੇ ਮਾਨਕ ਸਾਹਿਬ ਨਾਲ ਜੋੜਨ ਵਾਲੇ ਬਾਪੂ ਪਾਰ ਸਾਹਿਬ ਸੀ। ਉਹਨਾਂ ਦੇ ਕੋਲੇ ਮੈਨੂੰ ਸਿੱਖਣ ਦਾ ਮੌਕਾ ਮਿਲਿਆ, ਪਰ ਉਦੋਂ ਮੋੜ ਜ਼ਿੰਦਗੀ ਨੇ ਏਦਾਂ ਦਾ ਲੈ ਲਿਆ ਕਿ ਗੀਤ ਜਿਹੜਾ ਗਾਇਕੀ ਦਾ, ਗੀਤਕਾਰੀ ਦਾ ਬੀਜ ਸੀ, ਉਹ ਤਾਂ ਬਚਪਨ ਦੇ ਤੁਹਾਨੂੰ ਜਿਵੇਂ ਦੱਸ ਸਕਦਾ ਕਿ ਚੌਥੀ ਦੇ ਵਿੱਚ ਮੈਂ ਗੀਤ ਲਿਖ ਲਿਆ ਸੀਗਾ।
ਤੈਨੂੰ ਮਿਲ ਜੂ ਰੰਗਲੀ ਕੋਠੀ ਨੀ ਤੈਨੂੰ ਮਿਲ ਜੂ ਨਾਲ ਕਾਰ ਕੁੜੇ, ਤੂੰ ਵਸਦੀ ਰਹਿ ਗਈ ਹਾਣ ਦੀ ਐ, ਅਸੀਂ ਉੱਜੜ ਗਏ ਤੇਰੇ ਯਾਰ ਕੁੜੇ, ਤੂੰ ਪਿੰਡ ਪਿੰਡ ਛੱਡਣ ਲਈ ਕਹਿੰਦੀ ਐ, ਅਸੀਂ ਛੱਡ ਜਾਣਾ ਤੇਰਾ ਸ਼ਹਿਰ ਕੁੜੇ, ਜੇ ਯਾਰ ਤੇਰਾ ਜੋਗੀ ਹੋ ਗਿਆ ਤੇਰੇ ਦਰ ਨੀ ਮੰਗਦਾ ਖੈਰ ਕੁੜੇ। ਇਹ ਚੌਥੀ ਦੇ ਵਿੱਚ ਸੀ ਜਦੋਂ ਮੈਂ ਲਿਖਿਆ ਹਨਾ। ਇਹ ਚੀਜ਼ਾਂ ਬਚਪਨ ਤੋਂ ਤੁਹਾਨੂੰ ਮੈਂ ਦੱਸ ਹਟਿਆ ਕਿ ਕੁਦਰਤ ਤੁਹਾਨੂੰ ਬਣਾਉਂਦੀ ਆ, ਸਾਜਦੀ ਆ, ਪਰ ਤਰਾਸ਼ਦਾ ਤੁਹਾਨੂੰ ਸਮਾਜ ਤੇ ਹਾਲਾਤ ਨੇ, ਕਿਉਂਕਿ ਤਰਾਸ਼ਿਆ ਜਾਣਾ, ਕਿਉਂਕਿ ਮੈਨੂੰ ਜਿਹੜਾ ਤਰਾਸ਼ਿਆ ਵਕਤ ਨੇ, ਸਮੇਂ ਨੇ ਬਹੁਤ ਕੁਝ ਸਿਖਾਇਆ, ਤੇ ਮੈਂ ਸਿੱਖਣ ਦਾ ਮੇਰੇ ਅੰਦਰ ਜਜ਼ਬਾ ਵੀ ਸੀ, ਜਨੂਨ ਵੀ ਸੀ ਕਿ ਮੈਂ ਸਿੱਖਾਂ ਤੇ ਅੱਗੇ ਵਧਾਂ। ਉਹ ਜਿਹੜੀਆਂ ਚੀਜ਼ਾਂ ਸੀ ਉਹਨਾਂ ਕਰਕੇ ਹੀ ਚਲੋ ਵਕਤ ਟਾਈਮ ਟੂ ਟਾਈਮ ਮੈਂ ਬਦਲਿਆ, ਸਮੇਂ ਦੇ ਨਾਲ ਚੇਂਜ ਹੋਇਆ, ਕਿਉਂਕਿ ਸਮਾਂ ਤਬਦੀਲੀ ਮੰਗਦਾ। ਬਿਲਕੁਲ ਬਿਲਕੁਲ। ਤੁਸੀਂ ਥਾਂ ਖੜੇ ਰਹਿ ਜਾਓਗੇ, ਸਮੇਂ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ। ਤਬਦੀਲੀ ਹੋਣੀ ਬਹੁਤ ਜ਼ਰੂਰੀ ਆ ਤੁਹਾਡੇ ਲਈ। ਜਿਵੇਂ ਕਿ ਇੱਕ ਗਾਇਕੀ ਦੇ ਉੱਤੋਂ ਮੈਂ ਲਿਖਣ ਦੇ ਪਾਸੇ ਵਧਿਆ, ਲਿਖਣ ਦੇ ਨਾਲ ਨਾਲ ਜਿਵੇਂ ਗਾਇਕਾਂ ਦੀ ਜ਼ਿੰਦਗੀ, ਜਿਵੇਂ ਤੁਸੀਂ ਕਹਿ ਸਕਦੇ ਹੋ, ਆਪਾਂ ਕਿਤਾਬਾਂ ਦੀ ਗੱਲ ਕਰਦੇ ਹਾਂ, ਬਾਪੂ ਕਰਨੈਲ ਸਿੰਘ ਪਾਰਸ ਰਾਮਲੀਆ ਸਾਹਿਬ ਨੂੰ ਲੋਕ ਕਿੱਸਾਕਾਰ ਕਵੀਸ਼ਰ ਕਰਕੇ ਜਾਣਦੇ। ਜੀ 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 ਜੀ। ਮੈਂ ਉਹਨਾਂ ਦੀ ਜਦੋਂ ਮੈਂ ਨੇੜਿਓਂ ਦੇਖਿਆ ਪਾਰਸ ਸਾਹਿਬ ਨੂੰ, ਬਾਚਿਆ ਪੜ੍ਹਿਆ ਉਹਨਾਂ ਨੂੰ, ਤਾਂ ਦੇਖਿਆ ਕਿ ਉਹ ਕਵੀਸ਼ਰ ਦੇ ਨਾਲ ਕਵੀਸ਼ਰ ਹੋਣ ਦੇ ਨਾਲ ਨਾਲ ਉਹ ਇੱਕ ਬਹੁਤ ਵਧੀਆ ਕਿੱਸਾਕਾਰ ਵੀ ਨੇ। ਉਹਨਾਂ ਦੇ ਆਪਣੇ 12-13 ਕਿੱਸੇ ਨੇ ਜਿਹੜੇ ਕਿ ਉਸ ਦੌਰ ਦੇ ਵਿੱਚ, ਜਦੋਂ ਉਹ ਭਰ ਜਵਾਨੀ ਦੇ ਵਿੱਚ ਸੀ, ਗਿਣਤੀ ਦੇ ਲੱਖਾਂ ਚ ਕਿੱਸੇ ਵਿਕੇ ਹੋਏ ਨੇ। ਜੀ ਜੀ ਜੀ। ਤੇ ਇੱਕ ਕਿੱਸਾਕਾਰ ਦੀ ਇੰਨੀ ਚੜ੍ਹਾਈ ਹੋਵੇ, ਇੰਨਾ ਕੁਛ ਉਹਦਾ ਵਿਕਿਆ, ਲੋਕਾਂ ਨੇ ਪੜ੍ਹਿਆ ਸੁਣਿਆ ਹੋਵੇ, ਉਹ ਕਿੱਡੀ ਸ਼ਖਸੀਅਤ ਹੋਊਗੀ ਆਪਣੇ ਆਪ ਦੇ ਵਿੱਚ। ਦੇਖੋ, ਪ੍ਰਸਿੱਧ ਮਾਣਮੱਤੇ ਕਲਾਕਾਰ ਹਰਭਜਨ ਮਾਨ ਜੀ, ਉਹਨਾਂ ਦਾ ਹਰੇਕ ਵਾਰ ਜ਼ਿਕਰ ਹੁੰਦਾ ਹੈਗਾ, ਕਰਨੈਲ ਸਿੰਘ ਕਵੀਸ਼ਰ ਉਹਨਾਂ ਦਾ, ਤੇ ਸੋ ਉਹਨਾਂ ਦੀ ਐਡੇ ਵੱਡੇ ਕਲਾਕਾਰ ਦੇ ਮੂੰਹ ਤੋਂ ਮਲਤਰੀਫ ਹੋਣਾ ਤੋਂ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦੇ ਆ ਜੀ। ਤੁਸੀਂ ਵੀ ਜਿਹੜਾ ਉਹਨਾਂ ਦਾ ਇੰਨਾ ਵਧੀਆ ਜ਼ਿਕਰ ਕਰ ਰਹੇ ਹੋ, ਸੋ ਕਦੇ ਮੌਕਾ ਮਿਲਿਆ ਤਾਂ ਉਹਨਾਂ ਨਾਲ ਵੀ ਜ਼ਰੂਰ ਆਪਾਂ ਰੂਬਰੂ ਹੋਵਾਂਗੇ। ਤੇ ਬਾਪੂ ਪਾਰ ਸਾਹਿਬ ਚੜ੍ਹਾਈ ਕਰ ਚੁੱਕੇ ਨੇ ਪਿਛਲੇ ਸਮੇਂ ਦੌਰਾਨ। ਨਹੀਂ ਆਪਣਾ ਦੂਜੇ ਉਹਨਾਂ ਦੇ ਜਿਹੜੇ ਆਪਣੇ ਦੂਜੇ ਭਾਈ ਸੀ ਕੋਰਾਮੂ ਵਾਲੀਆ ਜੀ, ਹਾਂ ਉਹਨਾਂ ਦੇ, ਹਾਂ ਇੱਕ ਰਸ਼ਪਾਲ ਸਿੰਘ ਗਿੱਲ ਨੇ, ਤੁਹਾਡੇ ਕੈਨੇਡਾ ਹੀ ਰਹਿੰਦੇ ਨੇ ਜੀ ਜੀ। ਉਹ ਪਾਰ ਸਾਹਿਬ ਦੀ ਵਿਰਾਸਤ ਨੂੰ ਸਾਂਭ ਰਹੇ ਨੇ। ਉਹਨਾਂ ਦਾ ਪਰਿਵਾਰ ਚਲੋ ਸਾਰਾ ਹੀ ਚੰਗਾ ਵਾ, ਸਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਉਹਨਾਂ ਦੀ ਵਿਰਾਸਤ ਨੂੰ ਸਾਂਭ ਰਹੇ ਨੇ, ਕਿਉਂਕਿ ਪਾਰਸ ਸਾਹਿਬ ਦੀ ਜਿਹੜੀ ਜ਼ਿੰਦਗੀ ਸੀ ਬਹੁਤ ਬੇਬਾਕ ਸੀ। ਉਹ ਵੀ ਕੁਲਦੀਪ ਮਾਨਕ ਸਾਹਿਬ ਵਾਂਗ ਬਹੁਤ ਸਪਸ਼ਟਵਾਦੀ ਸੀ। ਜੀ 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 ਜੀ। ਨੇਕ ਦਿਲ ਇਨਸਾਨ ਸੀ। ਉਹਨਾਂ ਨੇ ਬਹੁਤ ਲੋਕ ਮੇਰੇ ਵਰਗਿਆਂ ਨੂੰ ਬੁਰਕੀ ਪਾਇਆ, ਮੈਂ ਕਹਿ ਸਕਦਾ ਬਹੁਤ ਲੋਕਾਂ ਨੂੰ, ਰੁੜਿਆਂ ਨੂੰ ਲੋਹੇ ਤੋਂ ਸੋਨਾ ਬਣਾ ਕੇ ਤਾਰਿਆ, ਲੱਕੜੀ ਬਣਾ ਕੇ ਤਾਰਿਆ ਉਹਨਾਂ ਨੂੰ। ਸੋ ਇਸ ਤਰ੍ਹਾਂ ਉਹਨਾਂ ਦੇ ਨਾਲ ਛੋ ਗਿਆ, ਜਿਹੜਾ ਉਹਨਾਂ ਨਾਲ ਛੂ ਗਿਆ, ਉਹ ਮੈਂ ਕਹਿੰਦਾ ਸੋਨਾ ਹੀ ਹੋ ਗਿਆ ਸਮਝੋ। ਇਹ ਖੁਸ਼ਕਿਸਮਤੀ ਆ ਸਾਡੀ ਕਿ ਅਸੀਂ ਉਸ ਸ਼ਖਸੀਅਤ ਦੇ ਨਾਲ ਵਿਚਰੇ ਤੁਰੇ। ਸੋ ਉਸ ਤੋਂ ਬਾਅਦ ਜਿਵੇਂ ਆਪਾਂ ਗੱਲ ਕਰ ਸਕਦੇ ਹਾਂ, ਜੇਕਰ ਕਿਤਾਬਾਂ ਦੀ ਗੱਲ ਕਰ ਲਈਏ ਤਾਂ ਕਿਤਾਬਾਂ ਦੇ ਵਿੱਚ ਮੈਂ ਕੁਲਦੀਪ ਮਾਨਕ ਸਾਹਿਬ ਤੇ ਲਿਖਿਆ, ਗੁਰਪਾਲ ਪਾਲ ਸਾਹਿਬ ਤੇ ਲਿਖਿਆ, ਦਦਾਰ ਸੰਧੂ ਸਾਹਿਬ ਤੇ, ਦੋਗਾਣਾ ਗਾਇਕੀ ਦੇ ਬਾਦਸ਼ਾਹ ਸਦੀਕ ਸਾਹਿਬ ਦੀ ਜ਼ਿੰਦਗੀ ਤੇ, ਕਵੀਸ਼ਰ ਜੋਗਾ ਸਿੰਘ ਜੋਗੀ ਸਾਹਿਬ ਉਹਨਾਂ ਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਪੰਜਾਬ ਦੀਆਂ ਵੱਡੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਨੇ ਸੰਗੀਤ ਦੇ ਵਿੱਚ, ਕਵੀਸ਼ਰੀ ਦੇ ਵਿੱਚ ਵੱਡਾ ਨਾਮਣਾ ਖੱਟਿਆ ਸੀ, ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਰਣਜੀਤ ਸਿੰਘ ਸਿੱਧਵਾਂ ਸਾਹਿਬ, ਉਹਨਾਂ ਦਾ ਜ਼ਿੰਦਗੀ ਤੇ ਲਿਖਣਾ ਮੇਰਾ ਸੁਭਾਗ ਸੀ। ਇਸ ਤਰ੍ਹਾਂ ਦੀਆਂ ਜਿਹੜੀਆਂ ਪੰਜਾਬ ਦੀਆਂ ਸ਼ਖਸੀਅਤਾਂ ਹੋਈਆਂ। ਉਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰ ਲਈਏ, ਪੰਜਾਬੀ ਭਾਸ਼ਾ ਦੇ ਉੱਤੇ ਬਹੁਤ ਸੋਹਣਾ ਕੰਮ ਸੀ, ਕਿਉਂਕਿ ਯੂਨੈਸਕੋ ਨੇ ਜਦੋਂ ਰਿਪੋਰਟ ਜ਼ਾਹਰ ਕੀਤੀ ਕਿ ਆਉਂਦੇ 50 ਸਾਲਾਂ ਨੂੰ ਪੰਜਾਬੀ ਬੋਲੀ ਮੁੱਕ ਜੂਗੀ, ਉਹ ਮੇਰੇ ਲਈ ਵੀ ਚਿੰਤਾਜਨਕ ਵਿਸ਼ਾ ਸੀ, ਮੇਰੇ ਲਈ ਬੜੀ ਚਿੰਤਾ ਸੀ। ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਇੱਕ ਡੈਲੀਗੇਟ ਤੌਰ ਤੇ ਪਹੁੰਚਿਆ, ਉੱਥੇ ਦੇਖਿਆ ਮੈਂ ਪੰਜਾਬੀ ਦੇ ਪ੍ਰੋਫੈਸਰ ਸੀ ਜਿਹੜੇ ਪੰਜਾਬੀ ਪੜ੍ਹਾਉਣ ਵਾਲੇ ਸੀ, ਜਿਹੜੇ ਕਿ ਪੰਜਾਬੀ ਦੇ ਸਿਰੋਂ ਬੱਚੇ ਪਾਲ ਰਹੇ ਸੀ। ਉਹ ਲੋਕ ਖਦਸ਼ਾ ਜਤਾ ਰਹੇ ਸੀ ਇਸ ਚੀਜ਼ ਦਾ ਕਿ ਆਉਂਦੇ 50 ਸਾਲਾਂ ਨੂੰ ਪੰਜਾਬੀ ਬੋਲੀ ਮੁੱਕ ਜੂਗੀ। ਜੀ 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 ਜੀ। ਉਸ ਚੀਜ਼ ਨੇ ਮੇਰੇ ਦਿਲ ਦੇ ਵਿੱਚ ਘਰ ਕੀਤਾ ਕਿ ਯਾਰ ਜਿਹੜੀ ਪੰਜਾਬੀ ਬੋਲੀ ਦੇ ਸਿਰੋਂ ਤੁਸੀਂ ਪਲ ਰਹੇ ਹੋ, ਬੱਚੇ ਪਾਲ ਰਹੇ ਹੋ, ਜ਼ਿੰਦਗੀ ਨੂੰ ਤੋਰ ਰਹੇ ਹੋ, ਤੇ ਤੁਸੀਂ ਉਸ ਪੰਜਾਬੀ ਲਈ ਆਪਦੇ ਮੂੰਹੋਂ ਇਹ ਸ਼ਬਦ ਕਹਿਣੇ ਤੁਹਾਡੇ ਢੁੱਕਦੇ ਨਹੀਂ, ਸੌਂਭਦੇ ਨਹੀਂ ਤੁਹਾਨੂੰ। ਕਿਉਂਕਿ ਜਿਸ ਮਾਂ ਦਾ ਪੁੱਤ ਇਹ ਕਹਿੰਦਾ ਕਿ ਮੇਰੀ ਮਾਂ ਮਰ ਗਈ, ਮੇਰੀ ਮਾਂ ਮਰ ਗਈ, ਉਸ ਵਰਗਾ ਨਖਿੱਧ ਪੁੱਤ ਮੈਨੂੰ ਲੱਗਦਾ ਨਹੀਂ ਕਿ ਹੋਊਗਾ ਕੋਈ। ਕਿਉਂਕਿ ਮਾਵਾਂ ਤਾਂ ਹਰ ਇੱਕ ਬੱਚਾ ਚਾਹੁੰਦਾ ਕਿ ਵਸਦੀਆਂ ਰਹਿਣ, ਜਿਉਂਦੀਆਂ ਰਹਿਣ, ਭਾਵੇਂ ਬਿਰਧ ਹੋ ਜਾਣ, ਭਾਵੇਂ ਕਿੰਨੀਆਂ ਹੀ ਉਮਰਾਂ ਹੰਢਾ ਲੈਣ ਉਹ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸੀ ਮੈਨੂੰ ਝੰਜੋੜਿਆ ਅੰਦਰੋਂ। ਤੇ ਉਦੋਂ ਮੈਂ ਪੰਜਾਬੀ ਦੇ ਜਿਹੜੇ ਲਗਭਗ 50 ਦੇ ਕਰੀਬ ਲੇਖਕ ਸੀ ਸਾਡੇ, ਜਿਹਦੇ ਚ ਸੁਰਜੀਤ ਪਾਤਰ ਸਾਹਿਬ ਦੀ ਗੱਲ ਕਰ ਲਓ, ਗੁਰਦਿਆਲ ਸਿੰਘ ਜੈਤੋਂ ਸਾਹਿਬ ਦੀ ਗੱਲ ਕਰ ਲਓ, ਜਸਵੰਤ ਸਿੰਘ ਕੰਵਲ ਸਾਹਿਬ ਦੀ ਗੱਲ ਕਰ ਲਓ, ਰਾਮ ਸਰੂਪ ਅਣਖੀ ਸਾਹਿਬ ਦੀ ਗੱਲ ਕਰ ਲਓ, ਨਰਿੰਦਰ ਕਪੂਰ ਸਾਹਿਬ ਦੀ ਗੱਲ ਕਰ ਲਓ, ਆਪਣਾ ਲਿੰਗੁਇਸਟਿਕ ਡਿਪਾਰਟਮੈਂਟ ਤੋਂ ਸੀਗੇ ਡਾਕਟਰ ਜੋਗਾ ਸਿੰਘ ਜੀ, ਜਿਹੜੇ ਕਿ ਪੰਜਾਬੀ ਭਾਸ਼ਾ ਦੇ ਬਹੁਤ ਵੱਡੇ
ਸਕਾਲਰ ਕਹਿ ਸਕਦੇ ਹਾਂ, ਬਹੁਤ ਵੱਡੀ ਸ਼ਖਸੀਅਤ ਨੇ, ਭਾਸ਼ਾ ਪ੍ਰਤੀ ਬਹੁਤ ਚਿੰਤਿਤ ਨੇ। ਇਹੋ ਜਿਹੇ ਜਿਹੜੇ ਪੰਜਾਬ ਦੇ ਵੱਡੇ ਥੰਮ ਸੀ, ਉਹਨਾਂ ਦੇ ਨਾਲ ਰਲ ਕੇ ਮੈਂ ਕੰਮ ਕੀਤਾ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਕੀ ਹੈ। ਸੋ ਮੈਂ ਕਦੇ ਵੀ ਇਹ ਮੰਨ ਕੇ ਨਹੀਂ ਕਰਦਾ ਹੁੰਦਾ ਯਾਰ ਵੀ ਮੈਂ ਸਿਰਫ ਆਪਦੇ ਲਈ ਕਰਨਾ। ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਕਿਸੇ ਲਈ ਕੀ ਕਰ ਸਕਦਾ, ਮੈਂ ਕਿਸੇ ਦੇ ਕਿੱਥੇ ਕੰਮ ਆ ਸਕਦਾ। ਮੇਰੀ ਲਾਲਸਾ ਹੁੰਦੀ ਆ, ਲਗਨ ਹੈ ਇਸ ਚੀਜ਼ ਦੀ ਮੈਨੂੰ, ਕਿਉਂਕਿ ਮੈਂ ਸੋਚਦਾ ਹੁੰਦਾ ਯਾਰ ਮੇਰੇ ਲਈ ਵੀ ਕਿਸੇ ਨੇ ਕੁਛ ਕੀਤਾ। ਜੀ ਜੀ ਜੀ, ਮੈਂ ਵੀ ਕਿਸੇ ਦੇ ਕਿਤੇ ਅੱਜ ਇੱਥੇ ਬੈਠੇ ਆ, ਤੁਹਾਡੇ ਰੂਬਰੂ ਬੈਠਾ, ਸਨਮੁਖਾਂ ਤੁਹਾਡੇ, ਹਨਾ। ਇਹ ਕਿਸੇ ਨਾ ਕਿਸੇ ਦਾ ਜ਼ਰੀਆ ਬਣਦਾ ਮਨੁੱਖ ਬੰਦੇ ਲਈ। ਸੋ ਉਸ ਤੋਂ ਬਿਨਾਂ ਗਦਰੀਆਂ ਬਾਰੇ ਕਹਿ ਸਕਦੇ ਹਾਂ ਆਪਾਂ, ਹਨਾ ਜੀ। ਗੁਰਮੀਤ ਬਾਵਾ ਜੀ ਦੀ ਗੱਲ ਕਰੀ ਜਾ ਸਕਦੀ। ਇਸ ਤਰ੍ਹਾਂ ਪੰਜਾਬ ਦੀਆਂ ਹੋਰ ਵੱਡੀਆਂ ਸੋ ਇਸ ਤੋਂ ਇਲਾਵਾ ਜਿਹੜਾ ਇਹ ਵੀ ਤੁਹਾਡੇ ਬਿਲਕੁਲ ਸਹੀ ਹੈ, ਤੁਸੀਂ ਅਨੇਕਾਂ ਹੀ ਸ਼ਖਸੀਅਤਾਂ ਤੇ ਲਿਖਿਆ। ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਗੱਲ ਕਰੀਏ, ਮਤਲਬ ਜੋ ਤੁਸੀਂ ਮਹਾਨ ਮਤਲਬ ਕਲਾਕਾਰਾਂ ਦੀ ਜੀਵਨੀ ਦੇ ਉੱਪਰ ਲਿਖਿਆ, ਉਸ ਤੋਂ ਬਾਅਦ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਤੁਸੀਂ ਸਿੱਖ ਇਤਿਹਾਸ ਬਾਰੇ ਇੱਕ ਬਹੁਤ ਹੀ ਵਿਸ਼ੇਸ਼ ਮਤਲਬ ਜਿਹੜਾ ਆਪਣਾ ਘੱਲੂਘਾਰਾ, ਵੱਡਾ ਘੱਲੂਘਾਰਾ, ਤੇ ਉਹ ਕਿਵੇਂ ਸਬਬ ਬਣਿਆ ਜਿਹੜਾ ਹੈਗਾ ਉਹਨੂੰ ਫਿਰ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੀ ਪ੍ਰਮਾਣਿਤ ਕੀਤਾ, ਔਰ ਬਾਅਦ ਦੇ ਵਿੱਚ ਬਹੁਤ ਸਾਰਾ ਜਾਣੀ ਕਿ ਜਿਹੜਾ ਉਹਦਾ ਫਲਾਹ ਹੋਇਆ ਅਲੱਗ-ਅਲੱਗ ਦੁਨੀਆ ਦੇ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਉਸ ਬੁੱਕ ਦਾ ਪਹੁੰਚਣਾ। ਇਹਦੇ ਵਿੱਚ ਕਿੱਦਾਂ ਹੋ ਪਾਇਆ ਇਹ, ਤੁਸੀਂ ਥੋੜਾ ਜਿਹਾ ਜਾ ਕੇ ਦੀ ਡਿਟੇਲ 'ਚ ਦੱਸੋ। ਅਸਲ ਦੇ ਵਿੱਚ ਜਦੋਂ ਤੁਸੀਂ ਵੱਡੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਮੈਂ ਕਹਿੰਦਾ ਸਾਡਾ ਦੁਖਾਂਤ ਆ ਇਸ ਚੀਜ਼ ਦੇ ਉੱਤੇ। ਸਾਡਾ ਦੁੱਖ ਹੈ ਕਿ ਅਸੀਂ 5 ਫਰਵਰੀ 1762 ਦੇ ਜਿਹੜਾ ਦਿਹਾੜਾ ਸੀ, ਉਸ ਦਿਨੇ ਘਟਨਾ ਘਟੀ ਜਿਹਦੇ ਵਿੱਚ 35,000 ਸਾਡੇ ਵੱਖਰੇ ਵਿਦਵਾਨਾਂ ਦੇ ਜਿਹੜੇ ਵੱਧ ਰਾਵਾਂ ਨੇ ਜਾਂ ਵੱਧ ਉਹ ਹੈ ਆਪਣਾ ਵਿਚਾਰਧਾਰਾ, ਉਹ ਇਸ ਚੀਜ਼ ਤੇ ਟੁੱਟਦੀ ਹੈ ਕਿ 35,000 ਹਾਂਜੀ ਵੱਖੋ ਵੱਖਰੇ ਲੇਖ ਨੇ, ਵੱਖੋ ਵੱਖਰੀਆਂ ਵਿਚਾਰਾਂ ਨੇ, ਆਪੋ ਆਪਣੀਆਂ। ਇਤਿਹਾਸ ਦਾ ਦੁਖਾਂਤ ਰਹਿੰਦਾ ਤਕਰੀਬਨ ਆਮ ਕਰਕੇ। ਜਦੋਂ ਤੁਸੀਂ ਇਤਿਹਾਸ ਨੂੰ ਪੜ੍ਹੋਗੇ, ਮੈਂ ਕੁਝ ਹੋਰ ਲਿਖ ਰਿਹਾ, ਦੂਜਾ ਕੁਝ ਹੋਰ ਲਿਖੂ। ਜੀ ਬਿਲਕੁਲ ਬਿਲਕੁਲ, ਲਗਭਗ ਕਹਿ ਲਈਏ। ਸੋ ਬਹੁ ਗਿਣਤੀ ਜਿਹੜੀ ਲੇਖਕਾਂ ਦੀ ਇੱਕ ਮੱਤ ਹੈ ਉਹ 35,000 ਤੇ ਹੁੰਦੀ ਆ ਕਿ 35,000 ਸਿੰਘ ਸਿੰਘਣੀਆਂ, ਬਜ਼ੁਰਗ, ਮਾਤਾਵਾਂ, ਭੈਣਾਂ ਇਸ ਸਾਕੇ ਦੇ ਵਿੱਚ, ਇਸ ਘੱਲੂਘਾਰੇ ਦੇ ਵਿੱਚ ਸ਼ਹੀਦ ਹੋ ਜਾਣ। ਜੀ ਜੀ ਜੀ, ਜਿਹੜਾ ਕਿ ਅਬਦਾਲੀ ਦਾ 8ਵਾਂ ਹਮਲਾ ਸੀ ਉਹ। ਤੇ ਸੋ ਇਹ ਕਹਿ ਸਕਦੇ ਹਾਂ ਕਿ ਉਸ ਸਾਕੇ ਨੂੰ ਸਾਡੇ ਪੰਜਾਬ ਵੱਲੋਂ ਜਾਂ ਵਿਦੇਸ਼ਾਂ ਦੀਆਂ ਜਿਹੜੀਆਂ ਕਮੇਟੀਆਂ, ਉਹਨਾਂ ਵੱਲੋਂ ਉਸ ਪੱਧਰ ਤੇ ਮਨਾਇਆ ਹੀ ਨਹੀਂ ਜਾ ਰਿਹਾ, ਦੱਸਿਆ ਹੀ ਨਹੀਂ ਜਾ ਰਿਹਾ ਕਿ ਐਡੇ ਵੱਡੇ ਸਾਕੇ ਨੂੰ ਅਸੀਂ ਇਸ ਤਰ੍ਹਾਂ ਪਰੋਖੇ ਕਰੀ ਬੈਠੇ ਹਾਂ ਕਿ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ। ਜੀ ਜੀ, ਮੈਨੂੰ ਲੱਗਦਾ ਕਿ ਅਬਦਾਲੀ ਉਦੋਂ ਇਹ ਚਾਹੁੰਦਾ ਸੀ ਕਿ ਮੈਂ ਸਿੱਖਾਂ ਦਾ ਬਿਲਕੁਲ ਖੁਰਾ ਖੋਜ ਮਿਟਾ ਦੂੰਗਾ, ਜਮੇ ਹੀ ਖਤਮ ਕਰ ਦੂੰਗਾ। ਤੇ ਸਿੱਖ ਕੌਮ ਕਿੱਡੇ, ਮੈਂ ਅਕਸਰ ਗੱਲ ਕਰਦਾ ਕਿ ਸਿੱਖੀ ਨੂੰ ਬਚਾਉਣ ਲਈ ਸਿਰਾਂ ਦਾ ਲਹੂ ਪਿਆ ਹੋਇਆ। ਤੇ ਜਿਸ ਸਿੱਖੀ ਨੂੰ ਲੋਕ ਕੇਸ ਕਤਲ ਕਰਾਉਣ ਲੱਗੇ ਆ, ਸਿੱਖੀ ਨੂੰ ਮਤਲਬ ਨੁਕਸਾਨ ਪਹੁੰਚਾਉਣ ਲੱਗੇ, ਕਿਉਂ ਨਹੀਂ ਸੋਚਦੇ ਇਸ ਚੀਜ਼ ਦੇ ਉੱਤੇ? ਕਿਉਂ ਇਕਾਗਰ ਨਹੀਂ ਹੁੰਦੇ ਕਿ ਇਸ ਸਿੱਖੀ ਨੂੰ ਬਚਾਉਣ ਦੇ ਲਈ ਅਸੀਂ ਕਿੰਨੀਆਂ ਘਾਲਣਾਵਾਂ ਘੱਲੀਆਂ, ਕਿੰਨੇ ਜ਼ੁਲਮ ਹੋਏ, ਕਿੰਨਾ ਕੁਛ ਵਾਪਰਿਆ। ਸਾਡਾ ਫਰਜ਼ ਬਣਦਾ ਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਨਦੇਹੀ ਦੇ ਨਾਲ ਇਸ ਚੀਜ਼ ਦੇ ਉੱਤੇ ਜੋ ਸਾਡੇ ਬਣਦੇ ਫਰਜ਼ ਨੇ, ਹਨਾ, ਉਹਨਾਂ ਫਰਜ਼ਾਂ ਨੂੰ ਪੂਰੀਏ, ਉਹਨਾਂ ਫਰਜ਼ਾਂ ਦੇ ਉੱਤੇ ਜ਼ਿੰਮੇਵਾਰੀ ਨਾਲ ਨਿਭਾਈਏ। ਬਿਲਕੁਲ ਬਿਲਕੁਲ। ਸੋ ਮੈਂ ਗੱਲ ਕਰ ਰਿਹਾ ਸੀ, ਸੌਰੀ, ਮੁੜ ਕੇ ਉਸ ਗੱਲ ਤੇ ਦੁਬਾਰੇ ਆਉਣਾ ਮੈਂ, ਕਿ ਵੱਡੇ ਘੱਲੂਘਾਰੇ ਦੇ ਵਿੱਚ 35,000 ਸਿੰਘ ਸਿੰਘਣੀਆਂ, ਬਜ਼ੁਰਗ, ਮਾਤਾਵਾਂ, ਭੈਣਾਂ ਸ਼ਹੀਦ ਹੋਈਆਂ। ਤੇ ਉਸ ਨੂੰ ਉਸ ਪੱਧਰ ਤੇ ਨਹੀਂ ਮਨਾਇਆ ਜਾ ਰਿਹਾ ਕਿ ਜੋ ਕਿ ਸਾਨੂੰ ਮਨਾਉਣਾ ਚਾਹੀਦਾ। ਉਹਨਾਂ ਸਿੰਘ ਸ਼ਹੀਦਾਂ ਨੂੰ, ਸ਼ਹੀਦ ਹੋਏ ਪਰਿਵਾਰਾਂ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਦੇਣੀ ਫਰਜ਼ ਬਣਦਾ ਸਾਡਾ। ਕਿਉਂਕਿ ਇਹ ਨਹੀਂ ਹੈਗਾ, ਕਿਉਂਕਿ ਸਾਨੂੰ ਦੇਖਣਾ ਚਾਹੀਦਾ ਕਿ ਇਸ ਸਿੱਖੀ ਨੂੰ ਬਚਾਉਣ ਲਈ ਕਿੰਨਾ ਸੰਘਰਸ਼ ਹੋਇਆ। ਜੀ ਜੀ, ਠੀਕ ਹੈ। ਜਦੋਂ ਮੈਂ ਇਸ ਕਿਤਾਬ ਨੂੰ ਲਿਖਿਆ, ਉਹਦੇ ਪਿੱਛੇ ਵੀ ਇੱਕ ਯੂ ਟਰਨ ਸੀਗਾ, ਕਿਉਂਕਿ ਮੈਂ ਕਿਤੇ ਕਵਿਸ਼ਰੀ ਕਰਨ ਗਿਆ, ਉੱਥੋਂ ਜਦੋਂ ਮੈਂ ਕਵਿਸ਼ਰੀ ਕਰਕੇ ਉਤਰਿਆ ਤਾਂ ਉੱਥੇ ਜਿਹੜੇ ਸਿੰਘ ਸਾਹਿਬ ਆਏ ਹੋਏ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਜੱਸਵਾਲ ਸਾਹਿਬ ਸੀ ਉਦੋਂ, ਭਾਈ ਰਵੀ ਹੋਣੀ ਸੀਗੇ, ਕਿ ਅਲੀ ਪ੍ਰਸ਼ਾਦਾ ਤੁਸੀਂ ਸਾਡੇ ਗੁਰੂ ਘਰ ਛਕਣਾ। ਜੀ ਜੀ, ਜਦੋਂ ਅਸੀਂ ਗੁਰੂ ਘਰ ਦੇ ਵਿੱਚ ਗਏ, ਗੁਰੂ ਘਰ ਦਾਖਲ ਹੋਏ ਤਾਂ ਉੱਥੇ ਇੱਕ ਬੋਰਡ ਲੱਗਿਆ ਹੋਇਆ ਸੀ ਜਿਹਨੂੰ ਕਿ ਅੱਤ ਮਿਟਿਆ ਸੀ, ਪੜ੍ਹਿਆ ਨਹੀਂ ਸੀ ਜਾਂਦਾ। ਮੈਂ ਪੜ੍ਹਨ ਬਹਿ ਗਿਆ, ਉਹਨੂੰ ਦੇਖਣ ਲੱਗ ਗਿਆ, ਪੜ੍ਹਨ ਲੱਗ ਗਿਆ, ਪੜ੍ਹਿਆ ਨਾ ਗਿਆ। ਤਾਂ ਉੱਥੇ ਜਿਹੜੇ ਸੇਵਾਦਾਰ ਤੁਰੇ ਫਿਰਦੇ ਸੀ ਵਿਚਾਰੇ, ਮੈਂ ਉਹਨਾਂ ਨੂੰ ਕਿਹਾ ਕਿ ਯਾਰ ਤੁਹਾਡੇ ਕੋਲੇ ਕੋਈ ਕਿਤਾਬਚਾ ਹੋਊਗਾ, ਤੁਹਾਡੇ ਕੋਲੇ ਕੋਈ ਕਿਸੇ ਤਰ੍ਹਾਂ ਦੀ ਬੁੱਕ ਹੋਊਗੀ, ਮੈਨੂੰ ਪੜ੍ਹਨ ਨੂੰ ਦਿਓ, ਮੈਂ ਇਸ ਇਤਿਹਾਸ ਨੂੰ ਪੜ੍ਹਨਾ ਚਾਹੁੰਦਾ। ਟੱਚਵੁੱਡ, ਮੈਂ ਸੱਚਾਈ ਬਿਆਨ ਕਰਨਾ ਇਸ ਚੀਜ਼ ਦੇ ਉੱਤੇ ਕਿ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਇਸ ਚੀਜ਼ ਬਾਰੇ, ਮੈਨੂੰ ਬਿਲਕੁਲ ਨੌਲੇਜ ਨਹੀਂ ਸੀ ਜੀ ਕਿ 35,000 ਸਿੰਘ ਸ਼ਹੀਦ ਹੋ। ਬਸ ਕਿਉਂਕਿ ਸਿਲੇਬਸ ਦੇ ਵਿੱਚ ਜਿੰਨਾ ਕੁ ਪੜ੍ਹ ਲਿਆ, ਥੋੜਾ ਬਹੁਤਾ ਪੜ੍ਹਿਆ ਸੀ, ਓਨਾ ਕੁ ਸਾਡੇ ਜ਼ਹਿਨ 'ਚ ਸੀਗਾ। ਡੂੰਘਾਈ 'ਚ ਜਾ ਕੇ ਬਿਲਕੁਲ ਵੀ ਕੁਛ ਨਹੀਂ ਸੀ। ਉਹ ਚੀਜ਼ ਨੇ ਮੈਨੂੰ ਯਾਰ ਝੰਜੋੜਿਆ ਕਿ ਯਾਰ ਕਿੱਡਾ ਸਾਕਾ ਹੋਇਆ, ਹਨਾ, ਸਾਡੇ ਕੋਲੇ ਕੁਛ ਵੀ ਨਹੀਂ ਹੈਗਾ। ਮੈਂ ਜਦੋਂ ਉਹਨਾਂ ਦੀ ਆਵਾਜ਼ ਸੁਣੀ, ਉਹਨਾਂ ਨੇ ਮੈਨੂੰ ਦੱਸਿਆ
ਤਾਂ ਮੈਨੂੰ ਜਸਵਾਲ ਸਾਹਿਬ ਪੁੱਛਣ ਲੱਗੇ ਨਾ ਕੀ ਦੇਖਦਾ, ਮੈਂ ਕਿਹਾ ਜੀ ਮੈਂ ਪੜ੍ਹ ਰਿਹਾ ਸੀ ਬੋਰਡ, ਮੈਂ ਇਹਨਾਂ ਮੁੰਡਿਆਂ ਤੋਂ ਕਿਤਾਬ ਮੰਗੀ ਸੇਵਾਦਾਰਾਂ ਤੋਂ, ਇਹਨਾਂ ਨੇ ਦਿੱਤੀ ਨੀ ਮੈਨੂੰ ਸ਼ੀਸ਼ਾ ਜਾਣ ਕੇ ਨਹੀਂ ਦੇ ਰਹੇ, ਹਨਾ, ਜਿੱਦਾਂ ਦਾ ਨਜ਼ਰੀਆ ਸੀ, ਜਿੱਦਾਂ ਦਾ ਉਹਨਾਂ ਦਾ ਖਿਆਲ ਸੀ ਜੀ। ਤਾਂ ਮੈਂ ਜਦੋਂ ਇਹ ਗੱਲ ਕੀਤੀ ਤਾਂ ਮੈਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਨੂੰ ਪੁੱਛ ਲੈਂਦੇ ਆ। ਬਾਬਾ ਜੀ ਕਹਿੰਦਾ ਅਲੀ ਨੂੰ, ਸਾਡੇ ਨੂੰ, ਮੁੰਡੇ ਨੂੰ, ਕਹਿੰਦਾ ਕਿਤਾਬ ਦੇ ਦਿਓ ਪੜ੍ਹਨੀ, ਮੁੰਡਾ ਪੜ੍ਹਨਾ ਚਾਹੁੰਦਾ ਜੀ। ਕਹਿੰਦਾ ਸਾਡੇ ਕੋਲੇ ਹੈਗੀ ਨੀ, ਬਾਬਾ ਜੀ ਨੇ ਵੀ ਅੱਗੋਂ ਕਹਿਤਾ ਵਿਚਾਰਿਆਂ ਨੇ। ਕਹਿੰਦੇ ਹੱਦ ਹੋ ਗਈ, ਕਹਿੰਦੇ ਐਡਾ ਸਾਕਾ ਵਾਪਰਿਆ, ਐਡੀ ਘਟਨਾ ਘਟੀ, ਇਤਿਹਾਸਕ ਗੁਰੂ ਘਰ ਤੁਸੀਂ ਦੱਸਦੇ ਹੋ ਸਥਾਨ ਨੂੰ, ਤੁਸੀਂ ਯਾਰ ਕਿਉਂ ਨੀ ਸਾਂਭਿਆ ਇਸ ਚੀਜ਼ ਨੂੰ, ਤੁਸੀਂ ਸਾਂਭੋ, ਇਹਨੂੰ ਕਿਤਾਬੀ ਰੂਪ ਦਿਓ। ਕਹਿੰਦੇ ਸਾਡੇ ਕੋਲੇ ਲੇਖਕ ਨਹੀਂ ਹੈਗਾ। ਜਸਵਾਲ ਸਾਹਿਬ ਕਹਿੰਦੇ ਲੇਖਕ ਦੀ ਗੱਲ ਛੱਡੋ ਯਾਰ, ਲੇਖ ਤੁਹਾਨੂੰ ਅਸੀਂ ਆਪਣਾ ਦੇ ਦਿੰਦੇ ਹਾਂ, ਮੁੰਡਾ ਇਹ ਲਿਖੂਗਾ ਤੇ ਤੁਸੀਂ ਇਹ ਮਿਹਨਤਾਨਾ ਤੁਸੀਂ ਇਹਨੂੰ ਕੋਈ ਨੀ ਦੇਣਾ, ਛਪਾਈ ਦਾ ਖਰਚਾ ਤੁਹਾਡਾ ਹੋਊਗਾ ਤੇ ਲਿਖਣ ਦਾ ਮਿਹਨਤ ਇਹਦੀ ਹੋਊਗੀ ਮੁੰਡੇ ਦੀ। ਬਸ ਸਾਡੀ ਹਾਮੀ ਹੋ ਗਈ ਜੀ। ਬਸ ਇਹ ਤੋਂ ਬਾਅਦ ਇੱਕ ਛੋਟਾ ਜਿਹਾ ਯੂ ਟਰਨ ਹੋਰ ਸੀ, ਮੈਂ ਉਹ ਇੱਥੇ ਜ਼ਾਹਰ ਨਹੀਂ ਕਰਨਾ ਚਾਹੁੰਦਾ। ਕਾਰਨ ਕੀ ਹੈ, ਮੈਂ ਜੋ ਹੋ ਲਿਆ ਉਹਨੂੰ ਯਾਦ ਨਹੀਂ ਕਰਦਾ, ਮੈਂ ਅੱਗੇ ਤੁਰਨ ਦੇ ਵਿੱਚ ਭਰੋਸਾ ਰੱਖਦਾ। ਸਹੀ ਹੈ। ਬਸ ਉਹ ਕਿਤਾਬ ਜਦੋਂ ਆਈ, ਅਸੀਂ ਉਸ ਕਿਤਾਬ ਨੂੰ ਸੰਗਤ ਦੇ ਸਹਿਯੋਗ ਨਾਲ ਛਾਪਿਆ ਜੀ। ਪੰਜਾਬ ਦਾ ਇੱਕ ਵੱਡਾ ਅਖਬਾਰ ਹੈ, ਕਿਉਂਕਿ ਉਸ ਅਖਬਾਰ ਨਾਲ ਜਦੋਂ ਮੈਂ ਗੱਲਬਾਤ ਕਰੀ, ਉਹਨਾਂ ਨੇ ਅਖਬਾਰ ਦੇ ਵਿੱਚ ਪ੍ਰੋਪਰ ਇੱਕ ਵੱਡੇ ਪੇਜ ਦਾ, ਪੂਰੇ ਪੇਜ ਦਾ ਲੇਖ ਛਾਪ ਕੇ ਸੰਗਤ ਤੱਕ ਗੱਲ ਲਿਆਉਂਦੀ। ਸੰਗਤ ਨੇ ਬਹੁਤ ਬੇਅੰਤ ਸਹਿਯੋਗ ਦਿੱਤਾ, ਮੇਰੇ ਕੋਲੇ ਸ਼ਬਦ ਨਹੀਂ ਸੰਗਤ ਦਾ ਧੰਨਵਾਦ ਕਰਨ ਦੇ ਲਈ, ਕਿਉਂਕਿ ਸਾਡੀ ਇੱਛਾ ਸੀ ਕਿ ਇਸ ਕਿਤਾਬ ਨੂੰ ਵੱਧ ਤੋਂ ਵੱਧ ਲੈ ਕੇ ਜਾਇਆ ਜਾਵੇ। ਕਿਉਂਕਿ ਇਸ ਤੋਂ ਪਹਿਲਾਂ ਕਾਫੀ ਅਖਬਾਰਾਂ ਦੇ ਵਿੱਚ ਚਰਚਾ ਹੋ ਚੁੱਕੀ ਸੀ ਕਿ ਕੋਈ ਮੁਸਲਮਾਨਾਂ ਦਾ ਮੁੰਡਾ ਸਿੱਖ ਇਤਿਹਾਸ ਲਿਖ ਰਿਹਾ, ਵੱਡੇ ਘੱਲੂਘਾਰੇ ਬਾਰੇ ਗੱਲ ਕਰ ਲਿਆ। ਕਿਉਂਕਿ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਗਿਆ, ਜਾਂ ਇੱਥੇ ਪੰਜਾਬ ਦੀਆਂ ਲਾਇਬ੍ਰੇਰੀਆਂ ਚ ਗਿਆ, ਯੂਨੀਵਰਸਿਟੀਆਂ ਚ ਗਿਆ, ਵੱਡੇ ਘੱਲੂਘਾਰੇ ਦੇ ਸੰਦਰਭ ਦੇ ਵਿੱਚ ਉਸ ਵਕਤ ਦੇ ਵਿੱਚ ਕੋਈ ਕਿਤਾਬ ਨਹੀਂ ਸੀ ਮਿਲਦੀ। ਮੈਨੂੰ ਇਹ ਹੋ ਗਿਆ ਕਿ ਯਾਰ ਐਡੇ ਸਾਕੇ ਬਾਰੇ ਅਸੀਂ ਕੁਛ ਵੀ ਨਹੀਂ ਕਰ ਸਕੇ, ਸਾਡਾ ਕਿੱਡਾ ਦੁਖਾਂਤ ਹੈ। ਉਹ ਜਿਹੜੀ ਚੀਜ਼ ਸੀ ਉਹਨੇ ਮੈਨੂੰ ਝੰਜੋੜੀ ਰੱਖਿਆ ਅੰਦਰੋਂ ਅੰਦਰੀ, ਤੇ ਲਗਨ ਦੇ ਵਿੱਚ ਵਾਧਾ ਹੁੰਦਾ ਗਿਆ ਦਿਨੋਂ ਦਿਨੀ। ਜਦੋਂ ਅਸੀਂ ਉਹ ਕਿਤਾਬ ਰਿਲੀਜ਼ ਕਰੀ, ਤੁਸੀਂ ਇਹ ਜਾਣੋ ਕਿ ਅਸੀਂ ਪਹਿਲੇ ਹੱਲੇ 10,000 ਕਿਤਾਬ ਛਾਪ ਕੇ ਬਿਲਕੁਲ ਸੰਗਤ ਦੇ ਵਿੱਚ ਫ੍ਰੀ ਵੰਡੀ, ਤੇ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਤੱਕ ਅਸੀਂ ਕਿਤਾਬ, ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਨੂੰ ਕਿਤਾਬ ਮੁੱਲ ਵੇਚੀ। ਕਿਸੇ ਵੀ ਬੰਦੇ ਨੂੰ ਅਸੀਂ ਕੋਈ ਕਿਤਾਬ ਮੁੱਲ ਨਹੀਂ ਵੇਚੀ। ਕਿਸੇ ਨੇ ਸ਼ਗਨ ਦੇ ਤਾਂ ਗੱਲ ਵੱਖਰੀ ਹੈ, ਪਰ ਅਸੀਂ ਕਿਸੇ ਨੂੰ ਵੀ ਮੁੱਲ ਨਹੀਂ ਵੇਚੀ ਕਿਤਾਬ, ਕਿਉਂਕਿ ਮੈਂ ਇਸ ਚੀਜ਼ ਤੇ ਭਰੋਸਾ ਰੱਖਦਾ ਕਿ ਯਾਰ ਸੰਗਤ ਦੇ ਸਹਿਯੋਗ ਨਾਲ ਛਾਪੀ ਗਈ ਹੈ, ਸੰਗਤ ਦੇ ਲਈ ਛਾਪੀ ਗਈ ਹੈ, ਸੰਗਤ ਤੱਕ ਜਾਣੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਰੱਬ ਨੇ ਮੈਨੂੰ ਬਥੇਰਾ ਕੁਛ ਦਿੱਤਾ ਹੋਇਆ, ਰੋਜ਼ੀ ਰੋਟੀ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਸ਼ੁਕਰ ਹੈ ਪ੍ਰਮਾਤਮਾ ਦਾ ਮੇਰੇ ਤੇ, ਹਨਾ ਜੀ, ਮੈਂ ਸ਼ੁਕਰ ਅਦਾ ਕਰਦਾ ਦਾਤੇ ਦਾ। ਪਰ ਮੇਰੀ ਜਨੂਨ ਸੀ ਉਸ ਚੀਜ਼ ਨੂੰ, ਕਿਉਂਕਿ ਉਸ ਤੋਂ ਪਹਿਲਾਂ ਮੈਂ ਜਦੋਂ ਗੁਰੂ ਘਰਾਂ ਦੇ ਵਿੱਚ ਗਿਆ, ਪਿੰਡਾਂ ਚ ਗਿਆ, ਜਦੋਂ ਕਿਸੇ ਨੂੰ ਮੈਂ ਦੱਸਣਾ ਕਿ ਯਾਰ ਮੈਂ ਕਿਤਾਬ ਲਿਖ ਰਿਹਾ, ਅਗਲੇ ਨੇ ਮੇਰਾ ਨਾਂ ਪੁੱਛ ਲੈਣਾ, ਨਾ ਪੁੱਛਣਾ ਮੈਂ ਦੱਸਣਾ ਜਦੋਂ ਕਿ ਮੇਰਾ ਨਾਂ ਅਲੀ ਆ, ਮੈਂ ਰਾਜਪੁਰੇ ਨੂੰ ਬਿਲੋਂਗ ਕਰਦਾ, ਤਾਂ ਉਹ ਇੱਕਦਮ ਮੈਨੂੰ ਸਵਾਲੀਆ ਨਜ਼ਰਾਂ ਨਾਲ ਦੇਖਦੇ ਸੀ ਕਿ ਯਾਰ ਮੁਸਲਮਾਨਾਂ ਦਾ, ਪੁੱਛ ਵੀ ਲਿਆ ਬਹੁਤ ਲੋਕਾਂ ਨੇ ਮੈਨੂੰ ਕਿ ਤੂੰ ਮੁਸਲਮਾਨਾਂ ਦਾ ਮੁੰਡਾ। ਉਹ ਜਿਹੜੀਆਂ ਚੀਜ਼ਾਂ ਸੀ ਜੀ, ਉਹ ਚੀਜ਼ ਸੀ ਜਿਹੜੀ ਮੈਨੂੰ ਡੋਬਦੀ ਰਹੀ। ਤੇ ਜਦੋਂ ਕਈ ਸੌੜੀ ਸੋਚ ਮੁਸਲਮਾਨ ਪਰਿਵਾਰਾਂ ਨੂੰ ਪਤਾ ਲੱਗੇ, ਉਹਨਾਂ ਨੇ ਵੀ ਮੈਨੂੰ ਕਿਹਾ ਯਾਰ ਤੂੰ ਕਿਉਂ ਸ਼ਦਾਈ ਹੋਇਆ, ਤੈਨੂੰ ਸਿੱਖ ਕੀ ਦੇ ਦੇਣਗੇ, ਹਨਾ, ਤੂੰ ਕਿਉਂ ਪਾਗਲਾਂ ਵਾਂਗੂ ਤੁਰਿਆ ਫਿਰਦਾ, ਕੀ ਕੱਢੇਂਗਾ ਇਹਦੇ ਚੋਂ। ਪਰ ਜਿਹੜੀਆਂ ਉਹ ਚੀਜ਼ਾਂ ਸੀ, ਮੈਨੂੰ ਉਹਨਾਂ ਚੀਜ਼ਾਂ ਤੇ ਕਦੇ ਮੈਂ ਭਰੋਸਾ ਨਹੀਂ ਕੀਤਾ। ਮੈਂ ਜਿਹੜਾ ਕੰਮ ਕਰਦਾ, ਮੇਰੇ ਲਈ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ, ਮਨੁੱਖਤਾ ਜਿਹੜਾ ਧਰਮ ਹੈ ਤੁਹਾਡਾ ਬਹੁਤ ਵੱਡਾ ਆ। ਸੋ ਤੁਸੀਂ ਪਹਿਰਾ ਦਿਓ, ਤੁਸੀਂ ਤਦੇ ਹੀ ਕੁਛ ਹੋ ਸਕਦੇ ਹੋ ਜੇ ਤੁਸੀਂ ਵਧੀਆ ਇਨਸਾਨ ਹੋ। ਜੇ ਤੁਸੀਂ ਚੰਗੇ ਇਨਸਾਨ ਹੋ ਨਾ ਤਾਂ ਤੁਸੀਂ ਸਾਰਾ ਕੁਛ ਹੋ, ਜੇ ਤੁਸੀਂ ਚੰਗੇ ਇਨਸਾਨ ਨਹੀਂ ਹੈਗੇ ਤੁਸੀਂ ਕੁਛ ਵੀ ਨਹੀਂ ਬਣ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਜਿਹੜੀਆਂ ਉਹ ਚੀਜ਼ਾਂ ਸੀ ਉਹਨਾਂ ਕਰਕੇ ਮੈਂ ਲੱਗਿਆ ਰਿਹਾ, ਹਨਾ ਜੀ। ਜਦੋਂ ਕਿਤਾਬ ਆਈ ਲੋਕਾਂ ਨੇ ਹੱਥਾਂ ਦੇ ਚੱਕ ਲਿਆ ਮੈਨੂੰ, ਪਰ ਉੱਥੋਂ ਹੀ ਜਦੋਂ ਦੇਖੋ ਚੀਜ਼ ਚੋਂ ਚੀਜ਼ ਨਿਕਲ ਆਉਂਦੀ ਹੁੰਦੀ ਆ, ਗੱਲ ਚੋਂ ਗੱਲ ਨਿਕਲ ਆਉਂਦੀ ਆ। ਉਹ ਜਦੋਂ ਮੈਂ ਕਰ ਰਿਹਾ ਸੀ ਤਾਂ ਮੇਰੇ ਸਾਹਮਣੇ ਇਤਿਹਾਸ ਦੇ ਉਹ ਪੱਖ ਵੀ ਆਏ ਮੇਰੇ ਲਈ ਕਿ ਯਾਰ ਉਹ ਚੀਜ਼ਾਂ ਵੀ ਮੇਰੇ ਸਾਹਮਣੇ ਆਈਆਂ ਜਿਨ੍ਹਾਂ ਦਾ ਕਿਤੇ ਜ਼ਿਕਰ ਨਹੀਂ ਸੀ ਮਿਲਦਾ, ਹਨਾ ਜੀ। ਮੈਂ ਦੇਖਿਆ, ਮੇਰੇ ਮਨ ਦੇ ਵਿੱਚ ਖਿਆਲ ਆਇਆ ਯਾਰ ਸਿੱਖਾਂ ਤੇ ਮੁਸਲਮਾਨਾਂ ਦੀ ਤਾਂ ਸਾਂਝਾਂ ਹੀ ਬਹੁਤ ਨੇ, ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਮੈਂ ਕਵਰ ਕਰਦਾ, ਹਨਾ। ਇਹਨਾਂ ਲੋਕਾਂ ਲਈ ਬਹੁਤ ਵੱਡਾ ਮਸਲਾ ਇਹ ਹੱਲ ਹੋ ਜਾਊਗਾ। ਸੋ ਉੱਥੋਂ ਹੀ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ਦਾ ਜਨਮ ਹੋਇਆ, ਹਨਾ। ਉੱਥੋਂ ਹੀ ਮੇਰੇ ਦਿਲ ਦੇ ਵਿੱਚ ਇਹ ਗੱਲ ਸੀ ਕਿ ਯਾਰ ਮੈਂ ਇਹ ਚੀਜ਼, ਇਹ ਪੱਖ ਵੀ ਲੈ ਕੇ ਜਾਵਾਂ, ਲੋਕਾਂ ਨੂੰ ਪਤਾ ਲੱਗੇ ਕਿ ਸਾਡੀਆਂ ਸਾਂਝਾਂ ਨੇ, ਅਸੀਂ ਇਸ ਇਤਿਹਾਸ ਨਾਲ, ਇਸ ਮੁਹੱਬਤ ਨਾਲ ਜੁੜੇ ਹੋਏ ਆ, ਇਸ ਤਰ੍ਹਾਂ ਨੇੜਤਾ ਸਾਡੀ ਬਣਦੀ ਆ। ਉਹ ਚੀਜ਼ ਨੇ ਮੇਰੀ ਅਗਲੀ ਕਿਤਾਬ ਸੀ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ, ਉਹਦੇ ਲਈ ਵੀ ਅਸੀਂ ਇਸ ਤਰ੍ਹਾਂ ਹੀ ਕੰਮ ਕੀਤਾ। ਜੀ 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 ਜੀ
ਸੋ ਇਸ ਤੋਂ ਇਲਾਵਾ ਤੁਸੀਂ ਸਿੱਖਾਂ ਦੀ ਇਤਿਹਾਸਕ ਸਾਂਝ ਜਿਹੜੀ ਮੁਸਲਮਾਨਾਂ ਦੀ ਤੁਸੀਂ ਦੱਸਿਆ, ਇਹਦੇ 'ਚ ਕਿਤੇ ਤੁਸੀਂ ਜ਼ਿਕਰ ਕਰਦੇ ਹੋ ਆਪਣੀ ਵੀਡੀਓਜ਼ ਦੇ ਵਿੱਚ, ਤੇ ਬਹਾਦਰਗੜ੍ਹ ਦੇ ਕਿਲੇ ਦੀ, ਸੈਫੂਦੀਨ, ਮੁਮਤਾਜ਼, ਭਾਈ ਬਚਿੱਤਰ ਸਿੰਘ ਦੀ ਜਿਹੜੀ ਇਹਨਾਂ ਦੀ ਕੁਝ ਜ਼ਿਕਰ ਕਰਦੇ ਹੋ, ਉਦਾਹਰਨ ਦੇ ਕੇ ਥੋੜਾ ਜਿਹਾ ਮੇਰੇ ਲਿਸਨਰਸ ਨੂੰ ਥੋੜਾ ਜਿਹਾ ਦੱਸੋ, ਸਮਝਾਓ ਵੀ ਕੀ ਸਾਂਝਾ ਰਹੀਆਂ। ਅਸਲ 'ਚ ਜਦੋਂ ਤੁਸੀਂ, ਮੈਂ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਨਾਲ ਕਰਦਾ ਗੱਲ, ਹਨਾ, ਤੁਹਾਡੀ ਗੱਲ ਨੂੰ ਗੱਲ ਲੈ ਕੇ ਨਾਲ ਹੀ, ਅਸੀਂ ਇਹ ਜਿਹੜੀ ਕਿਤਾਬ ਹੈ ਨਾ, ਇਹ ਬਿਲਕੁਲ ਫ੍ਰੀ ਦੇ ਰਹੇ ਹਾਂ। ਹੁਣ ਤੱਕ ਅਸੀਂ ਆਪਣੇ ਵੱਲੋਂ 10,000 ਤਾਂ ਅਸੀਂ ਖੁਦ ਵੰਡੀ, ਉਸ ਤੋਂ ਬਿਨਾਂ ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਜੀ, ਉਸ ਤੋਂ ਬਿਨਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਪ੍ਰੈਸ ਕਲੱਬ ਵੱਲੋਂ, ਪੰਜਾਬੀ ਸਾਥ ਅਮਰੀਕਾ ਵੱਲੋਂ, ਜਾਂ ਇੱਥੇ ਸੰਤ ਜਗਜੀਤ ਸਿੰਘ ਲੋਪੋ ਵਾਲੇ ਨੇ, ਇਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਸੰਸਥਾਵਾਂ ਨੇ, ਉਹ ਵੀ ਆਪਣੇ ਵੱਲੋਂ ਇਸ ਕਿਤਾਬ ਨੂੰ ਛਾਪ ਕੇ ਵੰਡ ਰਹੀਆਂ ਨੇ, ਤਾਂ ਜੋ ਜਿਹੜੀਆਂ ਸਾਡੀਆਂ ਸਾਂਝਾਂ ਉਹਨਾਂ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ, ਤੇ ਜਿਹੜੇ ਇਸ ਇਤਿਹਾਸ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਪਤਾ ਲੱਗੇ। ਕਿਉਂਕਿ ਇਹਦੇ ਪਿੱਛੇ ਮੈਂ ਦੱਸਦਾ, ਮੈਂ ਹੁਣ ਉਸ ਗੱਲ ਤੇ ਦੁਬਾਰੇ ਤੁਹਾਡੇ ਸਵਾਲ ਤੇ ਆ ਰਿਹਾ ਕਿ ਸਾਡੀਆਂ ਸਾਂਝਾਂ, ਹਨਾ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਧਰਮ ਪ੍ਰਚਾਰ ਲਈ ਨਿਕਲੇ ਸੀ, ਤਾਂ ਇੱਥੇ ਬਹਾਦਰਗੜ੍ਹ ਦਾ ਅਸਲ ਨਾਂ ਸੈਫਾਬਾਦ ਹੈ ਜੀ। ਕਿਲੇ ਦਾ ਨੂੰ ਇਸ ਬਾਰੇ ਲਿਸਨਰ ਨੂੰ ਪਤਾ ਹੋਵੇ, ਇਸ ਚੀਜ਼ ਬਾਰੇ ਘੱਟ ਪਤਾ ਹੋਊਗਾ ਮੈਨੂੰ ਲੱਗਦਾ, ਪਰ ਕਿਉਂਕਿ ਸੈਫਾਬਾਦ ਜਿਹੜਾ ਹੈ ਸੈਫੂਦੀਨ ਜੀ ਦਾ ਵਸਾਇਆ ਹੋਇਆ ਜੀ ਜੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਥੋਂ ਆਏ, ਇੱਥੇ ਜੂਹ ਤੇ ਪਹੁੰਚੇ, ਕਿਉਂਕਿ ਇਹਨਾਂ ਨੂੰ ਖਬਰ ਹੋ ਚੁੱਕੀ ਸੀ ਸੈਫੂਦੀਨ ਜੀ ਨੂੰ ਕਿ ਗੁਰੂ ਸਾਹਿਬ ਇੱਥੇ ਲੰਘ ਰਹੇ ਨੇ, ਆ ਰਹੇ ਨੇ ਧਰਮ ਪ੍ਰਚਾਰ ਲਈ, ਤਾਂ ਇਹਨਾਂ ਤੋਂ ਖੁਸ਼ੀ ਜਿਹੜੀ ਸੀ, ਚਾਅ ਚੱਕਿਆ ਨਾ ਗਿਆ, ਇਹ ਬਹਾਦਰਗੜ੍ਹ ਦੀ ਜੂਹ ਤੇ ਆ ਗਏ। ਜੂਹ ਤੇ ਆਣ ਕੇ ਗੁਰੂ ਜੀ ਨੂੰ ਨਮਸਕਾਰ ਬੁਲਾਇਆ, ਇਹਨਾਂ ਨੇ ਅਦਬ ਦਿੱਤਾ, ਸਤਿਕਾਰ ਦਿੱਤਾ ਜੀ। ਤਾਂ ਗੁਰੂ ਸਾਹਿਬ ਘੋੜੇ ਤੋਂ ਥੱਲੇ ਜਦੋਂ ਪੈਰ ਲਾਉਣ ਲੱਗੇ, ਤਾਂ ਸੈਫੂਦੀਨ ਜੀ ਨੇ ਕਿਹਾ ਕਿ ਤੁਸੀਂ ਘੋੜੇ ਦੀ ਕਾਠੀ ਤੋਂ ਪੈਰ ਨਹੀਂ ਲਾਉਣਾ, ਮੈਂ ਘੋੜੇ ਦੀ ਲਗਾਮ ਫੜ ਕੇ ਮੂਹਰੇ ਤੁਰੂੰਗਾ, ਤੁਸੀਂ ਘੋੜੇ ਤੇ ਇਸੇ ਤਰ੍ਹਾਂ ਬੈਠੇ ਰਹੋ। ਵਾਹ ਜੀ ਵਾਹ। ਦੇਖੋ ਕਿੱਡੀ ਮੁਹੱਬਤ ਸੀ, ਕਿੱਡਾ ਅਦਬ ਸੀ ਉਸ ਚੀਜ਼ ਦਾ ਜੀ ਜੀ ਜੀ। ਤੇ ਗੁਰੂ ਸਾਹਿਬ ਨਾਲ ਇੰਨੀ ਨੇੜਤਾ ਸੈਫੂਦੀਨ ਜੀ ਦੀ ਬਣੀ ਕਿ ਗੁਰੂ ਸਾਹਿਬ ਆਪਣੇ ਜੀਵਨ ਕਾਲ ਦੇ ਵਿੱਚ 4 ਵਾਰੀ ਇਸ ਸਥਾਨ ਤੇ ਆਏ। ਉਸ ਤੋਂ ਬਿਨਾਂ ਦੇਖੋ ਕਿੱਡੀ ਮੁਹੱਬਤ ਸੀ ਜੀ। ਜਦੋਂ ਕਿਤੇ ਗੁਰੂ ਸਾਹਿਬ ਦੂਰ ਦੇਸ਼ ਕਿਤੇ ਜਾਂਦੇ, ਤੁਰਦੇ ਫਿਰਦੇ, ਸਫ਼ਰ ਚੋਂ ਕੋਈ ਚੰਗੀ ਚੀਜ਼ ਉਹਨਾਂ ਦੇ ਹੱਥ ਲੱਗਣੀ, ਚੰਗਾ ਲੱਗਣਾ, ਉਹਨਾਂ ਨੇ ਜਾਂ ਤਾਂ ਆਪ ਲੈ ਕੇ ਸੈਫੂਦੀਨ ਜੀ ਕੋਲੇ ਆਉਣਾ, ਜਾਂ ਕਿਸੇ ਨਾ ਕਿਸੇ ਕੋਲੇ ਉਹ ਸੌਗਾਤ ਨੂੰ, ਉਹ ਨਿਸ਼ਾਨੀ ਨੂੰ ਇਹਨਾਂ ਕੋਲੇ ਦੇ ਕੇ ਭੇਜਣਾ ਜੀ ਜੀ ਜੀ। ਦੇਖੋ ਕੁਦਰਤ ਦੀ ਵਿਧੀ ਸੀ, ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਸੀ। ਜਦੋਂ ਗੁਰੂ ਸਾਹਿਬ ਦਿੱਲੀ ਸ਼ਹੀਦੀ ਦੇਣ ਲਈ ਨਿਕਲੇ, ਤਾਂ ਠਹਿਰ ਇਹਨਾਂ ਕੋਲੇ ਕੀਤੀ, ਸੈਫੂਦੀਨ ਜੀ ਕੋਲੇ। ਤੇ ਉਸ ਚੀਜ਼ ਦਾ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਠਹਿਰੇ ਹੋਏ ਆ, ਤਾਂ ਉਹਨਾਂ ਨੇ ਵੀ ਪੈੜ ਨੱਪਣੀ ਸ਼ੁਰੂ ਕੀਤੀ। ਸੈਫੂਦੀਨ ਜੀ ਨੂੰ ਵੀ ਪੁੱਛਿਆ ਗਿਆ ਕਿ ਇੱਥੇ ਤੁਹਾਡੇ ਕੋਲ ਠਹਿਰੇ ਹੋਏ ਆ। ਜਿਸ ਦਿਸ਼ਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਗਏ ਸੀ, ਉਸ ਤੋਂ ਉਲਟ ਦਿਸ਼ਾ ਨੂੰ ਤੋੜ ਕੇ ਉਹਨਾਂ ਮੁਗਲਾਂ ਨੂੰ ਗੁਰੂ ਸਾਹਿਬ ਨਾਲ ਵਫਾ ਨਿਭਾਈ। ਤੇ ਜਦੋਂ ਗੁਰੂ ਸਾਹਿਬ ਨੇ ਦਿੱਲੀ ਦੇ ਵਿੱਚ ਸ਼ਹੀਦੀ ਦਿੱਤੀ, ਤਾਂ ਇਸ ਜਿਹੜੀ ਦੁਖਦਾਈ ਖਬਰ ਦਾ ਜਦੋਂ ਇਹਨਾਂ ਨੂੰ ਸੈਫੂਦੀਨ ਜੀ ਨੂੰ ਪਤਾ ਲੱਗਿਆ, ਤੇ ਬਹੁਤ ਸੋਗ ਚ ਡੁੱਬ ਗਏ। ਇਹਨਾਂ ਨੇ 40 ਦਿਨ ਕਾਲੇ ਕੱਪੜੇ ਪਾ ਕੇ ਸੋਗ ਮਨਾਇਆ। ਇਹਨੂੰ ਕਹਿੰਦੇ ਆ ਮੁਹੱਬਤ, ਹਨਾ। ਇਸੇ ਤਰ੍ਹਾਂ ਜੇਕਰ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਸਾਰੇ ਸਿਰ ਝੁਕਾਉਂਦੇ ਆ, ਹਨਾ, ਇੱਕ ਉਹ ਮੈਂ ਕਹਿ ਸਕਦਾ ਰੱਬੀ ਰੂਪ ਨੂੰ ਹਰ ਇੱਕ ਬੰਦਾ ਸਤਿਕਾਰਦਾ, ਪਰ ਉਸ ਸ਼ਖਸੀਅਤ ਨੂੰ ਰੱਬ ਰੁਤਬਾ ਦੇਣ ਵਾਲੀਆਂ ਤਿੰਨੋਂ ਜਿਹੜੀਆਂ ਸ਼ਖਸੀਅਤਾਂ ਸੀ, ਤਿੰਨੋਂ ਹੀ ਮੁਸਲਮਾਨ ਸੀ। ਚਾਹੇ ਤੁਸੀਂ ਮਾਈ ਦੌਲਤਾਂ ਜੀ ਦੀ ਗੱਲ ਕਰ ਲਓ, ਜਿਹੜੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਾਈ ਜੀ ਸੀਗੇ ਜੀ, ਹਨਾ ਜੀ। ਚਾਹੇ ਤੁਸੀਂ ਰਾਏ ਬਲਾਰ ਸਾਹਿਬ ਦੀ ਗੱਲ ਕਰ ਲਓ, ਜਿਨ੍ਹਾਂ ਨੇ ਬੇਬੇ ਨਾਨਕੀ ਦਾ ਰਿਸ਼ਤਾ ਭਾਈ ਆਪਣਾ ਜੈ ਰਾਮ ਜੀ ਦੇ ਨਾਲ ਕਰਵਾਇਆ ਸੀ ਜੀ ਜੀ। ਚਾਹੇ ਤੁਸੀਂ ਗੱਲ ਕਰ ਲਓ ਭਾਈ ਮਰਦਾਨਾ ਜੀ ਦੀ, ਜਿਹੜੇ ਕਿ ਗੁਰੂ ਸਾਹਿਬ ਤੋਂ 10 ਸਾਲ ਵੱਡੇ ਸੀ ਜੀ। ਤੇ ਇਹਨਾਂ ਸ਼ਖਸੀਅਤਾਂ ਨੂੰ ਗੁਰੂ ਸਾਹਿਬ ਦੇ ਚਿਹਰੇ ਚੋਂ, ਨੂਰ ਚੋਂ ਨਜ਼ਰ ਆਇਆ ਸੀ ਕਿ ਰੱਬੀ ਰੂਪ ਹੈ ਜੀ ਜੀ ਜੀ। ਠੀਕ ਹੈ ਜੀ। ਇਸੇ ਤਰ੍ਹਾਂ ਹੋਰ ਬਹੁਤ ਉਦਾਹਰਨਾਂ ਨੇ। ਦਰਬਾਰ ਸਾਹਿਬ ਦੀ ਜੇਕਰ ਆਪਾਂ ਗੱਲ ਕਰ ਲਈਏ, ਕਿ ਜਿਹਦੀ ਨੀਂਹ ਆਪਾਂ ਜ਼ਿਕਰ ਕਰਦੇ ਹਾਂ ਕਿ ਦਰਬਾਰ ਸਾਹਿਬ ਦਾ ਜਿਹੜੀ ਨੀਂਹ ਹੈ ਉਹ ਸਾਈਂ ਮੀਆਂ ਮੀਰ ਜੀ ਵੱਲੋਂ ਰੱਖੀ। ਬਿਲਕੁਲ ਬਿਲਕੁਲ ਜੀ। ਪਰ ਜਦ ਅਸੀਂ ਹੋਰ ਡੂੰਘਾਈ ਚ ਜਾ ਕੇ ਘੋਖਦੇ ਹਾਂ, ਤਾਂ ਸਾਡੇ ਸਾਹਮਣੇ ਇਹ ਵੀ ਨਾਲ ਹੀ ਆਉਂਦਾ ਕਿ ਇਸ ਦੇ ਪਵਿੱਤਰ ਸਥਾਨ ਦਾ ਜਿਹੜਾ ਸੋਨੇ ਦਾ ਵਰਕ ਹੈ, ਉਹ ਮਿਸਤਰੀ ਯਾਰ ਮੁਹੰਮਦ ਖਾਂ ਵੱਲੋਂ ਕੀਤਾ ਗਿਆ, ਜਿਹਨੂੰ ਕਿ 27 ਸਾਲ ਲੱਗੇ ਸੀ ਜੀ ਜੀ ਜੀ, ਹਨਾ ਜੀ। ਇਸੇ ਤਰ੍ਹਾਂ ਜੇਕਰ ਤੁਸੀਂ ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਗੱਲ ਕਰਦੇ ਹੋ, ਭਾਈ ਬਚਿੱਤਰ ਸਿੰਘ ਜੀ ਨੂੰ ਤਾਂ ਜਾਣਦੀ ਹੋਊਗੀ ਸੰਗਤ, ਮੈਨੂੰ ਉਮੀਦ ਹੈ, ਕਿਉਂਕਿ ਜਾਣਨਾ ਸਾਡਾ ਫਰਜ਼ ਹੈ, ਸਾਡਾ ਇਤਿਹਾਸ ਹੈ, ਹਨਾ। ਸਾਡਾ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਬੜੇ ਧਿਆਨ ਨਾਲ ਸੁਣੀਏ ਤੇ ਇਸ ਚੀਜ਼ ਨਾਲ ਜੁੜੀਏ।
ਜੀ। ਕਿਉਂਕਿ ਅਸੀਂ ਤਦੇ ਆਪਣੀਆਂ ਕੌਮਾਂ ਬਚਾ ਸਕਦੇ ਹਾਂ ਜੇ ਅਸੀਂ ਆਪਣੇ ਇਤਿਹਾਸ ਨੂੰ ਜਾਣੂ ਹੋਵਾਂਗੇ। ਬਿਲਕੁਲ। ਕਿਉਂਕਿ ਅੱਗੇ ਦਾਦੀਆਂ ਨਾਨੀਆਂ ਕਹਾਣੀਆਂ ਸੁਣਾਉਂਦੀਆਂ ਸੀ, ਜੀ ਬਾਤਾਂ ਪੈਂਦੀਆਂ ਸੀ, ਪਰਿਵਾਰਾਂ ਦੇ ਵਿੱਚ ਇੱਕ ਜੋੜ ਸੀ, ਇਕੱਠੇ ਹੋ ਕੇ ਬੈਠਣ ਦਾ ਬਹਾਨਾ ਸੀ, ਜੀ ਹਨਾ। ਸੋ ਸਾਡਾ ਇਤਿਹਾਸ ਹੈ, ਮੂਲਵਾਨ ਇਤਿਹਾਸ। ਤਾਂ ਕਿੱਡੇ ਭਾਗਾਂ ਵਾਲੇ ਆ ਕਿ ਸਾਡਾ ਇਤਿਹਾਸ ਐਡਾ ਮੂਲਵਾਨ ਹੈ। ਇੱਥੇ ਤਾਂ ਮੈਂ ਕਹਿੰਦਾ ਪਤਾ ਹੀ ਨਹੀਂ ਹੁੰਦਾ ਵੀ ਕੀ ਹੋ ਗਿਆ ਕੀ ਹੋਣਾ। ਜੀ। ਸੋ ਗੱਲ ਬਚਿੱਤਰ ਸਿੰਘ ਜੀ ਉਹਨਾਂ ਦੀ ਕਰਦਾ ਮੈਂ। ਭਾਈ ਬਚਿੱਤਰ ਸਿੰਘ ਜੀ ਉਹਨੀ ਜਦੋਂ ਸ਼ਹੀਦੀ ਹਾਲਤ ਦੇ ਵਿੱਚ ਕੋਟਲਾ ਨਿਹੰਖਾਂ, ਉਹਨਾਂ ਦੇ ਰੋਪੜ ਦੇ ਕੋਲੇ ਕੋਟਲਾ ਨਿਹੰਖਾਂ ਜੀ ਜੀ। ਕਰਕੇ ਜਾਣਦੀ ਹੋਊਗੀ ਸੰਗਤ, ਹੂੰ। ਗੁਰੂ ਘਰ ਬਣਿਆ ਹੋਇਆ, ਜੀ ਉੱਥੇ ਜਦੋਂ ਉਹਨਾਂ ਕੋਲੇ ਆਏ ਸੀ ਤਾਂ ਉਹ ਜੀ ਜ਼ਖਮੀ ਹਾਲਤ ਦੇ ਵਿੱਚ ਸੀ, ਜ਼ਖਮੀ ਸਥਿਤੀ ਦੇ ਵਿੱਚ ਸੀ। ਜੀ। ਤਾਂ ਜਦੋਂ ਦੇਖਿਆ ਗਿਆ ਉਹਨਾਂ ਦਾ ਸਰੀਰ ਕੋਟਲਾ ਨਿਹੰਗ ਖਾਂ ਜੀ ਵੱਲੋਂ, ਤਾਂ ਉਹਨਾਂ ਨੇ ਆਪਦੇ ਕਿਲੇ ਦੇ ਵਿੱਚ ਉਹਨਾਂ ਦੀ ਮੱਲਮ ਪੱਟੀ ਲਈ ਆਪਦੀ ਬੇਟੀ ਦੀ ਜ਼ਿੰਮੇਵਾਰੀ ਲਾਈ। ਕਿਉਂਕਿ ਕਾਰਨ ਇਹ ਸੀ, ਉਸ ਵਕਤ ਦੇ ਵਿੱਚ ਮੁਗਲ ਭਾਰੂ ਸੀ, ਮੁਗਲ ਉਸ ਜ਼ੋਰੇ ਸ਼ੋਰ ਦੇ ਵਿੱਚ ਸੀ ਕਿ ਉਹ ਖਤਮ ਕਰ ਦੇਣਾ ਚਾਹੁੰਦੇ ਸੀ ਕੌਮ ਨੂੰ। ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਜੀ ਜਦੋਂ ਇਸ ਗੱਲ ਦਾ ਮੁਗਲਾਂ ਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿੰਘ ਠਹਿਰਿਆ ਹੋਇਆ ਇਹਨਾਂ ਕੋਲੇ ਕੋਟਲਾ ਨਿਹੰਗ ਖਾਂ ਜੀ ਕੋਲ, ਤਾਂ ਉਹਨਾਂ ਨੇ ਆ ਕੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲੇ ਕੋਈ ਸਿੰਘ ਠਹਿਰਿਆ ਹੋਇਆ। ਉਹਨਾਂ ਨੇ ਜਵਾਬ ਦੇ ਦਿੱਤਾ ਕਿ ਯਾਰ ਨਹੀਂ, ਸਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਇਨਸਾਨ ਨਹੀਂ ਆਇਆ, ਕੋਈ ਇਸ ਤਰ੍ਹਾਂ ਦਾ ਸ਼ਖਸ ਨਹੀਂ ਪਹੁੰਚਿਆ। ਤਾਂ ਉਹਨਾਂ ਨੇ ਕੀ ਕੀਤਾ, ਜਾ ਕੇ ਕਹਿੰਦੇ ਅਸੀਂ ਕਿਲੇ ਦੀ ਤਲਾਸ਼ੀ ਲੈਣੀ ਆ। ਮੁਗਲਾਂ ਨੇ ਉਹਨਾਂ ਦੇ ਕਿਲੇ ਦੀ ਸਾਰੇ ਦੀ ਤਲਾਸ਼ੀ ਲਈ, ਦੇਖਿਆ ਗਿਆ ਸਾਰੇ ਕਿਲੇ ਨੂੰ ਖੰਗਾਲ ਕੇ, ਕੁਛ ਹੱਥ ਨਾ ਲੱਗਿਆ। ਇੱਕ ਕਮਰਾ ਸੀ ਜਿੱਥੇ ਉਹਨਾਂ ਦੀ ਬੇਟੀ ਮਾਈ ਮੁਮਤਾਜ਼, ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਮੱਲਮ ਪੱਟੀ ਕਰ ਰਹੀ ਸੀ। ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਕਮਰਾ ਵੀ ਖੋਲਿਆ ਜਾਵੇ। ਤਾਂ ਉਹਨਾਂ ਨੇ ਜਵਾਬ ਦਿੱਤਾ ਕੋਟਲਾ ਨਿਹੰਗ ਖਾਂ ਨੇ ਕਿ ਮੇਰੀ ਧੀ ਤੇ ਜਵਾਈ ਅੰਦਰ ਪਏ ਆ, ਆਰਾਮ ਕਰ ਰਹੇ ਆ, ਇਸ ਕਰਕੇ ਮੈਂ ਕਮਰਾ ਨਹੀਂ ਖੋਲ ਸਕਦਾ। ਉਹਨਾਂ ਨੇ ਉਹਨਾਂ ਦੀ ਤਸੱਲੀ ਦੇ ਲਈ ਆਵਾਜ਼ ਵੀ ਮਾਰੀ। ਆਪਣਾ ਕੋਟਲਾ ਨਿਹੰਗ ਖਾਂ ਜੀ ਨੇ ਕਿਹਾ ਕਿ ਮੁਸਾਫਿਰ ਸੁੱਤੇ ਆ ਕਿ ਜਾਗਦੇ ਆ। ਅੰਦਰੋਂ ਜਿਹੜੀ ਆਵਾਜ਼ ਆਈ ਸੀ ਉਹ ਉਹਨਾਂ ਦੀ ਬੇਟੀ ਦੀ ਸੀ ਕਿ ਮੁਸਾਫਿਰ ਅਜੇ ਆਰਾਮ ਫਰਮਾ ਰਹੇ ਨੇ। ਇੰਨੀ ਗੱਲ ਸੁਣ ਕੇ ਉਹਨਾਂ ਦੀ ਤਸੱਲੀ ਹੋ ਗਈ, ਉਹ ਆਪਣੇ ਘਰ ਨੂੰ ਮਤਲਬ ਵਾਪਸੀ ਹੋਈ ਮੁਗਲਾਂ ਦੀ। ਸਮਾਂ ਪਿਆ, ਜ਼ਖਮਾਂ ਦੀ ਤਾਬ ਨਾਲ ਝੱਲਦੇ ਹੋਏ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹੀਦੀ ਵਕਤ ਗੁਜ਼ਰਿਆ, ਸਮਾਂ ਬਦਲ ਗਿਆ, ਹਨਾ। ਸਮੇਂ ਬਦਲਣ ਤੋਂ ਬਾਅਦ ਉਸੇ ਮੁਮਤਾਜ਼ ਦਾ ਜਦੋਂ ਭਾਈ ਆਪਣਾ ਕੋਟਲਾ ਨਿਹੰਗ ਖਾਂ ਜੀ ਨਿਕਾਹ ਪੜ੍ਹਾਉਣ ਲੱਗੇ ਜੀ, ਤਾਂ ਮਾਈ ਮੁਮਤਾਜ਼ ਨੇ ਜਵਾਬ ਦਿੱਤਾ ਕਿ ਅੱਬਾ ਜਾਨ ਮੈਂ ਵਿਆਹ ਨਹੀਂ ਕਰਾਉਣਾ। ਉਹਨੂੰ ਪੁੱਛਿਆ ਗਿਆ ਕਿ ਤੂੰ ਵਿਆਹ ਕਿਉਂ ਨਹੀਂ ਕਰਾਉਣਾ ਚਾਹੁੰਦੀ? ਉਹ ਕਹਿੰਦੀ ਅੱਬਾ ਜਾਨ ਤੁਸੀਂ ਯਾਦ ਕਰੋ ਜਦੋਂ ਆਪਣੇ ਕੋਲੇ ਭਾਈ ਬਚਿੱਤਰ ਸਿੰਘ ਹੁਣੀ ਆਏ ਹੋਏ ਸੀ, ਮੈਂ ਉਹਨਾਂ ਦੀ ਮੱਲਮ ਪੱਟੀ ਕਰਦੀ ਸੀ, ਤੁਸੀਂ ਬਾਹਰ ਮੁਗਲਾਂ ਨੂੰ ਇਹ ਕਹਿ ਕੇ ਮੁੜਿਆ ਸੀ ਕਿ ਮੇਰੇ ਧੀ ਤੇ ਜਵਾਈ ਪਏ ਆ। ਅੱਬਾ ਜਾਨ ਮੈਂ ਤਾਂ ਉਸੇ ਦਿਨ ਵਿਧਵਾ ਹੋ ਗਈ, ਮੈਂ ਵਿਆਹ ਨਹੀਂ ਕਰਾਉਣਾ, ਕਿਉਂਕਿ ਜੇਕਰ ਮੈਂ ਵਿਆਹ ਕਰਾਉਣੀ ਆ ਤਾਂ ਉਸ ਪਾਕ ਪਵਿੱਤਰ ਰਿਸ਼ਤੇ ਨੂੰ ਦਾਗ ਲੱਗੇ। ਤੇ ਉਸ ਸ਼ਖਸੀਅਤ ਨੇ ਸਾਰੀ ਜ਼ਿੰਦਗੀ ਰੱਬ ਦੇ ਲੇਖੇ ਲਾ ਕੇ ਰੱਬ ਦੀ ਇਬਾਦਤ ਦੇ ਵਿੱਚ, ਅੱਲਾਹ ਪਾਕ ਦੀ ਇਬਾਦਤ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ। ਤੇ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਕਿਲਾ ਸੀ, ਅੱਜ ਕੱਲ ਗੁਰੂ ਘਰ ਉਸਰਿਆ ਹੋਇਆ, ਬੜੀ ਪਿੰਡ ਹੈ ਰੋਪੜ ਤੋਂ 20 ਕਿਲੋਮੀਟਰ ਅੱਗੇ ਜੰਗਲ ਬਣਿਆ ਹੋਇਆ, ਜੰਗਲ ਦੇ ਨੇੜੇ ਉਹਨਾਂ ਦੀ ਕਬਰ ਵੀ ਹੈ। ਤਾਂ ਮੈਂ ਹੁਣ ਗੱਲ ਇਹ ਕਰਦਾ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਪੱਖ ਨੇ, ਇਸ ਜਿਹੜੀਆਂ ਸਾਂਝਾਂ ਨੇ, ਉਹ ਸਾਂਝਾਂ ਸਾਡੀਆਂ ਇਸ ਕਿਤਾਬ ਦੇ ਵਿੱਚ ਮੈਂ 80 ਦੇ ਕਰੀਬ ਸਮੇਟੀਆਂ। ਮੇਰੀ ਕੋਸ਼ਿਸ਼ ਹੈ ਜਿਹੜੀ ਸੰਗਤ, ਜਿਹੜਾ ਪਾਠਕ ਪੜ੍ਹਨਾ ਚਾਹੁੰਦਾ, ਮੇਰੇ ਕੋਲੋਂ ਰਾਜਪੁਰਿਓਂ ਲੈ ਲਵੇ, ਜੇ ਕੋਈ ਨੇੜੇ ਤੇੜੇ ਜਿੱਥੇ ਹੈਗਾ ਹਨਾ ਮੈਥੋਂ ਲੈ ਸਕਦਾ, ਕਿਸੇ ਬੰਦੇ ਨੂੰ ਭੇਜ ਕੇ ਲੈ ਲਵੇ, ਬਿਲਕੁਲ ਫ੍ਰੀ ਹੈ, ਕਿਸੇ ਤੋਂ ਕੋਈ ਅਸੀਂ ਪੈਸਾ ਨਹੀਂ ਲੈਣਾ, ਕਿਉਂਕਿ ਇਹ ਕਿਤਾਬ ਅਸੀਂ ਸੰਗਤ ਦੇ ਸਹਿਯੋਗ ਨਾਲ ਛਾਪੀ ਸੀ ਤੇ ਉਸੇ ਤਰ੍ਹਾਂ ਵੰਡ ਰਹੇ ਹਾਂ। ਠੀਕ ਹੈ ਜੀ, ਅਸੀਂ ਕਦੇ ਵੀ ਕਿਸੇ ਨੂੰ ਇਸ ਚੀਜ਼ ਦੀ ਮੰਗ ਨਹੀਂ ਰੱਖੀ, ਬਿਲਕੁਲ ਵੀ। ਇਹ ਬਹੁਤ ਵੱਡਾ ਉਪਰਾਲਾ ਹੈ ਅਲੀ ਰਾਜਪੁਰਾ ਜੀ। ਤੁਸੀਂ ਜਿਹੜਾ ਕੰਮ ਸਾਡੀ ਸਿਰਮੌਰ ਸੰਸਥਾਵਾਂ ਨੂੰ, ਸਾਡੇ ਸਿੱਖ ਆਗੂਆਂ ਨੂੰ ਕਰਨਾ ਚਾਹੀਦਾ ਹੈਗਾ, ਉਹ ਕੰਮ ਤੁਸੀਂ ਕਰ ਰਹੇ ਹੋ। ਔਰ ਮੈਂ ਤੁਹਾਡੇ ਨਾਲ ਜੁੜਿਆ ਹੋਇਆ, ਮੈਂ ਦੇਖਿਆ, ਤੇ ਬਹੁਤ ਵੱਡਾ ਉਪਰਾਲਾ ਇਹ ਜਿਹੜਾ ਤੁਸੀਂ ਕੀਤਾ ਹੈ ਜਾਂ ਕਰ ਰਹੇ ਹੋ। ਤੇ ਆਪਾਂ ਹੁਣ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ ਥੋੜਾ ਜਿਹਾ, ਕਿਉਂਕਿ ਤੁਸੀਂ ਵੀ ਜਲਦੀ ਚੋ। ਤੇ ਹੁਣ ਤੱਕ ਜਿਹੜੀਆਂ ਆਪਣੀਆਂ ਕਿੰਨੀ ਕੁ ਕਿਤਾਬਾਂ ਛਪ ਚੁੱਕੀਆਂ, ਥੋੜਾ ਜਿਹਾ ਜੇ ਉਹਨਾਂ ਦਾ ਨਾਮ ਵੀ ਤੁਸੀਂ ਬੋਲ ਕੇ ਜਿਹੜਾ ਹੈਗਾ ਜੇ ਦੱਸ ਸਕਦੇ ਹੋ, ਤਾਂ ਕਿ ਸਾਡੇ ਜਿਹੜੇ ਲਿਸਨਰ ਹੈ ਉਹ ਬਾਅਦ ਦੇ ਵਿੱਚ ਵੀ ਹੁਣ ਵੀ ਜਿਹੜਾ ਸੁਣ ਕੇ ਜੇ ਉਹ ਕਿਤਾਬ ਖਰੀਦਣਾ ਚਾਹਣ ਤਾਂ ਉਹ ਲੈਣਾ ਚਾਹਣ ਤਾਂ ਲੈ ਸਕਦੇ ਆ। ਤਾਂ ਕੋਸ਼ਿਸ਼ ਕਰਾਂਗੇ ਅਸੀਂ ਵੀ ਨਾਲ ਹੋ ਕੇ ਤੁਹਾਡਾ ਯੋਗਦਾਨ ਪਾਵਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕੈਨੇਡਾ ਦੇ ਵਿੱਚ ਇਸ ਬੁੱਕ ਨੂੰ, ਜਿਹੜਾ ਖਾਸ ਕਰਕੇ ਵੱਡਾ ਘੱਲੂਘਾਰਾ, ਇਹਨੂੰ ਜਿਹੜਾ ਉਪਲਬਧ ਕਰਵਾਇਆ ਜਾਵੇ, ਔਰ ਪੰਜਾਬੀ ਦੇ ਬਾਰੇ ਜਿਹੜਾ ਹੈਗਾ ਤਾਂ ਕਿ ਵੱਧ ਤੋਂ ਵੱਧ ਪ੍ਰਚਾਰ ਜਿਹੜਾ ਕੀਤਾ ਜਾਵੇ ਜੀ। ਸੋ ਥੋੜਾ ਜਿਹਾ ਇਹਦੇ ਬਾਰੇ ਜਾਣਨਾ ਬਹੁਤ, ਕਿੰਨੀ ਕੁ ਬੁੱਕਾਂ ਆਪਣੀਆਂ ਤੱਕ ਛਪ ਕਰਨੀ?
ਮੇਰੀਆਂ ਲਗਭਗ ਹੁਣ 21ਵੀਂ ਕਿਤਾਬ ਸੀ ਜਿਹੜੀ ਆਪਣੀ ਇਹ ਸੀ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ। ਅੱਜ ਕੱਲ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਕੰਮ ਕਰ ਰਿਹਾ, ਕਿਉਂਕਿ ਇਸ ਤੋਂ ਬਿਨਾਂ ਮੈਂ ਅਸਲ 'ਚ ਕੀ ਕਰ ਰਿਹਾ, 2010 ਤੋਂ ਬਾਅਦ ਸਿੱਖ ਇਤਿਹਾਸ ਨਾਲ ਜੁੜ ਗਿਆ ਸੀ। ਜੀ ਯੂ ਟਰਨ ਸੀ ਬਸ, ਉਸ ਦਿਨ ਏਦਾਂ ਦਾ ਉਹ ਦਿਨ ਗਿਆ ਤੇ ਆਹ ਦਿਨ ਆ ਗਿਆ। ਉਸ ਦਿਨ ਤੋਂ ਬਾਅਦ ਮੁੜ ਕੇ ਪਿੱਛੇ ਝਾਕਿਆ ਨਹੀਂ। ਮੈਂ ਗਾਇਕੀ ਦਾ ਤੁਹਾਨੂੰ ਦੱਸਿਆ ਸੀ ਹਨਾ ਕਿ ਮੈਂ ਭਰਿਆ ਮੇਲਾ ਛੱਡਤਾ ਸੀਗਾ, ਕਿਉਂਕਿ ਮੈਂ ਗੁਰੂ ਘਰਾਂ ਦੇ ਵਿੱਚ ਜਾਣਾ ਹੁੰਦਾ ਹਨਾ, ਸੰਗਤ ਦੇ ਵਿੱਚ ਬੋਲਣਾ ਕਰਨਾ ਹੁੰਦਾ। ਮੈਂ ਆਪਦੇ ਦੋ ਚਿਹਰੇ ਨਹੀਂ ਬਣਾਉਣਾ ਚਾਹੁੰਦਾ, ਮੈਂ ਜੋ ਅੰਦਰੋਂ ਆ ਉਹੀ ਬਾਹਰੋਂ ਨਜ਼ਰ ਆਉਣਾ ਚਾਹੁੰਦਾ। ਇਸ ਕਰਕੇ ਮੈਂ ਮਤਲਬ ਮੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਮੈਨੂੰ ਸ਼ੋਹਰਤ ਚਾਹੀਦੀ ਆ ਜਾਂ ਕਿਸੇ ਤਰ੍ਹਾਂ ਦੀ। ਮੈਨੂੰ ਬਸ ਤਸੱਲੀ ਆ, ਮੈਂ ਆਪਦਾ ਕੰਮ ਨੂੰ ਪੂਰੀ ਇਕਾਗਰਤਾ ਦੇ ਨਾਲ, ਇਮਾਨਦਾਰੀ ਦੇ ਨਾਲ, ਜਾਗਦੇ ਜ਼ਮੀਰ ਨਾਲ ਪ੍ਰਮਾਤਮਾ ਮੇਰੇ ਤੋਂ ਕੰਮ ਲੈਂਦਾ ਰਵੇ, ਮੈਂ ਕਰਨ ਨੂੰ ਰਾਜੀ ਹਾਂ। ਕਿਉਂਕਿ ਮੈਂ ਉਸ ਤਰ੍ਹਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਕਾਚੌਂਦ ਹੁੰਦੀ ਹੈ, ਚਮਕ ਹੁੰਦੀ ਹੈ, ਮੈਂ ਉਸ ਚਮਕ ਦੇ ਵਿੱਚ ਪੈਣਾ ਨਹੀਂ ਚਾਹੁੰਦਾ। ਕਿਉਂਕਿ ਮੇਰੀ ਮਾਂ ਨੇ ਇੱਕੋ ਗੱਲ ਕਹੀ ਸੀ ਕਿ ਪੁੱਤ ਜ਼ਿੰਦਗੀ ਦੇ ਵਿੱਚ ਏਦਾਂ ਦਾ ਕੋਈ ਕਰਮ ਨਾ ਕਰੀ ਜਿਹਦੇ ਕਰਕੇ ਕੋਈ ਦੂਜਾ ਬੰਦਾ ਤੈਨੂੰ ਗਾਲ ਕੱਢੇ। ਕਿਉਂਕਿ ਉਹ ਗਾਲ ਜਾਂ ਤਾਂ ਮਾਂ ਦੀ ਕੱਢੂ ਜਾਂ ਭੈਣ ਦੀ ਕੱਢੂ, ਉਹ ਮੈਨੂੰ ਲੱਗੂ, ਮੇਰੀ ਧੀ ਨੂੰ ਲੱਗੂ, ਪੁੱਤ ਮੇਰੇ ਇਹੋ ਜਿਹਾ ਕਰਮ ਨਾ ਕਮਾਈ। ਤੇ ਅੱਜ ਜਿੱਥੇ ਕਿਤੇ ਵੀ ਹੈਗਾ ਆਪਦੀ ਮਾਂ ਕਰਕੇ, ਆਪਦੇ ਪਿਓ ਕਰਕੇ ਆ। ਅਦਰਵਾਈਜ਼ ਮੇਰੀ ਔਕਾਤ ਮੈਂ ਤਾਂ ਮਿੱਟੀ ਦੇ ਕਣ ਵਰਗਾ ਵੀ ਨਹੀਂ ਹੈਗਾ। ਇਹ ਜੋ ਬਖਸ਼ਿਸ਼ ਹੈ ਮੈਨੂੰ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ, ਉਸ ਦਾਤੇ ਪ੍ਰਮਾਤਮਾ ਅੱਲਾਹ ਪਾਕ ਦੀ ਰਜ਼ਾ 'ਚ ਹੋਇਆ। ਮੇਰੀ ਕੀ ਔਕਾਤ ਸੀ ਨਹੀਂ ਮੈਂ ਕੁਛ ਕਰ ਲੈਂਦਾ। ਤੁਹਾਡੇ ਵਰਗੇ ਭਾਵੇਂ ਦੇਖੋ ਮੇਰਾ ਮੈਂ ਲਿਖ ਲਿਆ ਹਨਾ, ਤੁਹਾਡੇ ਵਰਗੇ ਭੈਣ ਭਰਾਵਾਂ ਨੇ ਸਹਿਯੋਗ ਦੇ ਕੇ ਛਾਪ ਲਿਆ ਹਨਾ। ਇਸ ਕਰਕੇ ਮੈਂ ਅੱਜ ਤੱਕ ਤੁਹਾਡੇ ਵਿਦੇਸ਼ਾਂ ਦੇ ਵਿੱਚੋਂ ਬਹੁਤ ਲੋਕਾਂ ਦੇ ਵਿਚਾਰੀ ਸੰਗਤ ਦੇ ਫੋਨ ਆਉਂਦੇ ਆ, ਕਈ ਵਿਚਾਰੇ ਕਹਿ ਦਿੰਦੇ ਆ ਸਾਨੂੰ ਭੇਜ ਦਿਓ ਕਿਤਾਬ। ਗੱਲ ਏਦਾਂ ਹੁੰਦੀ ਆ ਕਿ ਜਦੋਂ ਕੋਈ ਬੰਦਾ ਤੁਹਾਨੂੰ ਕਿਤਾਬ ਭੇਜਣ ਲਈ ਕਹਿੰਦਾ ਖਰਚਾ ਵੀ ਦੇ ਦੂੰਗਾ, ਕਹਿ ਦਿੰਦਾ ਅਗਲਾ। ਦੇਖੋ ਜੀ ਉੱਥੇ ਬੰਦਾ ਕੁਐਸਚਨ 'ਚ ਆ ਗਿਆ। ਕੱਲ ਨੂੰ ਜਦੋਂ ਮੈਂ ਅੱਜ ਜਿਵੇਂ ਹਿੱਕ ਤਾਣ ਕੇ ਕਹਿ ਦਿੰਦਾ, ਮੇਰੇ ਨਾਲ ਅਵਤਾਰ ਸਿੰਘ ਸ਼ੇਰਗਿੱਲੋਂ ਨਹੀਂ ਜੁੜੇ ਹੋਇਆ ਪੰਜਾਬ ਦੇ, ਟੱਚਵੁੱਡ ਮੈਂ ਇਹ ਕਰਦਾ ਕਿ ਖੁਸ਼ ਨਸੀਬ ਆ ਕਿ ਪੰਜਾਬ ਦੀਆਂ ਬਹੁਤ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ IPS PCS IPS ਆਫੀਸਰ ਮੇਰੇ ਨਾਲ ਜੁੜੇ ਹੋਏ ਨੇ ਵਿਚਾਰੇ, ਜਿਹੜੇ ਮੈਨੂੰ ਸਹਿਯੋਗ ਕਰਦੇ ਆ ਹਨਾ ਜੀ। ਚੰਗੇ ਲੋਕ ਜੁੜੇ ਹੋਏ ਨੇ ਤੇ ਜੇਕਰ ਜ਼ਮੀਰ ਜਾਗਦਾ ਤਾਂ ਜੁੜੇ ਹੋਏ ਨੇ ਜੀ। ਬਿਲਕੁਲ ਠੀਕ ਹੈ ਜੀ। ਸੰਗਤ ਦੇ ਸਹਿਯੋਗ ਨਾਲ ਜਦੋਂ ਅਸੀਂ ਛਾਪਣੀ ਹੁੰਦੀ ਆ ਕਿਤਾਬ, ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਅਸੀਂ ਹੁਣ ਐਡੀਸ਼ਨ ਛਾਪ ਰਹੇ ਹਾਂ ਜੀ, ਜੋ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਕਰ ਸਕਦੇ। ਪਰ ਅਦਰਵਾਈਜ਼ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕੋਰੀਅਰ ਕਰਨੀ ਬਾਈ ਜੀ ਅਗਲੇ ਨੇ 100 ਰੁਪਇਆ ਪਾ ਕੇ ਦਾਗੀ ਕਰਨਾ ਕਿ ਮੈਂ ਕਿਤਾਬ ਮੁੱਲ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਜੀ, ਮੈਂ ਉਸ ਦਾਗ ਦੇ ਵਿੱਚ ਨਹੀਂ ਆਉਣਾ ਚਾਹੁੰਦਾ। ਅਸੀਂ ਕਿੱਥੇ ਜਿਵੇਂ ਹੁਣ ਲੁਧਿਆਣੇ ਮੇਰੇ ਸੰਪਰਕ ਦੇ ਵਿੱਚ ਹੈਗੇ ਨੇ, ਮੋਗੇ ਹੈਗੇ ਨੇ, ਜਿੱਥੇ ਕਿਤੇ ਸਾਡੇ ਸਹਿਯੋਗੀ ਦੋਸਤ ਮਿੱਤਰ ਹੈਗੇ ਨੇ, ਅਸੀਂ ਉਹਨਾਂ ਕੋਲੇ ਕਿਤਾਬ ਰੱਖ ਦਿੰਦੇ ਹਾਂ। ਜਦੋਂ ਕਿਸੇ ਭੈਣ ਭਰਾ ਦਾ ਫੋਨ ਆਉਣਾ, ਉਹਨੂੰ ਕਹਿਣਾ ਭਾਈ ਫਲਾਣੀ ਥਾਂ ਤੋਂ ਚੱਕ ਲਓ। ਠੀਕ ਹੈ ਜੀ, ਉਹਦੇ ਨਾਲ ਮੇਰੇ ਮਨ ਨੂੰ ਤਸੱਲੀ ਹੈ। ਕੱਲ ਨੂੰ ਕੋਈ ਮੇਰੇ ਨਾਂ ਤੇ ਕੋਈ ਪੈਸੇ ਲੈ ਜਾਏ, ਮੈਂ ਨਹੀਂ ਉਸ ਚੀਜ਼ ਬਾਰੇ ਨਹੀਂ, ਪਰ ਮੈਂ ਕਿਸੇ ਤੋਂ ਵੀ ਨਹੀਂ ਲੈਣੇ। ਜਦੋਂ ਕਿਤਾਬ ਜਿਸ ਸ਼ਖਸੀਅਤ ਨੂੰ, ਕਿਸੇ ਬੰਦੇ ਨੂੰ ਕਿਤਾਬ ਚਾਹੀਦੀ ਹੈ, ਕਿਸੇ ਭੈਣ ਭਰਾ ਨੂੰ ਚਾਹੀਦੀ ਹੈ, ਮੈਥੋਂ ਜਦੋਂ ਮਰਜ਼ੀ ਲੈ ਲਵੇ। ਰਾਜਪੁਰੇ ਮੇਰੇ ਕੋਲ ਕਿਤਾਬਾਂ ਹੈਗੀਆਂ ਨੇ। ਠੀਕ ਹੈ ਜੀ, ਹੁਣ ਅਮਰੀਕਾ ਵੱਲੋਂ ਸਪਾਂਸਰ ਹੋਈ ਹੈ ਕਿਤਾਬ ਜੀ। ਇੱਕ ਸਰਬਜੀਤ ਸਿੰਘ ਜੀ ਬਾਈ ਜੀ ਪੁੱਛ ਰਹੇ ਆ, ਕਹਿੰਦੇ ਵੀ ਆਨਲਾਈਨ ਕਿਸ ਤਰ੍ਹਾਂ ਮਿਲ ਸਕਦੀ ਹੈ ਇਹ ਬੁੱਕਸ ਵਗੈਰਾ ਤੁਹਾਡੀਆਂ, ਹੈ ਕੋਈ ਅਲਟਰਨੇਟ ਜੀ? ਨਹੀਂ, ਆਨਲਾਈਨ ਪਬਲੀਕੇਸ਼ਨ ਫਿਰ ਉਹ ਮੁੱਲ ਵੇਚੂਗੀ ਨਾ, ਮੈਨੂੰ ਉਸ ਚੀਜ਼ ਦਾ ਡਰ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਬੰਦਾ ਮੁੱਲ ਕਿਤਾਬ ਖਰੀਦੇ। ਜਦੋਂ ਸਹਿਯੋਗ ਨਾਲ ਕਿਉਂਕਿ ਪਬਲੀਕੇਸ਼ਨ ਦਾ ਦੇਖੋ ਜੀ ਉਹਨਾਂ ਦਾ ਬਿਜ਼ਨਸ ਹੈ, ਸਾਡਾ ਸਵਾਦ ਹੈ। ਅਸੀਂ ਤਾਂ ਆਪਣੇ ਸਵਾਦ ਨੂੰ ਕੰਮ ਕਰ ਰਹੇ ਹਾਂ ਕਿ ਮੇਰੇ ਰੂਹ ਨੂੰ ਤਸੱਲੀ ਹੈ ਯਾਰ, ਮੇਰੀ ਆਪਣੇ ਮਨ ਦੀ ਤਸੱਲੀ ਹੈ ਕਿ ਯਾਰ ਮੈਂ ਕੰਮ ਕੀਤਾ, ਪ੍ਰਮਾਤਮਾ ਨੇ ਕਰਵਾਇਆ, ਇਹਨੂੰ ਚੰਗੇ ਕੰਮ ਲਈ ਵਰਤ ਲਿਆ ਜਾਵੇ। ਸ਼ਾਇਦ ਹੁਣ ਅਸੀਂ ਉੱਥੇ ਵੰਡੀਏ ਕਿਤਾਬ, ਆਪਣੇ ਅੰਦੋਲਨ ਦੇ ਵਿੱਚ ਵੀ ਅਸੀਂ ਕਿਤਾਬ ਵੰਡਾਂਗੇ, ਬਾਬਾ ਨਾਨਕ ਸੁੱਖ ਰੱਖੇ ਪ੍ਰਮਾਤਮਾ। ਸਾਡੀ ਕੋਸ਼ਿਸ਼ ਹੈ ਕਿ ਉੱਥੇ ਵੀ ਸਿੱਖਾਂ ਤੇ ਮੁਸਲਮਾਨਾਂ ਦੀਆਂ ਸਾਂਝਾਂ ਦਾ ਇੱਕ ਪ੍ਰਮਾਣ ਮਿਲ ਰਿਹਾ, ਪ੍ਰਤੱਖ ਦਿਖ ਰਿਹਾ, ਨਜ਼ਰ ਆ ਰਿਹਾ ਸਾਰਾ ਕੁਝ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਚੰਗਾ ਕਾਰਜ ਹੈ, ਇਹਦੇ ਵਿੱਚ 80 ਦੇ ਕਰੀਬ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਆਪਸੀ ਗੁਰੂ ਸਾਹਿਬ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਰਿਹਾ, ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਜੋੜ ਤੋੜ ਦੇ ਨਾਲ ਜੁੜੇ ਰਹੇ ਆਪਸ ਦੇ ਵਿੱਚ। ਮੈਂ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕਿਸ ਇਤਿਹਾਸ ਦੇ ਵਾਰਿਸ ਹਾਂ, ਸਾਡਾ ਜਿਹੜਾ ਕਰਮ ਕਾਂਡ ਹੈ ਕਿੱਦਾਂ ਦਾ ਹੈਗਾ ਜੀ। ਜੀ ਜੀ ਜੀ। ਤੇ ਵੱਡਾ ਘੱਲੂਘਾਰਾ ਬੁੱਕ ਜਿਹੜੀ ਹੈਗੀ ਹੈ ਉਹ ਹੋ ਗਈ, ਤੇ ਬਾਕੀ ਜਿਹੜੀਆਂ ਤੁਹਾਡੀਆਂ ਬੁੱਕਾਂ ਉਹ ਕਿਹੜੀਆਂ ਹੈਗੀਆਂ? ਥੋੜਾ ਜਿਹਾ ਜਿਹੜੀ ਮੇਨ ਜਿਹੜੀ ਸਿੱਖੀ ਨਾਲ ਤੇ ਮੁਸਲਮਾਨਾਂ ਔਰ ਸਿੱਖਾਂ ਦੀ ਸਾਂਝ ਨੂੰ ਜਿਹੜੀ ਉਜਾਗਰ ਕਰਦੀਆਂ ਬੁੱਕਾਂ, ਉਹ ਕਿਹੜੀਆਂ ਹੈਗੀਆਂ? ਅਸਲ 'ਚ ਸਿੱਖ ਇਤਿਹਾਸ ਬਾਰੇ ਫਿਲਹਾਲ ਮੇਰੀਆਂ 2 ਕਿਤਾਬਾਂ ਨੇ, ਤੀਜੀ ਮੈਂ ਲਿਖ ਰਿਹਾ ਅੱਜ ਕੱਲ੍ਹ, ਜਿਹਦੇ ਵਿੱਚ ਵੱਡਾ ਘੱਲੂਘਾਰਾ 1762 ਸ਼ਹੀਦੀ ਸਾਕਾ, ਉਹ ਘੱਲੂਘਾਰੇ ਨਾਲ ਦੇ ਸੰਬੰਧਿਤ ਹੈ। ਤੇ ਜਿਹੜੀ ਹੁਣ ਪਿੱਛੇ ਲਾਸਟ ਈਅਰ ਰਿਲੀਜ਼ ਹੋਈ ਸੀ ਕਿਤਾਬ, ਉਹ ਸੀ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ। ਅੱਜ ਕੱਲ੍ਹ ਜਿਹੜੀ ਮੈਂ ਲਿਖ ਰਿਹਾ ਉਹ ਹੈਗੀ ਹੈ ਲਸਾਨੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਮੁਸਲਮਾਨ ਮਿੱਤਰ ਤੇ ਤੀਰਥ ਯਾਤਰਾ। ਉਹ ਚੀਜ਼ ਤੇ ਕੰਮ ਕਰ ਰਹੇ। ਇਸ ਤੋਂ ਬਿਨਾਂ ਜੇਕਰ ਤੁਸੀਂ ਗੱਲ ਕਰਦੇ ਹੋ ਪੰਜਾਬੀ ਭਾਸ਼ਾ ਬਾਰੇ, ਲੋਕ ਗਾਇਕਾਂ ਬਾਰੇ, ਜਾਂ ਮੇਰੇ ਜਿਹੜੇ ਰੇਖਾ ਚਿੱਤਰ ਨੇ
ਮੇਰੇ ਆਪਣੇ ਪ੍ਰਕਾਸ਼ਿਤ ਲੇਖ ਨੇ, ਉਹਨਾਂ ਬਾਰੇ ਗੱਲ ਕਰਦੇ ਉਹ ਵੱਖੋ ਵੱਖਰੀਆਂ ਨੇ, ਕਿਉਂਕਿ ਮੈਂ ਅੱਜ ਕੱਲ ਉਸ ਚੀਜ਼ ਨੂੰ ਗਿਣਤੀ, ਹਾਂ ਲਘੂ ਨਾਵਲ ਹੋ ਗਈ, ਕਵਿਤਾ ਹੋ ਗਈ, ਹਨਾ, ਕਿਉਂਕਿ ਮੇਰਾ ਵਿਸ਼ਾ ਹੀ ਚੇਂਜ ਹੋ ਗਿਆ, ਸੁਭਾਅ ਹੀ ਚੇਂਜ ਹੋ ਗਿਆ ਉਸ ਚੀਜ਼ ਨੂੰ ਲੈ ਕੇ। ਮੈਂ ਚਾਹੁੰਦਾ ਕਿ ਮੈਂ ਆਪਦੇ ਸਮੇਂ ਦੇ ਦਸਵੰਧ ਤੋਂ ਚੰਗੇ ਕੰਮ ਲਈ ਕੰਮ ਕੱਢਾਂ, ਸਮਾਂ ਕੱਢਾਂ, ਚੰਗੇ ਕੰਮ ਲਈ ਪੜ੍ਹਨ ਤੇ ਮਿਹਨਤ ਕਰਾਂ, ਉਸ ਚੀਜ਼ ਤੇ ਚੰਗੀ ਚੀਜ਼ ਪਾਠਕਾਂ ਦੇ ਸਾਹਮਣੇ ਲੈ ਕੇ ਆਵਾਂ, ਸਰੋਤਿਆਂ ਦੇ ਸਾਹਮਣੇ ਲੈ ਕੇ ਆਵਾਂ, ਸੰਗਤ ਨੂੰ ਪਤਾ ਲੱਗੇ ਕਿ ਅੰਦਰੋਂ ਜਨੂਨ ਹੋਵੇ ਬੰਦਿਆਂ ਅੰਦਰ ਕਿ ਅਸੀਂ ਇੱਕ ਹਾਂ, ਅਸੀਂ ਵਾਰਸ ਹਾਂ ਉਸ ਕੌਮ ਦੇ ਜਿਹਨੂੰ ਲੋਕ ਸਿਰ ਝੁਕਾਉਂਦੇ ਆ, ਜਿਹਨੂੰ ਲੋਕ ਪੁੱਛ ਕੇ ਨਾਂ ਲੈ ਕੇ ਅਦਬ ਨਾਲ ਜ਼ਿਕਰ ਕਰਦੇ ਆ ਜਿਸ ਚੀਜ਼ ਦਾ। ਜੀ ਆਪਾਂ ਅਲੀ ਰਾਜਪੁਰਾ ਜੀ ਤਕਰੀਬਨ ਸਾਰੀ ਗੱਲਬਾਤ ਜਿਹੜੀ ਹੁਣ ਘੰਟੇ ਦੇ ਲਗਭਗ ਹੋਣ ਵਾਲਾ ਹੈਗਾ, ਤੇ ਗੱਲਬਾਤ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਕੀਤੀ ਹੈ, ਪੰਜਾਬੀ ਦੀ ਗੱਲ ਕੀਤੀ ਹੈ, ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡੀ ਨਜ਼ਰ 'ਚ ਜਿੰਨਾ ਤੁਸੀਂ ਡੀਪ 'ਚ ਜਾ ਕੇ ਲੋਕਾਂ 'ਚ ਵਿਚਰੇ ਹੋ, ਇਹ ਸਾਰੀ ਬੁੱਕਸ ਲਿਖਣ ਦੇ ਟਾਈਮ, ਖਾਸ ਕਰਕੇ ਘੱਲੂਘਾਰਾ ਲਿਖਣ ਦੇ ਟਾਈਮ ਤੇ ਗੁਰਦੁਆਰਿਆਂ ਦੇ ਨਾਲ ਪੰਜਾਬੀ ਦੇ ਨਾਲ ਤੁਹਾਡਾ ਵਾਹ ਪਿਆ ਹੈਗਾ, ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਦਾ ਕੀ ਭਵਿੱਖ ਦੇਖਦੇ ਹੋ ਤੁਸੀਂ? ਅਸਲ 'ਚ ਬਾਈ ਜੀ ਗੱਲ ਇਸ ਤਰ੍ਹਾਂ ਕਿ ਪੰਜਾਬੀ ਬੋਲੀ ਨੂੰ ਕੁਛ ਨਹੀਂ ਹੋਣਾ ਜੇ ਖਤਰਾ ਤਾਂ ਪੰਜਾਬੀ ਬੋਲੀ ਨੂੰ ਆਪਣਿਆਂ ਤੋਂ ਹੀ ਆ, ਚਾਹੇ ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ। ਕਾਰਨ ਕੀ ਹੈ, ਜਦੋਂ ਅਸੀਂ ਕਿਸੇ ਦੂਜੇ ਤੀਜੇ ਬੰਦੇ ਦੇ ਕੋਲੇ ਖੜੇ ਹੁੰਦੇ ਆ ਨਾ, ਤਾਂ ਅਸੀਂ ਆਪਣੇ ਆਪ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅੰਦਰੋਂ ਅੰਦਰੀ ਸਾਡੇ ਚੱਲ ਰਿਹਾ ਹੁੰਦਾ ਕਿ ਅਸੀਂ ਇੰਟੈਲੀਜੈਂਟ ਹਾਂ, ਅਸੀਂ ਜਾਣਕਾਰ ਹਾਂ, ਅਸੀਂ ਸੂਝਵਾਨ ਹਾਂ। ਜਿਹੜੀਆਂ ਇਹ ਚੀਜ਼ਾਂ ਨੇ ਨਾ, ਇਹ ਜਿਹੜੀ ਅੰਦਰਲੀ ਸਾਡੀ ਮਾਨਸਿਕਤਾ ਗਰੀਬ ਹੈ, ਉਹਦੇ ਕਰਕੇ ਨੁਕਸਾਨ ਆ। ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਬੋਲੀ ਖਤਮ ਹੋ ਜਾਊਗੀ, ਕਿਉਂਕਿ ਜੇ ਅਸੀਂ ਪੰਜਾਬੀ ਬੋਲੀ ਬੋਲਾਂਗੇ, ਪੰਜਾਬੀ ਨੂੰ ਮਾਣ ਨਾਲ ਬੋਲਾਂਗੇ, ਤਾਂ ਪੰਜਾਬੀ ਬੋਲੀ ਬਹੁਤ, ਮੈਂ ਕਹਿ ਸਕਦਾ ਸੁਖਾਵੀਂ ਸਥਿਤੀ ਦੇ ਵਿੱਚ ਹੈ, ਕੋਈ ਏਦਾਂ ਦੀ ਕੰਡੀਸ਼ਨ ਨਹੀਂ ਹੈਗੀ। ਬਾਕੀ ਜੋ ਤੁਹਾਡੇ ਵਰਗੇ ਯੋਧੇ ਜਿਹੜੇ ਹੈਗੇ ਆ ਪੰਜਾਬੀ ਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਐਡਾ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ, ਮੇਰੇ ਖਿਆਲ ਨਾਲ ਪ੍ਰਮਾਤਮਾ ਕਰੇ ਹਜ਼ਾਰਾਂ ਸਾਲ ਚੜ੍ਹਦੀ ਕਲਾ ਰਹੂਗੀ। ਆਮੀਨ। ਦੇਖੋ ਇਹ ਬਹੁਤ ਵੱਡਾ ਉਪਰਾਲਾ ਜੀ ਵੀਰ ਜੀ, ਮੈਂ ਤੁਹਾਨੂੰ ਸਲਾਮ ਕਰਦਾ ਜੀ, ਜਿਹੜਾ ਇਹ ਸਲਾਮ ਕਰਨੀ ਬਣਦੀ ਹੈ, ਕਿਉਂਕਿ ਪੰਜਾਬੀ ਦੇ ਵਿੱਚ ਲਿਟਰੇਚਰ ਔਰ ਸਿੱਖ ਮੁਸਲਮਾਨ ਦੀ ਇਤਿਹਾਸਿਕ ਸਾਂਝਾਂ ਨੂੰ ਲੈ ਕੇ, ਗੁਰੂ ਸਾਹਿਬਾਂ ਨੂੰ ਲੈ ਕੇ, ਪੰਜਾਬੀ ਨੂੰ, ਸਿੱਖ ਇਤਿਹਾਸ ਨੂੰ ਲੈ ਕੇ, ਔਰ ਉਹ ਵੀ ਪੰਜਾਬੀ ਦੇ ਵਿੱਚ ਫ੍ਰੀ ਦੇ ਵਿੱਚ ਲਿਟਰੇਚਰ ਦੇਣਾ ਬਹੁਤ ਵੱਡੀ ਗੱਲ ਹੈਗੀ, ਇੱਕ ਬਹੁਤ ਵੱਡਾ ਉਪਰਾਲਾ। ਤੁਹਾਡੇ ਨਾਲ ਜੁੜੇ ਹੋਏ ਜਿੰਨੇ ਵੀ ਸੱਜਣ ਮਿੱਤਰ ਤੁਹਾਡੇ, ਖਾਸ ਕਰਕੇ ਆਫੀਸਰ ਕੈਟਾਗਰੀ ਵੀ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ, ਉਹਨਾਂ ਦਾ ਵੀ ਮੇਰੇ ਵੱਲੋਂ ਬਹੁਤ ਵਿਸ਼ੇਸ਼ ਧੰਨਵਾਦ ਹੈ ਬਾਈ ਜੀ। ਤੇ ਅੰਤ ਦੇ ਵਿੱਚ ਆਪਾਂ ਚਲਦੇ ਗੱਲ ਕਰ ਲਈਏ ਜੀ, ਜਿਹੜਾ ਤੁਸੀਂ ਆਪਾਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ, 50 ਰੁਪਏ ਤੋਂ ਇੱਕ ਗਾਉਣ ਦਾ ਸ਼ੌਂਕ ਰੱਖਣ ਵਾਲੇ ਮੁੰਡੇ ਨੇ ਆਪਣਾ ਇੱਕ ਸਫ਼ਰ ਸ਼ੁਰੂ ਕਰਕੇ, ਔਰ ਉਹ ਤੋਂ ਬਾਅਦ ਇੱਕਦਮ ਜਿਹੜਾ ਉਹਦਾ ਪਾਸਾ ਪਲਟ ਜਾਂਦਾ ਹੈਗਾ। ਜਸਵਾਲ ਸਾਹਿਬ ਉਹਨਾਂ ਦੀ ਜ਼ਿੰਦਗੀ 'ਚ ਆਉਂਦੇ ਆ ਤੇ ਉਹ ਕਿਤੇ ਨਾ ਕਿਤੇ ਫਿਰ ਸਾਹਿਤਕਾਰ ਬਣ ਜਾਂਦੇ ਨੇ, ਉਹ ਸਾਹਿਤ ਦਾ ਤੇ ਲਿਖ ਕੇ, ਜਾਣੀ ਕਿ ਇੱਕ ਲੇਖਕ ਦੇ ਤੌਰ ਤੇ ਅੱਜ ਉੱਭਰ ਕੇ ਪੂਰੇ ਹਿੰਦੁਸਤਾਨ ਨਹੀਂ, ਮੈਂ ਕਹਾਂਗਾ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ, ਦੁਨੀਆ ਜਿੱਥੇ ਵੀ ਇਹਨਾਂ ਦਾ ਨਾਮ ਜਾਂਦਾ ਹੈਗਾ, ਔਰ ਜੋ ਉਹਨਾਂ ਦੀ ਬੈਕਗਰਾਊਂਡ ਨੂੰ ਜਾਣਦਾ ਤਾਂ ਫਿਰ ਉਹ ਪਿਆਰ ਕਰਦੇ ਆ ਹਰ ਇੱਕ ਇਨਸਾਨ। ਤੇ ਅੱਜ ਪੰਜਾਬ ਗੌਰਮੈਂਟ ਨੇ ਵੀ ਜਿਹੜਾ ਉਹਨਾਂ ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਹੈਗਾ। ਸੋ ਇਹ ਕਿੱਦਾਂ ਹੋਇਆ ਸਟੇਟ ਅਵਾਰਡ ਜਿਹੜਾ ਹੈਗਾ, ਉਹ ਤੁਹਾਨੂੰ ਕਿਵੇਂ ਮਿਲਿਆ, ਜਾਂ ਉਹਦੇ ਲਈ ਕਿਵੇਂ ਤੁਸੀਂ ਨੋਮੀਨੇਟ ਹੋਏ, ਇਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾ ਕੇ ਜਿਹੜਾ ਹੈਗਾ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਜੀ। ਅਸਲ 'ਚ ਕੀ ਕਾਰਨ ਹੈ, ਜਦੋਂ ਤੁਸੀਂ ਕੰਮ ਕਰਦੇ ਹੋ ਨਾ ਜੀ, ਤੁਹਾਨੂੰ ਜਿਹੜੇ ਇਹ ਅਵਾਰਡ ਨੇ, ਜਿਵੇਂ ਮੈਂ ਪਹਿਲਾਂ ਜ਼ਿਕਰ ਵੀ ਕੀਤਾ ਹੋ ਕਿਤੇ ਨਾ ਕਿਤੇ, ਕਿ ਸੰਸਥਾਵਾਂ ਵੱਲੋਂ ਏਦਾਂ, ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛੇ ਧਾਰਾ ਪ੍ਰਚਾਰ ਕਮੇਟੀ ਨੇ ਮੈਨੂੰ 50,000 ਦਾ ਸਨਮਾਨ ਦਿੱਤਾ ਸੀ। ਵਾਹ ਜੀ ਵਾਹ। ਹੋਰ ਮੈਨੂੰ ਡਿਸਟ੍ਰਿਕਟ ਦਾ, ਸਟੇਟ ਦੇ ਜਿਹੜੇ ਹੋਰ ਅਵਾਰਡ ਨੇ, ਸਤਿਕਾਰ ਨੇ, ਇਹ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਮੇਵਾਰੀ ਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਨੂੰ ਹੋਰ ਮਜ਼ਬੂਤੀ ਦੇ ਨਾਲ ਪੈਰ ਪੱਟਣ ਦੇ ਲਈ, ਹੋਰ ਇਮਾਨਦਾਰੀ ਦੇ ਨਾਲ ਕੰਮ ਕਰਨ ਲਈ ਪ੍ਰੇਰਦੀਆਂ ਨੇ ਚੀਜ਼ਾਂ। ਕਿਉਂਕਿ ਸਨਮਾਨ ਮਿਲਣਾ, ਉਹਦੇ ਨਾਲ ਬੰਦੇ ਅੰਦਰ ਈਗੋ ਨਹੀਂ ਆਉਣੀ ਚਾਹੀਦੀ, ਬੰਦੇ ਅੰਦਰ ਇਹ ਨਹੀਂ ਹੋ ਜਾਣਾ ਚਾਹੀਦਾ ਕਿ ਮੈਂ ਪਾ ਲਿਆ, ਹੁਣ ਮੇਰੇ ਵਰਗਾ ਹੈ ਨਹੀਂ ਕੋਈ, ਹੰਕਾਰ ਰੂਪ ਨਹੀਂ ਧਾਰਨ ਹੋਣਾ, ਸਗੋਂ ਹੰਬਲ ਹੋਣਾ ਚਾਹੀਦਾ, ਉਲਟਾ ਉਹਨੂੰ ਹੋਰ ਨਿਮਰਤਾ ਆਉਣੀ ਚਾਹੀਦੀ ਹੈ। ਹਾਂ, ਨਿਮਰਤਾ ਬਹੁਤ ਜ਼ਰੂਰੀ ਹੈ। ਤੁਸੀਂ ਮਾਂ ਵੀ ਤਾਂ ਹੀ ਸਿਰ ਤੇ ਹੱਥ ਧਰੂਗੀ ਜੇ ਤੁਸੀਂ ਉਹਦੇ ਮੂਹਰੇ ਨੀਵੇਂ ਹੋ ਕੇ ਖੜੋਗੇ। ਜੇ ਮਾਂ ਤੋਂ ਉੱਚੇ ਖੜ ਜਾਓਗੇ ਨਾ ਤੁਸੀਂ, ਮਾਂ ਦਾ ਵੀ ਸਿਰ ਤੇ ਹੱਥ ਨਹੀਂ ਜਾਂਦਾ। ਬਹੁਤ ਵਧੀਆ ਵਿਚਾਰ। ਠੀਕ ਹੈ ਜੀ। ਸੋ ਇਸ ਕਰਕੇ ਨਿਮਰਤਾ ਹੋਣੀ, ਸਹਿਨਸ਼ੀਲਤਾ ਹੋਣੀ ਬਹੁਤ ਵੱਡੀ ਚੀਜ਼ ਹੈ। ਪਰਮਾਤਮਾ ਅੱਗੇ ਬੰਦੇ ਨੂੰ ਇਹੀ ਅਰਦਾਸ ਕਰਨੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ, ਕਿ ਰੱਬਾ ਮੈਨੂੰ ਨਿਮਰਤਾ ਬਖਸ਼ੀ, ਸਿਆਣਪ ਬਖਸ਼ੀ, ਕਿਉਂਕਿ ਮੈਂ ਆਪਣੇ ਆਪ ਨੂੰ, ਕਈ ਲੋਕ ਸਿੱਧ ਕਰਨ ਚ ਲੱਗੇ ਹੋਏ ਨੇ ਕਿ ਮੈਂ ਬਹੁਤ ਸਿਆਣਾ, ਬਹੁਤ ਸਮਝਦਾਰ ਹਾਂ। ਤੁਹਾਡਾ ਕੰਮ, ਤੁਹਾਡਾ ਕਿੱਤਾ ਬੋਲਦਾ ਕਿ ਤੁਸੀਂ ਕਿੰਨੇ ਸਿਆਣੇ ਹੋ। ਤੁਹਾਡਾ ਜਿਹੜਾ ਅਖਲਾਕੀ ਤਰੀਕਾ ਗੱਲ ਕਰਨ ਦਾ,
ਇਹ ਕਹਿ ਲਓ ਕਿ ਤਰੀਕਾ ਤੁਹਾਡਾ ਉਹ ਚੀਜ਼ ਜ਼ਾਹਰ ਕਰਦਾ ਕਿ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ ਹੋ। ਉਹਦੇ ਲਈ ਤੁਹਾਨੂੰ ਭਾਸ਼ਾਵਾਂ ਦਾ ਗਿਆਨ ਹੋਣਾ, ਮੈਂ ਨਹੀਂ ਕਹਿੰਦਾ ਕਿ ਹੋਰ ਭਾਸ਼ਾ ਨਹੀਂ ਤੁਹਾਨੂੰ ਕੋਈ ਆਉਣੀ ਚਾਹੀਦੀ। ਮਾਂ ਨੂੰ ਛੱਡ ਕੇ ਮਾਸੀ ਦੇ ਪੈਰੇ ਹੱਥ ਲਾਉਣਾ ਕਿੰਨਾ ਕੁ ਚੰਗਾ, ਇਹ ਤੁਸੀਂ ਆਪ ਸਿਆਣੇ ਹੋ, ਜਾਂਚ ਸਕਦੇ ਇਸ ਚੀਜ਼ ਨੂੰ। ਤੇ ਹੁਣ ਗੱਲ ਰਹੀ ਅਵਾਰਡ ਦੀ, ਅਵਾਰਡ ਜਿਹੜਾ ਸੀਗਾ ਜਦੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਇਆ, ਖਬਰ ਲੱਗੀ ਕਿ ਇਸ ਤਰ੍ਹਾਂ ਕਰਕੇ ਸਨਮਾਨ ਦਿੱਤੇ ਜਾਣੇ, ਵੱਖੋ ਵੱਖਰੇ ਫੀਲਡਾਂ ਦੇ ਜਿਹੜੇ ਬੰਦੇ ਕੰਮ ਕਰ ਰਹੇ ਨੇ, ਤਾਂ ਉਹਦੇ ਲਈ ਜਿਵੇਂ ਆਮ ਲੋਕਾਂ ਨੇ ਅਪਲਾਈ ਕੀਤਾ, ਮੈਂ ਵੀ ਆਪਦੇ ਤੌਰ ਤੇ ਆਪਦਾ ਤੁੱਛ ਬੁੱਧੀ ਅਨੁਸਾਰ ਜਿੰਨਾ ਕੰਮ ਕੀਤਾ ਸੀ ਉਸ ਚੀਜ਼ ਨੂੰ ਉੱਥੇ ਸਬਮਿਟ ਕਰਵਾਇਆ, ਦਾਖਲ ਕੀਤਾ ਆਪਦੀ ਫਾਈਲ ਨੂੰ। ਉਹ ਪ੍ਰੋਸੈਸ ਬਹੁਤ ਲੰਬਾ ਸੀ ਹਨਾ, ਪ੍ਰੋਸੈਸ ਦੇ ਵਿੱਚ ਬਹੁਤ ਤੁਹਾਡੀਆਂ ਇਨਕੁਆਰੀਆਂ ਹੁੰਦੀਆਂ ਨੇ, ਬਹੁਤ ਪੜਚੋਲ ਹੁੰਦੀਆਂ ਤੁਹਾਡੇ ਬਾਰੇ, ਮੀਟਿੰਗਾਂ ਹੁੰਦੀਆਂ ਨੇ, ਵੱਡੇ ਉਸ ਚੀਜ਼ ਤੇ ਪੜਚੋਲ ਕੀਤੀ ਜਾਂਦੀ ਹੈ ਪੱਧਰ ਤੇ ਜਾ ਕੇ, ਉਸ ਖੇਤਰ ਨਾਲ ਸੰਬੰਧਿਤ ਲੋਕਾਂ ਤੋਂ ਪੜਚੋਲ ਹੁੰਦੀ ਹੈ ਤੁਹਾਡੀ, ਤਾਂ ਕਿਤੇ ਜਾ ਕੇ ਚੀਜ਼ ਨਸੀਬ ਹੁੰਦੀ ਹੈ। ਪਰ ਮੈਂ ਇਸ ਗੱਲ ਨੂੰ ਮਾਣ ਨਾਲ ਵੀ ਕਹਿ ਸਕਦਾ, ਉਸ ਪ੍ਰਮਾਤਮਾ ਦਾ ਸ਼ੁਕਰ ਵੀ ਅਦਾ ਕਰਦਾ ਕਿ ਪੰਜਾਬੀ ਲੇਖਕਾਂ ਦੇ ਵਿੱਚ ਮੈਂ ਸਭ ਤੋਂ ਘੱਟ ਏਜ ਦਾ ਲੇਖਕ ਸੀ ਜਿਹਨੂੰ ਸਟੇਟ ਅਵਾਰਡ ਦੇ ਕੇ ਪੰਜਾਬ ਗੌਰਮੈਂਟ ਵੱਲੋਂ ਨਿਵਾਜਿਆ ਗਿਆ। ਤੇ ਇਹ ਤੋਂ ਵੱਡੀ ਗੱਲ ਸੀ ਕਿ ਜਦੋਂ ਮੈਂ ਜੌਬ ਦੇ ਵਿੱਚ ਆਇਆ ਤਾਂ ਮੈਨੂੰ ਇਸ ਚੀਜ਼ ਦੀ ਵੀ ਪ੍ਰੋਬਲਮ ਆਈ ਕਿ ਮੈਂ ਲਿਖਣ ਦੇ ਲਈ ਮੈਨੂੰ ਔਖ ਆਈ ਹਨਾ, ਅੜਿੱਕਾ ਬਣਦੀਆਂ ਸੀ ਉਹ ਚੀਜ਼ਾਂ। ਉਸ ਚੀਜ਼ ਲਈ ਵੀ CM ਸਾਹਿਬ ਨੇ ਮੈਨੂੰ ਬਹੁਤ ਸਤਿਕਾਰ ਦਿੱਤਾ, ਮਾਣਯੋਗ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਕਿ ਇਸ ਬੰਦੇ ਦੀ ਘਾਲਣਾ ਹੈਗੀ, ਇਸ ਬੰਦੇ ਦਾ ਕੰਮ ਹੈਗਾ, ਇਸ ਬੰਦੇ ਨੂੰ ਸਮੇਂ ਦੀ ਲੋੜ ਹੈ, ਜਨੂਨੀ ਬੰਦਾ, ਇਸ ਬੰਦੇ ਨੂੰ ਐਪਰੀਸ਼ੀਏਟ ਕੀਤਾ ਜਾਵੇ। ਸੋ ਮੈਨੂੰ ਮੇਰੇ ਡਿਪਾਰਟਮੈਂਟ ਵੱਲੋਂ ਜਿਹੜੀ ਫੁੱਲ ਲੈ ਕੇ ਦਿੱਤੀ ਉਹ ਵੀ ਕੈਪਟਨ ਸਾਹਿਬ ਦੀ ਮਿਹਰਬਾਨੀ ਹੈ। ਸੋ ਮੈਂ ਕਹਿੰਦਾ ਕਿ ਜਿਸ ਬੰਦੇ ਦੇ ਵਿੱਚ ਜਿਹੜਾ ਗੁਣ ਹੈ ਉਸ ਚੀਜ਼ ਨੂੰ ਉਹਦੀ ਉਸਤਤ ਕਰਨੀ ਚੰਗੀ ਗੱਲ ਹੈ, ਉਸ ਚੀਜ਼ ਦੀ ਕਦਰ ਕਰਨਾ ਫਰਜ਼ ਬਣਦਾ, ਕਿਉਂਕਿ ਕਿਸੇ ਤੋਂ ਜ਼ਿੰਦਗੀ ਦੇ ਵਿੱਚ ਕੰਮ ਲੈ ਕੇ ਇਹ ਨਾ ਕਹੋ ਕਿ ਮੈਂ ਜੋ ਕੀਤਾ ਮੈਂ ਹੀ ਕੀਤਾ। ਬਿਲਕੁਲ ਹਨਾ। ਸੋ ਇਸ ਚੀਜ਼ ਦੇ ਲਈ ਹਰੇਕ ਇਨਸਾਨ ਦਾ, ਜਿਸ ਇਨਸਾਨ ਨੇ ਤੁਹਾਡੀ ਕਾਮਯਾਬੀ ਦੇ ਵਿੱਚ ਤੁਹਾਡੇ ਲਈ ਪੁਲ ਬਣਿਆ, ਜਿਸ ਇਨਸਾਨ ਨੇ ਤੁਹਾਨੂੰ ਰਾਹ ਦੱਸਿਆ, ਉਹ ਵੀ ਤੁਹਾਡੇ ਲਈ ਇੱਕ ਬਹੁਤ ਵੱਡਾ ਸ਼ਖਸ ਹੈ, ਕਿਉਂਕਿ ਤੁਰੇ ਜਾਂਦੇ ਨੂੰ ਇੱਥੇ ਰਾਹ ਵੀ ਨਹੀਂ ਕੋਈ ਦੱਸਦਾ। ਇਹ ਤਾਂ ਪੰਜਾਬੀ ਲੋਕ ਨੇ ਜਿਹੜੇ ਇੱਕ ਖੜਿਆ, ਇੱਕ ਰਾਹ ਪੁੱਛਦਾ, 4 ਦੱਸਣ ਵਾਲੇ ਖੜੇ ਹੁੰਦੇ ਆ। ਬਾਕੀ ਦੂਜੀਆਂ ਸਟੇਟਾਂ 'ਚ ਜਾ ਕੇ ਪਤਾ ਲੱਗਦਾ ਬੰਦੇ ਨੂੰ ਕਿ ਲੋਕ ਰਾਹ ਵੀ ਨਹੀਂ ਦੱਸਦੇ ਜੀ। ਸੋ ਤੁਸੀਂ ਅਵਾਰਡ ਬਾਰੇ ਦੱਸਿਆ, ਬਹੁਤ ਸਾਰੀ ਗੱਲਾਂ ਜਿਹੜੀਆਂ ਉਹ ਆਪਣੀਆਂ ਹੋ ਚੁੱਕੀਆਂ, ਲਗਭਗ ਕਾਫੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਔਰ ਵੀ ਕਾਫੀ ਕਮੈਂਟਸ ਕਰ ਰਹੇ ਨੇ, ਮੈਂ ਸਾਰਿਆਂ ਦਾ ਬਾਅਦ ਦੇ ਵਿੱਚ ਜਵਾਬ ਦਊਂਗਾ। ਤੇ ਧੰਨਵਾਦ ਕਰ ਰਹੇ ਨੇ, ਖਾਸ ਕਰਕੇ ਕਹਿੰਦੇ ਵੀ ਤੁਸੀਂ ਜਿਹੜਾ ਅਲੀ ਰਾਜਪੁਰਾ ਜੀ ਨਾਲ ਮਿਲਵਾਇਆ ਜਾਂ ਦਰਸ਼ਨ ਕਰਾਏ, ਰੂਬਰੂ ਕਰਵਾਇਆ। ਸੋ ਬਹੁਤ ਹੀ ਮਹਾਨ ਸ਼ਖਸੀਅਤ ਕਹਾਂਗਾ ਮੈਂ ਅਲੀ ਰਾਜਪੁਰਾ ਜੀ, ਜਿਨ੍ਹਾਂ ਨੇ ਮੈਨੂੰ ਆਪ ਜਿਹੜਾ ਆਪਣੇ ਆਪ ਨੂੰ ਇੱਕ ਗਰਵ ਜਿਹਾ ਮਹਿਸੂਸ ਹੋ ਰਿਹਾ ਕਿ ਮੈਂ ਖੁਦ ਰਾਜਪੁਰੇ ਤੋਂ, ਔਰ ਮੇਰੇ ਅਲੀ ਰਾਜਪੁਰਾ ਜੀ ਜਿਨ੍ਹਾਂ ਨਾਲ ਅੱਜ ਮੈਨੂੰ ਮਿਲ ਕੇ ਜਿਹੜਾ ਹੈਗਾ ਇੱਦਾਂ ਦਾ ਮਹਿਸੂਸ ਹੋ ਰਿਹਾ, ਇੱਕ ਸਟੇਟ ਅਵਾਰਡੀ ਵਿਅਕਤੀ। ਔਰ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਜਿਨ੍ਹਾਂ ਨੂੰ ਮੈਂ ਇਹ ਵੀ ਕਹਾਂਗਾ ਸਟੇਟ ਅਵਾਰਡ ਸਭ ਤੋਂ ਛੋਟੀ ਉਮਰ ਦਾ ਜਿਹੜਾ ਹੈਗਾ ਉਹ ਵਿਅਕਤੀ ਜਿਹੜਾ ਜਿਹਨੂੰ ਸਟੇਟ ਅਵਾਰਡ ਮਿਲਿਆ। ਤੇ ਗਾਇਕੀ ਜਿਹੜਾ ਇੱਕ ਜੇ ਗੱਲ ਕਰੀਏ ਸੀ ਇੱਕ ਮਹਿੰਗਾ ਸੌਦਾ, ਉਹ ਸਮਝ ਕੇ ਤੁਸੀਂ ਜਾਂ ਉਹ ਇੱਕ ਮਤਲਬ ਐਂ ਕਹਿ ਲਓ ਵੀ ਹੱਥ ਨਾ ਪਹੁੰਚੇ ਥੂ ਕੌੜੀ, ਥੋੜਾ ਜਿਹਾ ਉਹਦਾ ਇੱਕ ਇੱਦਾਂ ਦਾ ਟੇਸਟ ਕਹਿ ਲਓ, ਉਹ ਕਿਤੇ ਨਾ ਕਿਤੇ ਤੁਸੀਂ ਮਤਲਬ ਜਦੋਂ ਸ਼ੁਰੂਆਤੀ ਦੌਰ 'ਚ ਜੋ ਸ਼ੌਂਕ ਸੀਗਾ ਉਹਨੂੰ ਮਤਲਬ ਪਿੱਛੇ ਕਰਕੇ ਉਹ ਆਪਣੀ ਕੁਰਬਾਨੀ ਦੇ ਲਓ ਜਾਂ ਜੋ ਵੀ ਕਹਿ ਲਓ, ਉਹ ਚਲੋ ਕੁਦਰਤੀ ਪਰਮਾਤਮਾ ਨੇ ਵਧੀਆ ਕੀਤਾ, ਇੱਧਰ ਨੂੰ ਆ ਗਏ। ਅੰਤ ਦੇ ਵਿੱਚ ਤੁਸੀਂ ਉਹ ਸ਼ੌਕ ਵੀ ਪੂਰਾ ਕੀਤਾ। ਮੈਂ ਦੇਖਿਆ ਤੁਹਾਡੀ ਵੀਡੀਓਜ਼, ਬਹੁਤ ਵਧੀਆ ਇੱਕ ਉਪਲਬਧੀ ਕਹਾਂ ਮੈਂ ਕਹਿੰਦਾ, ਕਿਹੜੀ ਉਹ ਸਾਗਾ ਮਿਊਜ਼ਿਕ ਕੰਪਨੀ ਦੇ ਨਾਲ ਤੁਹਾਡਾ ਮੇ ਵੀ ਵੀਡੀਓ ਆਈਆਂ ਹੈਗੀਆਂ, ਤੇ ਔਰ ਗਾਣੇ ਵੀ ਬਹੁਤ ਵਧੀਆ, ਆਵਾਜ਼ ਔਰ ਤੁਹਾਡੀ ਐਕਟਿੰਗ ਵੀ ਮੈਂ ਦੇਖੀ ਹੈ। ਤੇ ਉਹ ਕਿਵੇਂ ਸਬੱਬ ਬਣਿਆ ਇਹ ਸਾਗਾ ਮਿਊਜ਼ਿਕ ਉੱਥੇ ਤੱਕ ਪਹੁੰਚਣ ਵਾਸਤੇ, ਜਾਂ ਉਹਨਾਂ ਨਾਲ ਟਾਈਪ ਕਰਨ ਵਾਸਤੇ ਵੀ ਮੈਂ ਕਹਿੰਦਾ ਇੱਕ ਹਰ ਇੱਕ ਬੰਦੇ ਦੀ ਪਹੁੰਚ ਨਹੀਂ ਹੁੰਦੀ, ਤੇ ਕੀ ਕਾਰਨ ਰਿਹਾ? ਮਤਲਬ ਮੈਂ ਥੋੜਾ ਜਿਹਾ ਇਹ ਨਹੀਂ ਕਹਾਂਗਾ ਕਿ ਹੁਣ ਤੁਸੀਂ ਦੇਖੋ ਇੱਕ ਇਹੋ ਜਿਹੀ ਮਤਲਬ ਮੁਕਾਮ ਹੈ ਤੁਹਾਡੇ ਕੋਲ, ਜਿਹੜਾ ਮੈਂ ਕਹਾਂਗਾ ਤੁਸੀਂ ਮੈਨੂੰ ਗੀਤ ਗਾ ਕੇ ਸੁਣਾਓ ਦੋ ਜ਼ੁਲਫਾਂ, ਪਰ ਉਹ ਚਲੋ ਸਬੱਬ ਬਣਿਆ ਜਿਵੇਂ ਵੀ ਹੈ, ਬਹੁਤ ਰਕਾਨੇ ਜਾਂ ਹੋਰ ਇਸ ਤਰ੍ਹਾਂ ਦੇ ਗੀਤ ਵੀ ਤੁਹਾਡੇ ਵਧੀਆ ਸੀਗੇ ਸਮੇਂ ਦੇ ਅਕੋਰਡਿੰਗ। ਤੇ ਇਹ ਥੋੜਾ ਜਿਹਾ ਮੈਨੂੰ ਤੁਸੀਂ ਦੱਸ ਰਹੇ ਸੀ ਕਿ ਵੀ ਕੰਪਨੀ ਨੇ ਇੰਨਾ ਪੈਸਾ ਲਾਇਆ, ਇੰਨਾ ਸਭ ਕੁਝ ਕਰਕੇ, ਤੇ ਇੱਕਦਮ ਤੁਸੀਂ ਕਿਵੇਂ ਮਤਲਬ ਪਿੱਛੇ ਹਟ ਗਏ ਫਿਰ? ਉਹਦੇ ਪਿੱਛੇ ਗੱਲ ਇਹ ਸੀ ਕਿਉਂਕਿ ਦੇਖੋ ਕੰਪਨੀਆਂ ਕਮਰਸ਼ੀਅਲ ਹੁੰਦੀਆਂ ਨੇ, ਬਿਜ਼ਨਸਮੈਨ ਹੁੰਦੇ ਆ ਉਹ ਸਾਰੇ ਹਨਾ, ਉਹ ਚਾਹੁੰਦੇ ਹੁੰਦੇ ਆ ਕਿ ਜੋ ਅਸੀਂ ਕਰ ਰਹੇ ਹਾਂ ਉਦਾਂ ਹੀ ਕਰਨਾ। ਉਹ ਲੀਕ ਖਿੱਚ ਦਿੰਦੇ ਆ, ਇੱਕ ਜਿਵੇਂ ਆਪਾਂ ਫੱਟੀਆਂ ਦੇ ਉੱਤੇ ਪੂਰਨੇ ਪਾਉਂਦੇ ਹੁੰਦੇ ਸੀ ਅੱਗੇ, ਫਿਰ ਉਹਦੇ ਨਾਲ ਪਹਿਲਾਂ ਪੈਨਸਲ ਨਾਲ ਪੂਰਨਾ ਪਾਉਣਾ, ਫਿਰ ਕਾਲੀ ਸਿਆਹੀ ਦੇ ਨਾਲ ਲਿਖਣਾ ਹੁੰਦਾ, ਉਹ ਤੁਹਾਡੇ ਮੂਹਰੇ ਇੱਕ ਪੂਰਨਾ ਪਾ ਦਿੰਦੇ ਆ ਕਿ ਤੁਸੀਂ ਇਸ ਲੀਕ ਤੇ ਤੁਰਨਾ ਜੀ। ਇਸੇ ਤਰ੍ਹਾਂ ਜਦੋਂ ਮੈਂ ਦੋ ਜ਼ੁਲਫਾਂ ਗੀਤ ਹਿੱਟ ਹੋਇਆ, ਸੰਗਤ ਨੇ ਸੁਣਿਆ ਹੋਣਾ, ਦੋ ਜ਼ੁਲਫਾਂ ਸੱਪਣੀਆਂ ਬਹਿ ਗਈਆਂ ਹੁਸਨ ਤੇਰੇ ਦੀ ਰਾਖੀ, ਜਾਂ ਮਰਜੂ ਰਕਾਨੇ ਤੇਰੇ ਨਾਂ ਲੱਗ ਜੂ, ਜਾਂ ਇਹ ਜਿਹੜੇ ਗੀਤ ਸੀ, ਇਹਨਾਂ ਗੀਤਾਂ ਦੇ ਨਾਲ ਉਹ ਭਰ ਗਿਆ ਸੀ ਮੇਲਾ ਪੂਰਾ।
ਮੇਲਾ ਭਰਿਆ ਮਤਲਬ ਕਿ ਲੋਕਾਂ 'ਚ ਪਛਾਣਿਆ ਗਿਆ, ਨਾ ਬਹੁਤ ਹਿੱਟ ਹੋਇਆ। ਉਹ ਤੋਂ ਬਾਅਦ ਤਾਂ ਮੈਨੂੰ ਲੱਗਦਾ ਕਿ ਉਸ ਗੀਤ ਨੂੰ ਸੁਣ ਕੇ ਦੇਖ ਕੇ ਤਾਂ ਬਹੁਤ ਕਲਾਕਾਰ, ਵੱਡੇ ਕਲਾਕਾਰਾਂ ਨੇ ਕਾਪੀ ਕੀਤਾ ਉਸ ਗੀਤ ਨੂੰ, ਉਹਦੀ ਕੰਪੋਜੀਸ਼ਨ ਨੂੰ ਕਾਪੀ ਕੀਤਾ, ਉਸ ਸਟਾਈਲ ਨੂੰ ਕਾਪੀ ਕੀਤਾ। ਜਿਹੜੀਆਂ ਉਹ ਚੀਜ਼ਾਂ ਸੀ ਉਹ ਮੇਲਾ ਭਰ ਗਿਆ ਸੀ, ਕਿਉਂਕਿ ਉਹਨਾਂ ਦਿਨਾਂ ਦੌਰਾਨ ਮੇਰੀ ਵੱਡਾ ਘੱਲੂਘਾਰਾ ਕਿਤਾਬ ਕਾਫੀ ਚਰਚਾ ਦੇ ਵਿੱਚ ਸੀ। ਮੈਨੂੰ ਗੁਰੂ ਘਰਾਂ 'ਚ ਜਾਣਾ ਨਸੀਬ ਹੁੰਦਾ ਸੀ, ਮਿਲਣਾ ਨਸੀਬ ਹੁੰਦਾ ਸੀ ਸੰਗਤ ਦੇ ਵਿੱਚ। ਤਾਂ ਉਹ ਜਿਹੜੀ ਚੀਜ਼ਾਂ ਸੀ, ਮੈਂ ਆਪਦੇ ਜ਼ਮੀਰ ਨਾਲ ਖੁਦ, ਮੇਰਾ ਝਗੜਾ ਸੀ ਇਸ ਚੀਜ਼ ਦੇ ਉੱਤੇ ਕਿ ਮਨਾ ਮੇਰਿਆ, ਇੱਕ ਮੈਂ ਗੁਰੂ ਘਰ ਦੇ ਵਿੱਚ ਖੜ ਕੇ ਸਿਰ ਢੱਕ ਕੇ ਸੰਗਤ ਦੇ ਰੂਬਰੂ ਹੁੰਨਾ, ਗੱਲ ਕਰਦਾ। ਦੂਜੇ ਪਾਸੇ ਕੰਪਨੀ ਚਾਹੁੰਦੀ ਹੈ ਕਿ ਯਾਰ ਮੈਂ ਉਹ ਚੀਜ਼ ਕਰਾਂ ਜੋ ਲੋਕਾਂ ਨੂੰ ਪਸੰਦ ਹੈ, ਜੋ ਮੰਡੀਰ ਨੂੰ ਪਸੰਦ ਹੈ। ਯਾਰ ਮੇਰੇ ਲਈ ਕਿੱਡਾ ਔਖਾ ਫੈਸਲਾ ਸੀ ਉਹ। ਮੈਂ ਇਕਾਗਰਤਾ ਦੇ ਵਿੱਚ ਬਹਿ ਕੇ ਇੱਕ ਦਿਨ ਫੈਸਲਾ ਲੈ ਲਿਆ ਇਸ ਚੀਜ਼ ਦੇ ਉੱਤੇ ਕਿ ਯਾਰ ਮੈਂ ਉਸ ਚਕਾਚੌਂਧ ਦੇ ਵਿੱਚ ਨਹੀਂ ਪੈਣਾ ਜਿੱਥੇ ਲੋਕ ਜਾਣਾ ਲੋਚਦੇ ਆ, ਜਿੱਥੇ ਲੋਕ ਪਹੁੰਚਣ ਲਈ ਬਹੁਤ ਇਹ ਕਹਿ ਲਓ ਕਿ ਜਨੂਨੀ ਹੋਏ ਆ। ਮੈਂ ਉਸ ਚੀਜ਼ ਨੂੰ ਨਹੀਂ, ਮੇਰੀ ਜ਼ਿੰਦਗੀ ਕੁਛ, ਮੇਰਾ ਜਿਹੜਾ ਖੇਤਰ ਹੈ ਜਾਂ ਮੇਰਾ ਜਿਹੜਾ ਵਿਚਾਰ ਹੈ ਉਹ ਕੁਛ ਹੋਰ ਹੈ ਕਿ ਮੈਂ ਉਸ ਚਕਾਚੌਂਧ ਦੇ ਵਿੱਚ ਭਟਕਣਾ ਨਹੀਂ ਚਾਹੁੰਦਾ। ਮੈਂ ਜੇ ਤੁਰਨਾ, ਬੜੇ ਠਰਮੇ ਨਾਲ ਤੁਰਨਾ, ਠੰਡੇ ਪੈਰੀਂ ਤੁਰਨਾ, ਬੜਾ ਬੋਝ ਪੈ ਧਰ ਦੀ ਸਥਿਤੀ ਚੋਂ ਗੁਜ਼ਰ ਰਿਹਾ। ਇਸ ਕਰਕੇ ਮੈਂ ਇਸ ਭੀੜ ਦੇ ਵਿੱਚ ਆਪਦੇ ਆਪ ਨੂੰ ਸ਼ਾਮਲ ਨਹੀਂ ਕਰਨਾ। ਮੈਂ ਇੱਕ ਦਿਨ ਕੰਪਨੀ ਨਾਲ ਕਰਕੇ ਮੀਟਿੰਗ, ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਜੇਕਰ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਦੂਜੀ ਤਰ੍ਹਾਂ ਜੋ ਸੱਭਿਆਚਾਰ ਦੇ ਦਾਇਰੇ ਦੇ ਵਿੱਚ ਹੈ, ਜੋ ਲੋਕਾਂ ਨੂੰ ਪਸੰਦ ਹੈਗਾ, ਘੱਟ ਲੋਕਾਂ ਨੂੰ ਹੋਵੇ ਭਾਵੇਂ ਪਸੰਦ, ਮੈਂ ਉਸ ਤਰ੍ਹਾਂ ਦਾ ਕਰਨ ਲਈ ਰਾਜੀ ਹਾਂ। ਉਹਨਾਂ ਦੀ ਕੋਸ਼ਿਸ਼ ਸੀ ਕਿ ਮੈਂ ਉਸ ਤਰ੍ਹਾਂ ਨਹੀਂ ਕਰਨਾ। ਅਸੀਂ ਉਹ ਜਿਵੇਂ ਚਾਹੁੰਦੇ ਸੀ ਕਿ ਮੈਂ ਉਸ ਤਰ੍ਹਾਂ ਕਰਾਂ। ਸਾਡੀ ਇਸ ਗੱਲ ਦੇ ਉੱਤੇ ਖਿੱਚੋਤਾਣੀ ਹੋ ਗਈ, ਕਿਉਂਕਿ ਉਹ ਆਪਣੀ ਥਾਂ ਠੀਕ ਸੀ, ਉਹਨਾਂ ਨੇ ਲੱਖਾਂ ਰੁਪਇਆ ਲਾ ਕੇ ਮੈਨੂੰ ਪੇਸ਼ ਕੀਤਾ ਸੀਗਾ। ਸਾਡੀ ਇਸ ਗੱਲ ਤੇ ਜਦੋਂ ਮੈਂ ਉਹਨਾਂ ਨੂੰ ਵਿਚਲੀ ਗੱਲ ਦੱਸੀ ਕਿ ਯਾਰ ਮੈਂ ਉਹਦੇ ਵਿੱਚ ਨਾ ਕੰਪਨੀ ਦੇ ਵਿੱਚ ਕੁਝ ਸਿੱਖ ਪਰਿਵਾਰ ਵੀ ਸੀ ਜੁੜੇ ਹੋਏ ਉਹਨਾਂ ਦੇ ਨਾਲ, ਟੀਮ ਵਰਕ ਦੇ ਵਿੱਚ। ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਬਾਈ ਜੀ ਵੀ ਮੇਰੇ ਲਈ ਔਖੀ ਗੱਲ ਹੈ, ਕਿਉਂਕਿ ਸੰਗਤ ਕਹੂਗੀ ਯਾਰ ਇਹਦੇ ਦੋ ਚਿਹਰੇ ਨੇ, ਸਟੇਜਾਂ ਤੇ ਕੁਛ ਹੋਰ ਨਜ਼ਰ ਆਉਂਦਾ, ਗੁਰੂ ਘਰਾਂ 'ਚ ਕੁਛ ਹੋਰ ਨਜ਼ਰ ਆਉਂਦਾ ਨਾ, ਸੰਗਤ ਦੇ ਵਿੱਚ ਵਿਚਰਦਾ ਕੁਛ ਹੋਰ ਤਰੀਕੇ, ਵੀ ਮੈਂ ਇਸ ਤਰ੍ਹਾਂ ਦਾ ਨਹੀਂ ਕਰ ਸਕਦਾ, ਮੇਰਾ ਜ਼ਮੀਰ ਨਹੀਂ ਮੰਨ ਰਿਹਾ। ਉਹਨਾਂ ਨੇ ਮੇਰੀ ਗੱਲ ਤੇ ਹਾਮੀ ਭਰੀ, ਸਾਡਾ ਐਗਰੀਮੈਂਟ ਟੁੱਟ ਗਿਆ ਉੱਥੋਂ। ਮਤਲਬ ਭਰਿਆ ਮੇਲਾ ਸੀ, ਲੋਕ ਉੱਥੇ ਜਾਣ ਨੂੰ ਤਰਸਦੇ ਸੀ। ਮੈਂ ਭਰਿਆ ਮੇਲਾ ਛੱਡ ਕੇ ਪਿੱਛੇ ਮੁੜਿਆ ਸੀ ਕਿ ਯਾਰ ਪ੍ਰਮਾਤਮਾ ਨੇ ਮੈਨੂੰ ਸੇਵਾ ਦਿੱਤੀ ਹੈ, ਮੈਨੂੰ ਰੱਬ ਨੇ ਇੱਕ ਮੌਕਾ ਦਿੱਤਾ ਸੰਗਤ ਲਈ ਗੱਲ ਕਰਨ ਦਾ, ਲੋਕਾਂ 'ਚ ਆਪਣੀ ਗੱਲ ਧਰਨ ਦਾ, ਤੇ ਉਸ ਗੱਲ ਨੂੰ ਕਰਨ ਦਾ ਜਿਹੜੀ ਕਿ ਕਿਸੇ ਦੂਜੇ ਤੀਜੇ ਬੰਦੇ ਨੇ ਨਹੀਂ ਸੀ ਕੀਤੀ। ਜੇਕਰ ਮੈਂ ਸਾਂਝਾਂ ਦੀ ਗੱਲ ਕਰਦਾ, ਵੱਡੇ ਘੱਲੂਘਾਰੇ ਦੀ ਗੱਲ ਕਰਦਾ, ਸ਼ਾਇਦ ਮੈਂ ਪਿੱਛੇ ਵੀ ਦੱਸਿਆ ਸੀ ਕਿ ਉਹ ਜਿਹੜੀ ਕਿਤਾਬ ਸੀ ਵੱਡਾ ਘੱਲੂਘਾਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਸੀ, ਤੇ ਧਰਮ ਪ੍ਰਚਾਰ ਕਮੇਟੀ ਨੇ ਉਹ ਕਿਤਾਬ ਖਰੀਦ ਕੇ ਵੰਡੀ ਸੀ ਸੰਗਤ ਦੇ ਵਿੱਚ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਮੇਰਾ ਜ਼ਮੀਰ ਨਹੀਂ ਮੰਨਿਆ, ਮੈਂ ਜ਼ਮੀਰ ਦਾ ਸੌਦਾ ਨਹੀਂ ਕਰ ਸਕਦਾ। ਸ਼ੁਰੂ ਤੋਂ ਹੀ ਮੇਰੀ ਆਦਤ ਰਹੀ ਹੈ ਇਸ ਚੀਜ਼ ਦੇ ਉੱਤੇ ਕਿ ਮੈਂ ਕਦੇ ਵੀ ਜ਼ਮੀਰ ਨਾਲ ਸਮਝੌਤਾ ਨਹੀਂ ਕੀਤਾ। ਅਸੀਂ ਲੋਕ ਨਹੀਂ ਕਰ ਪਾਉਂਦੇ, ਕਿਉਂਕਿ ਅਸੀਂ ਲੋਕ ਇਹ ਕਹਿ ਸਕਦੇ ਹਾਂ ਜੇਕਰ ਪਿੱਛੇ ਆ, ਜਾਂ ਅਸੀਂ ਉੱਥੇ ਨਹੀਂ ਪਹੁੰਚ ਸਕੇ ਜਿੱਥੇ ਉਹ ਲੋਕ ਪਹੁੰਚਣਾ ਚਾਹੁੰਦੇ ਸੀ। ਇਹ ਕਾਰਨ ਹੈ ਸਾਡਾ, ਅਸੀਂ ਲੋਕ ਸਿਰਫ ਤੇ ਸਿਰਫ ਆਪਦੇ ਜ਼ਮੀਰ ਦੀ ਆਵਾਜ਼ ਸੁਣਦੇ ਹਾਂ ਕਿ ਅਸੀਂ ਕਰਨਾ ਕੀ ਹੈ, ਸਾਡਾ ਫਰਜ਼ ਕੀ ਹੈ। ਮੈਂ ਉਸ ਚੀਜ਼ ਤੇ ਪਹਿਰਾ ਦੇ ਰਿਹਾ। ਮੈਨੂੰ ਉਸ ਚਕਾਚੌਂਧ ਜਦੋਂ ਕਦੇ ਮੌਕਾ ਆਇਆ, ਰੱਬ ਨੇ ਸਬੱਬ ਬਣਾਇਆ, ਤਾਂ ਉਸ ਦਾਇਰੇ 'ਚ ਰਹਿ ਕੇ ਕਰਨਾ। ਮੈਂ ਹੁਣ ਤੁਹਾਡੀ ਗੱਲ ਦੇ ਵਿੱਚ ਗੱਲ ਆ ਗਈ, ਅਸੀਂ ਤਾਂ ਓਦਾਂ ਦੇ ਲੋਕ ਹਾਂ। ਹੁਣ ਕੱਲ ਅਸੀਂ ਗੀਤ ਰਿਕਾਰਡ ਕੀਤਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਿੱਚ, ਮੇਰਾ ਲਿਖਿਆ ਹੋਇਆ, ਜਸਕਿਰਨ ਗੁੜੀਆ ਗਾ ਰਹੀ ਹੈ ਉਹ ਗੀਤ, ਬਹੁਤ ਪਿਆਰਾ, ਰੂਹ ਟੁੰਬਦੀ ਆ ਨਾ। ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਉਹ ਤੁਹਾਨੂੰ ਸਕੂਨ ਦਿੰਦੀ ਹੈ। ਮੈਂ ਤੁਹਾਨੂੰ ਹਲਕਾ ਜਿਹਾ ਗੁਣਗੁਣਾ ਕੇ ਸੁਣਾਉਣਾ, ਕਿਉਂਕਿ ਸਰੋਤਿਆਂ ਨੂੰ ਵੀ ਗੱਲ ਹੋ ਹਨਾ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਮੇਰੇ ਵੱਲੋਂ, ਨਿੱਕੀਆਂ ਜਿੰਦਾਂ ਜਿਨ੍ਹਾਂ ਨੇ ਵੱਡਾ ਸਾਕਾ ਵਾਪਰਿਆ। ਨਿੱਕੇ ਨਿੱਕੇ ਲਾਲ ਸੀ, ਨਿੱਕੇ ਨਿੱਕੇ ਬਾਲ ਸੀ, ਗੁਰੂ ਜੀ ਦੇ ਲਾਲ ਸੀ। ਨਿੱਕੇ ਨਿੱਕੇ ਬਾਲ ਸੀ, ਗੁਰੂ ਜੀ ਦੇ ਲਾਲ ਸੀ। ਸੁਬੇ ਤਰਸ ਨਾ ਆਇਆ, ਕੰਧਾਂ 'ਚ ਚਿਣਾ ਕੇ ਕਿੱਡਾ ਜ਼ੁਲਮ ਕਮਾਇਆ। ਸੁਬੇ ਕੰਧਾਂ 'ਚ ਚਿਣਾ ਕੇ ਤੂੰ ਜ਼ੁਲਮ ਕਮਾਇਆ। ਜੈਨਾਂ ਵਾਸਤੇ ਸੀ ਪਾਉਂਦੀ, ਨਾ ਐਡਾ ਜ਼ੁਲਮ ਕਮਾਓ। ਜੈਨਾਂ ਵਾਸਤੇ ਸੀ ਪਾਉਂਦੀ, ਨਾ ਐਡਾ ਜ਼ੁਲਮ ਕਮਾਓ। ਜੇ ਬਦਲਾ ਹੀ ਲੈਣਾ, ਮੱਥਾ ਪਿਤਾ ਨਾਲ ਲਾਓ। ਜੇ ਬਦਲਾ ਹੀ ਲੈਣਾ, ਮੱਥਾ ਪਿਤਾ ਨਾਲ ਲਾਓ।
ਮਲੇਰ ਦੇ ਨਵਾਬ, ਮਲੇਰ ਦੇ ਨਵਾਬ, ਹਾ ਦਾ ਨਾਰਾ ਲਾਇਆ, ਕੰਧਾਂ 'ਚ ਚਿਣਾ ਕੇ ਕਿੱਡਾ ਜ਼ੁਲਮ ਕਮਾਇਆ, ਸੂਬੇ ਕੰਧਾਂ 'ਚ ਚਿਣਾ ਕੇ ਤੂੰ ਜ਼ੁਲਮ ਕਮਾਇਆ, ਏਦਾਂ ਕਰਕੇ। ਵਾਹ ਜੀ ਵਾਹ, ਬਹੁਤ ਵਧੀਆ ਆਵਾਜ਼ ਦੇ ਵਿੱਚ ਤੁਸੀਂ ਗਾਇਆ ਵੀ ਹੈ ਔਰ ਲਿਖਿਆ ਹੋਇਆ ਵੀ ਬਹੁਤ ਵਧੀਆ। ਤੇ ਅੰਤ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਜੀ। ਚਲੋ ਜੀ ਜੀ ਜੀ, ਉਹ ਤਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਜੀ, ਸਾਰਾ ਕੁਝ ਉਹਦੀ ਕਿਰਪਾ ਨਾਲ ਹੀ ਹੋਇਆ ਜਾਂਦਾ। ਸਰਬਜੀਤ ਸਿੰਘ ਜੀ ਲਿਖ ਰਹੇ ਆ ਜੀ, ਬਹੁਤ ਵਧੀਆ ਲਿਖਿਆ ਅਲੀ ਜੀ। ਔਰ ਬਿੱਟੂ ਦੌਲਤਪ੍ਰੀਆ ਬਾਈ ਜੀ ਕਹਿ ਰਹੇ ਆ ਗ੍ਰੇਟ ਜੌਬ। ਇਕਬਾਲ ਗੁੰਨੂ ਮਾਜਰਾ ਜੀ, ਰਿੱਕੀ ਮਲੰਗ ਜੀ ਬਾਈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਰਾਜਪੁਰਾ ਦਾ ਮਾਣ ਹੈ ਸਾਡਾ ਰਾਜਪੁਰੀਆ। ਹਾਂਜੀ, ਸੋ ਹੋਰ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਫੇਸਬੁੱਕ ਤੇ ਕਮੈਂਟ। ਮਾਫ ਕਰਿਓ ਇੱਕ ਗੁੰਨੂ ਮਾਜਰੀਆ ਜੀ ਨੂੰ ਖੁਦ ਪਤਾ ਕਿ ਅਸੀਂ ਇਕੱਠਿਆਂ ਨੇ ਸਟੇਜ ਵੀ ਕੀਤੀ ਹੈ ਜਾਂਸਲੇਟ ਸਟੇਜ ਦੇ ਉੱਤੇ ਉਸ ਦੌਰ ਦੇ ਵਿੱਚ। ਵਾਹ ਜੀ ਵਾਹ, ਵਾਹ ਜੀ ਵਾਹ। ਇਕਬਾਲ ਬਾਈ ਉਹਨਾਂ ਦੇ ਨਾਲ ਉਹਨਾਂ ਨੇ ਹਾਜ਼ਰ ਹੋਣਾ ਸੀ, ਅੱਜ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਕਿਉਂਕਿ ਗਵਰਨਮੈਂਟ ਡਿਊਟੀ ਹੈ, ਅੱਜ ਉਹਨਾਂ ਦੀ ਐਗਜ਼ਾਮ ਦੇ ਵਿੱਚ ਡਿਊਟੀ ਹੈ, ਤੇ ਨਹੀਂ ਤਾਂ ਉਹ ਜ਼ਰੂਰ ਤੁਹਾਡਾ ਹਾਜ਼ਰੀ ਲਾਉਂਦੇ ਅੱਜ। ਸੋ ਅੱਜ ਤੁਸੀਂ ਬਹੁਤ ਵਧੀਆ ਸਾਨੂੰ ਗੱਲਬਾਤ ਰਾਹੀਂ ਜਿਹੜਾ ਹੈਗਾ ਦਰਸ਼ਕਾਂ ਨੂੰ ਪੂਰਾ ਜਾਣਕਾਰੀ ਦਿੱਤੀ ਸਾਡੇ ਇਤਿਹਾਸ ਬਾਰੇ, ਪੰਜਾਬੀ ਬਾਰੇ, ਆਪਣੇ ਆਪ ਬਾਰੇ, ਔਰ ਮਨ ਖੁਸ਼ ਹੋਇਆ ਜੀ। ਤੁਹਾਡਾ ਧੰਨਵਾਦ ਕਰਨ ਤੋਂ ਪਹਿਲਾਂ ਇੱਕ ਅੰਤ 'ਚ ਹੁਣ ਕੀ ਉਮੀਦ ਕਰੀਏ ਕਿ ਨਵਾਂ ਕੀ ਆ ਰਿਹਾ ਹੈਗਾ? ਜਾਂ ਗੀਤ ਤੁਸੀਂ ਦੱਸਿਆ ਵੀ ਨਵਾਂ ਆ ਰਿਹਾ ਹੈਗਾ, ਹੋਰ ਜਿਹੜਾ ਹੈਗਾ ਆਉਣ ਵਾਲੇ ਸਾਲ 'ਚ ਜਾਂ 2021 'ਚ ਜਿੱਦਾਂ ਤੁਸੀਂ ਲਿਖਦੇ ਹੋ ਔਰ ਬਹੁਤ ਵਧੀਆ ਲਿਖਦੇ ਹੋ, ਇੰਨੀ ਵੱਡੀ ਬੁੱਕਸ ਜਿਹੜੀਆਂ ਤੁਸੀਂ ਲਿਖੀਆਂ ਆਪਣੇ ਆਪ ਦੇ ਵਿੱਚ ਇਤਿਹਾਸ ਹੈ, ਕਿ ਮੈਂ ਉਮੀਦ ਕਰਾਂ ਜਿੱਦਾਂ ਕਿ ਜਿਹੋ ਜਿਹੀ ਤੁਹਾਡੀ ਸ਼ਖਸੀਅਤ ਹੈ, ਤੁਹਾਡਾ ਤੁਸੀਂ ਹੋ ਔਰ ਜੋ ਤੁਸੀਂ ਕਰ ਰਹੇ ਹੋ ਜਾਂ ਲਿਖ ਰਹੇ ਹੋ, ਜਿੱਦਾਂ ਚਾਰ ਸਾਹਿਬਜ਼ਾਦੇ ਫਿਲਮ ਆਈ ਸੀ ਜਾਂ ਹੋਰ ਇਸ ਤਰ੍ਹਾਂ ਦੀਆਂ ਫਿਲਮਾਂ ਵਗੈਰਾ ਆਈਆਂ ਸੀ, ਕੋਈ ਇਦਾਂ ਦਾ ਕਨਸੈਪਟ ਵੀ ਕੋਈ ਧਿਆਨ 'ਚ ਹੈਗਾ? ਕੋਈ ਧਾਰਮਿਕ? ਮੇਰੇ ਮਨ ਦੇ ਵਿੱਚ ਮੇਰੇ ਮਨ ਦੇ ਵਿੱਚ ਹੈਗਾ ਜ਼ਰੂਰ ਹੈ, ਕਿਉਂਕਿ ਮੈਂ ਚਾਹੁੰਦਾ ਕਿ ਵੱਡੇ ਘੱਲੂਘਾਰੇ ਨੂੰ ਉਸ ਤਰ੍ਹਾਂ ਦਾ ਇੱਕ ਰੂਪ ਦਿੱਤਾ ਜਾਵੇ ਜਿਹਦੇ ਬਾਰੇ ਕੰਮ ਹੋ ਸਕਦਾ। ਮੇਰੇ ਮਨ ਦੇ ਵਿੱਚ ਬਹੁਤ ਚਿਰ ਦਾ ਪਲਾਨ ਹੈ, ਕਿਉਂਕਿ ਇਹ ਚੀਜ਼ਾਂ ਫਾਈਨਾਂਸ ਦੇ ਨਾਲ ਜੁੜੀਆਂ ਹੋਈਆਂ ਨੇ, ਤੁਸੀਂ ਇਕੱਲੇ ਨਹੀਂ ਕਰ ਸਕਦੇ। ਕਿਉਂਕਿ ਜੇ ਸਾਂਝਾਂ ਦੀ ਖਾਤੇ ਦੇ ਵਿੱਚ ਏਦਾਂ ਦੇ ਬਹੁਤ ਪਾਰਟ ਨੇ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ। ਮੈਂ ਹਨਾ, ਮੇਰੀ ਇੱਛਾ ਹੈਗੀ ਹੈ ਕਿ ਜਦੋਂ ਦੇਖੋ ਅੱਜ ਸਿਸਟਮ ਇਹ ਹੋ ਗਿਆ ਕਿ ਦੁਨੀਆ ਲੋਕ ਜਿਹੜੇ ਹੈਗੇ ਆ ਉਹ ਇੰਟਰਨੈਟ ਨਾਲ ਜੁੜ ਚੁੱਕੇ ਆ, ਉਹ ਮੀਡੀਆ ਸਾਧਨਾਂ ਦੇ ਨਾਲ ਜੁੜਿਆ, ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ ਹੈਗਾ। ਪ੍ਰਿੰਟ ਮੀਡੀਆ ਦਾ ਦੌਰ ਥੋੜਾ ਜਿਹਾ ਘਟਿਆ ਜ਼ਰੂਰ ਆ, ਪਰ ਖਤਮ ਨਹੀਂ ਹੋ ਸਕਦਾ, ਇਹ ਗਰੰਟੀ ਆ। ਠੀਕ ਹੈ ਜੀ, ਲੋਕ ਕਹਿ ਦਿੰਦੇ ਆ ਕਿਤਾਬਾਂ ਪੜ੍ਹੀਆਂ ਨਹੀਂ ਜਾਂਦੀਆਂ, ਚੰਗੀਆਂ ਕਿਤਾਬਾਂ ਜਦੋਂ ਛਾਪਦੀਆਂ ਨੇ ਤਾਂ ਪੜ੍ਹੀਆਂ ਵੀ ਜਾਂਦੀਆਂ। ਬਿਲਕੁਲ ਜੀ, ਹਨਾ ਜੀ, ਮੈਂ ਦੱਸ ਹਟਿਆ ਜਿਵੇਂ ਤੁਹਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੀਆਂ ਕਿਤਾਬਾਂ ਦੇ ਕਿੰਨੇ ਐਡੀਸ਼ਨ ਛਪੇ ਆ ਜੀ, ਹਨਾ ਜੀ। ਸੋ ਇਸ ਕਰਕੇ ਮੇਰੇ ਜ਼ਿਹਨ ਦੇ ਵਿੱਚ ਹੈਗਾ, ਪਰ ਮੇਰੀ ਪ੍ਰਿੰਟ ਦੇ ਵਿੱਚ ਨੈਕਸਟ ਈਅਰ ਜਿਹੜਾ ਅਗਲੇ ਸਾਲ ਜਿਹੜੇ ਨਵੇਂ ਸਾਲ ਦੇ ਵਿੱਚ ਮੈਂ ਕਿਤਾਬ ਕਰਨੀ ਹੈ, ਜਿਹਦੇ ਬਾਰੇ ਮੈਂ ਕੰਮ ਕਰ ਰਿਹਾ, ਦੱਸ ਹੀ ਹਟਿਆ ਪਹਿਲਾਂ ਵੀ ਸੰਗਤ ਨੂੰ, ਕਿ ਲਸਾਨੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਮੁਸਲਮਾਨ ਮਿੱਤਰ ਤੇ ਸੀਸ ਯਾਤਰਾ, ਕਿਉਂਕਿ ਉਸ ਚੀਜ਼ ਦਾ ਹੁਣ ਤੱਕ ਨਹੀਂ ਕੰਮ ਹੋਇਆ ਵਿਲੱਖਣ ਰੂਪ ਦੇ ਵਿੱਚ। ਮੇਰੀ ਆਦਤ ਹੈ, ਮੈਂ ਬਹੁਤ ਵਿਲੱਖਣ ਤਰੀਕੇ ਨਾਲ ਢੰਗ ਨਾਲ ਕੰਮ ਕਰਦਾ ਕਿ ਲੋਕਾਂ ਦੇ ਵਿੱਚ, ਪਾਠਕਾਂ ਦੇ ਵਿੱਚ, ਸਰੋਤਿਆਂ, ਸੰਗਤ ਦੇ ਵਿੱਚ ਉਹ ਗੱਲ ਘਰ ਕਰੇ ਜੀ। ਕਿਉਂਕਿ ਸਿੱਧੀ ਗੱਲ ਜਦੋਂ ਤੁਸੀਂ ਕਰੋਗੇ, ਘੁਮਾ ਕੇ ਨਹੀਂ ਗੱਲ ਕਰਦੇ, ਸਿੱਧੀ ਗੱਲ ਕਰੋਗੇ, ਲੋਕਾਂ ਨੂੰ ਜਲਦੀ ਸਮਝ ਆਉਂਦੀ ਆ, ਛੇਤੀ ਉਹ ਚੀਜ਼ ਘਰ ਕਰਦੀ ਆ, ਆਪਣਾ ਘਰ ਬਣਾਉਂਦੀ ਆ ਜੀ। ਸੋ ਬਹੁਤ ਵਧੀਆ ਜੀ, ਤੁਸੀਂ ਗੱਲਬਾਤ ਕੀਤੀ, ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਸੋ ਜੀਕੇ ਮੀਡੀਆ ਓਨਰ ਵੱਲੋਂ ਤੁਹਾਡਾ ਧੰਨਵਾਦ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਪੂਰੀ ਟੀਮ ਵੱਲੋਂ, ਸਾਡੇ ਦਰਸ਼ਕਾਂ ਵੱਲੋਂ ਵੀ ਮੈਂ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਅੱਜ ਵਿਸ਼ੇਸ਼ ਜਾਣਕਾਰੀ ਨਾਲ ਸਾਨੂੰ ਨਵਾਜਿਆ। ਸੋ ਇੱਥੇ ਹੀ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੈਗਾ ਤੁਹਾਡੇ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਔਰ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹੈਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਥੈਂਕ ਯੂ ਬਾਈ ਜੀ ਖਨੌਲੀ ਸਾਹਿਬ, ਜੀਕੇਐਮ ਮੀਡੀਆ ਵੱਲੋਂ ਇਹ ਉਪਰਾਲਾ ਕੀਤਾ ਗਿਆ, ਬੜੀ ਮਿਹਰਬਾਨੀ, ਦਿਲੋਂ ਦੁਆਵਾਂ। ਥੈਂਕ ਯੂ, ਸ਼ੁਕਰੀਆ 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 ਜੀ। ਸੋ ਇਹ ਸੀਗੇ ਜੀ ਅਲੀ ਰਾਜਪੁਰਾ, ਜੋ ਅੱਜ ਸਾਡੇ ਨਾਲ ਅੱਜ ਦੇ ਸਾਡੇ ਦਾ ਖੰਡੌਲੀ ਸ਼ੋਅ ਦੇ ਵਿੱਚ ਸਪੈਸ਼ਲੀ ਆ ਕੇ ਉਹਨਾਂ ਨੇ ਆਪਣੇ ਪੂਰੇ ਜੀਵਨ ਦੀ ਝਾਤ ਜਿਹੜੀ ਹੈ ਉਹ ਸਾਡੇ ਨਾਲ ਸਾਂਝ ਕੀਤੀ, ਔਰ ਦਰਸ਼ਕਾਂ ਨੂੰ ਵੀ ਵਧੀਆ ਲੱਗਿਆ ਹੋਊਗਾ। ਤੁਸੀਂ ਸਾਡੇ ਜਿਹੜਾ ਹੈਗਾ ਫੇਸਬੁੱਕ ਪੇਜ ਤੇ ਜਾ ਕੇ ਜੀਕੇ ਮੀਡੀਆ ਔਨ 에ਅਰ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ, ਔਰ ਜੇ ਚੰਗਾ ਲੱਗੇ ਤਾਂ ਹੋਰ ਬਾਕੀ ਪਰਿਵਾਰਾਂ ਨਾਲ ਵੀ ਸ਼ੇਅਰ ਕਰ ਦਿਓ। ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਤੁਸੀਂ YouTube ਪੇਜ ਤੇ ਵੀ ਜਾ ਕੇ ਜੋ ਅੱਜ ਦਾ ਪ੍ਰੋਗਰਾਮ ਲਾਈਵ ਸੀਗਾ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਅਲੀ ਰਾਜਪੁਰਾ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰੀਆ, ਮਿਹਰਬਾਨੀ। ਸੋ ਅੱਜ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ
ਸੋ ਤੁਹਾਡਾ ਵੀ ਜਿਹੜਾ ਹੈਗਾ ਜੋ ਦਰਸ਼ਕ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਫੇਰ ਆਪਾਂ ਕਿਸੇ ਨਵੀਂ ਸ਼ਖਸੀਅਤ ਜਾਂ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਮੀਦ ਕਰਦਾ ਕਈ ਪਰਿਵਾਰਾਂ ਦੀਆਂ ਜਿਹੜੀਆਂ ਫਰਮਾਇਸ਼ਾਂ ਵੀ ਜਿਹੜੀਆਂ ਹੈਗੀਆਂ ਸੀ, ਪਰ ਆਪਾਂ ਉਹਨਾਂ ਨੂੰ ਨਹੀਂ ਪੇਸ਼ ਕਰ ਸਕੇ। ਸੋ ਕੱਲ ਜਿਹੜਾ ਹੈਗਾ ਫਿਰ ਆਪਾਂ ਨਾਲੇ ਗੱਲਾਂ ਨਾਲੇ ਗੀਤ ਤੇ ਨਾਲੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਫਿਰ ਮਿਲਾਂਗੇ ਜੀ। ਸੋ ਕੱਲ ਫਿਰ ਲਗਭਗ ਉਹੀ 7:30 ਵਜੇ ਜਿਹੜਾ ਹੈਗਾ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਸੋ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ ਅਲੀ ਰਾਜਪੁਰਾ ਜੀ, ਖਾਸ ਕਰਕੇ ਫਿਰ ਦੁਬਾਰੇ ਤੋਂ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇੰਨੀ ਕੁ ਬੇਨਤੀਆਂ ਜਿਹੜੀਆਂ ਹੈਗੀਆਂ ਤੁਸੀਂ ਪ੍ਰਵਾਨ ਕਰਿਓ। ਸੋ ਇੱਥੇ ਆਪਾਂ ਅੱਜ ਦੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਸ਼ੁਕਰੀਆ।